ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰ ਪਦ ਨਖ ਕਾਂਤ ਜੇ, ਰੁਚਰ ਚੰਦਰ ਕਾ ਮਾਨ। ਕਰ ਚਕੋਰ ਮਨ ਆਪਨੋ, ਕਹੋ ਕਥਾਗਤ ਦਾਨ। ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਿਵਾਜੀ ਸਾਧ ਸੰਗਤ ਜੀ, ਬਹੁਤ ਹੀ ਵੱਡੀਆਂ ਭਾਗਾਂ ਵਾਲੇ ਹਾਂ। ਗੁਰਦੁਆਰਾ ਤਪ ਅਸਥਾਨ ਬਾਬਾ ਧਿਆਨ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਸ਼ਾਮ ਦੇ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਚੱਲ ਰਹੀ ਲੜੀਵਾਰ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਕਥਾ ਆਦਿ ਹੈ। ਆਪ ਜਿੱਥੇ ਵੀ ਚੱਲ ਰਹੀ ਵਿਚਾਰ ਨੂੰ ਸਰਵਣ ਕਰ ਰਹੇ ਹੋ, ਦਿਨ ਦੁਨੀਆ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਭਾਇਮਾਨ ਹੋਏ ਹਾਂ। ਪਿਆਰ ਪ੍ਰੇਮ ਸਹਿਤ ਸੀਸ ਝੁਕਾਓ, ਰਸਨਾ ਤੋਂ ਕਰੋ ਵਿਚਾਰਨ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਪਦ ਨਖ ਕਾਂਤ ਜੇ, ਰੁਚਰ ਚੰਦਰ ਕਾ ਮਾਨ। ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਹਵਾਲੇ ਦੇ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਨੂੰ ਕਾਵਮਈ ਕਵਿਤਾ ਵਿੱਚ ਬਿਆਨ ਕਰ ਰਹੇ ਨੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਨੌਹਾਂ ਦੀ ਜਿਹੜੀ ਸੁੰਦਰਤਾ ਹੈ, ਕਵੀ ਕਹਿਣ ਲੱਗੇ ਉਹਨੂੰ ਇਸ ਤਰ੍ਹਾਂ ਜਿਹੜਾ ਇਹ ਜਾਣੀਏ ਜਿਵੇਂ ਚਾਂਦਨੀ ਚਮਕਾਂ ਮਾਰਦੀ ਹੈ ਨਾ, ਉਸੇ ਤਰ੍ਹਾਂ ਹੀ ਉਹਨਾਂ ਦੇ ਨੌ ਜਿਹੜੇ ਚਮਕਾਂ ਮਾਰ ਰਹੇ ਨੇ। ਕਰ ਚਕੋਰ ਮਨ ਆਪਨੋ, ਕਹੋ ਕਥਾਗਤ ਦਾਨ। ਕਵੀ ਆਖਣ ਲੱਗਾ ਮੈਂ ਆਪਣੇ ਮਨ ਨੂੰ ਇੱਥੋਂ ਤੱਕ ਚਕੋਰ ਬਣਾ ਕੇ ਮੁਕਤੀ ਦੇ ਦਾਤੇ ਸਤਿਗੁਰੂ ਦੀ ਕਥਾ ਜਿਹੜੀ ਹੈ ਅੱਗੇ ਵਰਣਨ ਕਰਦਾ ਹਾਂ। ਸ੍ਰੀ ਬਾਲਾ ਸੰਧੁਰ ਵਾਚ, ਭਾਈ ਬਾਲਾ ਜੀ ਸੰਧੂ ਗੋਤ ਦੇ ਵਿਚਾਰ ਕਥਨ ਕਰ ਰਹੇ ਨੇ। ਚੌਪਈ ਅਬ ਸ੍ਰੀ ਨਾਨਕ ਕੀਨ ਭਿਆਨਾ। ਤੇ ਆਖਣ ਲੱਗੇ ਫਿਰ ਦੇਖੋ ਗੁਰੂ ਜੀ ਨੇ ਕਾਮਰੂਪ ਅਸ਼ਾਮ ਦੇਸ਼ ਤੋਂ ਜਿਹੜਾ ਇਹ ਕੂਚ ਕਰ ਲਿਆ। ਇੱਥੇ ਜਿਹੜਾ ਇਹ ਇਸਤਰੀਆਂ ਨੂੰ ਸਮਝਾ ਕੇ ਸਿੱਧੇ ਰਸਤੇ ਪਾ ਕੇ ਰੋਜ਼ਾਨਾ ਸੰਗਤ ਜਿਹੜਾ ਇਸਤਰੀਆਂ ਨੇ ਕਰਿਆ ਕਰਨੀ। ਟੇਢੀਆਂ ਮੇਢੀਆਂ ਇੱਥੋਂ ਤੱਕ ਵਿਚਾਰਾਂ ਤੋਂ ਪਾਸੇ ਕਰਕੇ ਸਿੱਧੇ ਰਸਤੇ ਦੇ ਧਾਰਨੀ ਬਣਾ ਦਿੱਤਾ ਹੈ। ਰੋਜ਼ਾਨਾ ਇਹਨਾਂ ਇਸਤਰੀਆਂ ਨੇ ਸੰਗਤ ਕਰਿਆ ਕਰਨੀ ਹੈ। ਪਿਆਰ ਦੇ ਵਿੱਚ ਇੱਥੋਂ ਤੱਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਰਮੀਆਂ ਨੇ ਮਨ ਨੂੰ ਇੱਥੋਂ ਤੱਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੋੜ ਲਿਆ ਹੈ। ਮੈਂ ਪੁਨ ਸੰਗਤ ਤੇ ਆ ਮਰਦਾਨਾ। ਤੇ ਆਖਣ ਲੱਗੇ ਭਾਈ ਬਾਲਾ ਜੀ ਗੁਰੂ ਅੰਗਦ ਮਹਾਰਾਜ ਜੀ ਨੂੰ ਇਹ ਕਥਾ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿਣ ਲੱਗੇ ਮੈਂ ਇੱਥੋਂ ਤੱਕ ਮੇਰੇ ਪਾਤਸ਼ਾਹ ਨਾਲ ਸੀ ਗੁਰੂ ਨਾਨਕ ਮਹਾਰਾਜ ਜੀ, ਤੇ ਨਾਲ ਦੂਸਰੇ ਭਾਈ ਮਰਦਾਨਾ ਜੀ ਸਾਡੇ ਨਾਲ ਹਨ। ਦੇਖ ਕਰ ਕਿਤਕ ਥਾਨ ਉਪਦੇਸ਼ਾ। ਤੇ ਥਾਵਾਂ ਤੇ ਜਾ ਕੇ ਇੱਥੋਂ ਤੱਕ ਜਿਹੜਾ ਅਸੀਂ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ। ਸਿਮਰੋ ਸਤਨਾਮ ਜਗਦੇਸ਼ਾ। ਤੇ ਸਾਰੇ ਥਾਂ ਤੇ ਜਾ ਕੇ ਕਹਿਣ ਲੱਗੇ ਕਿ ਸਤਨਾਮ ਨੂੰ ਇੱਥੋਂ ਤੱਕ ਸਿਮਰਦੇ ਰਹੇ ਤੇ ਸੱਚੇ ਨਾਮ ਦਾ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਸਾਰਿਆਂ ਨੂੰ ਬਖਸ਼ਿਸ਼ ਕਰਦੇ ਰਹੇ ਨੇ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ। ਹੁਣ ਇੱਥੇ ਕਹਿਣ ਲੱਗੇ ਪਿੰਡਾਂ ਤੇ ਰਸਤਿਆਂ ਦੇ ਵਿੱਚ ਚੱਲਦੇ ਪਏ ਸੀ ਤੇ ਇੱਥੋਂ ਤੱਕ ਮੇਰੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਰਸਤੇ ਵਿੱਚ ਦੇ ਰਹੇ ਨੇ। ਚਲਤ ਚਲਤ ਸਾਗਰ ਪੁਨ ਆਵਾ। ਤੇ ਰਸਤੇ ਦੇ ਵਿੱਚ ਚੱਲਦਿਆਂ ਚੱਲਦਿਆਂ ਇੱਥੋਂ ਤੱਕ
ਭਾਈ ਬਾਲਾ ਜੀ ਆਖਣ ਲੱਗੇ ਮੇਰੇ ਪਾਤਸ਼ਾਹ ਦੂਸਰੇ ਗੁਰੂ ਜੀ ਅੱਗੇ ਇੱਕ ਸਮੁੰਦਰ ਜਿਹੜਾ ਇਹ ਸਾਨੂੰ ਨਜ਼ਰ ਆ ਰਿਹਾ ਹੈ। ਜਾਏ ਠਾਂਟੇ ਤਹ ਤੀਰਾ। ਅਸੀਂ ਉਹਦੇ ਜਾ ਕੇ ਕੰਢੇ ਤੇ ਖੜੇ ਹੋ ਗਏ। ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨਾ ਜੀ ਤੇ ਕਹਿਣ ਲੱਗਾ ਭਾਈ ਬਾਲਾ ਕਿ ਮੈਂ ਵੀ ਮੇਰੇ ਪਾਤਸ਼ਾਹ ਨਾਲ ਹੀ ਕੰਢੇ ਤੇ ਜਾ ਕੇ ਖੜ ਚੁੱਕੇ ਸੀ। ਬੋਲੇ ਸ੍ਰੀ ਮੁਖ ਵਾਕ ਗੰਭੀਰਾ। ਸਤਿਗੁਰੂ ਜੀ ਦੇਖੋ ਆਪਣੇ ਮੁਖਾਰ ਬਿੰਦ ਤੋਂ ਆਪਣੇ ਇਸ ਜੀਭਾ ਤੋਂ ਗੰਭੀਰ ਹੋ ਕੇ ਬਚਨ ਬੋਲ ਰਹੇ ਨੇ। ਕਹੋ ਬਾਲਾ ਸਾਗਰ ਅਸਗਾਹਾ। ਤੇ ਕਹਿਣ ਲੱਗੇ ਭਾਈ ਬਾਲਾ ਇੱਕ ਮੈਂ ਤੇਰੇ ਨਾਲ ਇੱਥੋਂ ਤੱਕ ਬੇਨਤੀ ਕਰਨੀ। ਭਾਈ ਬਾਲਾ ਜੀ ਦੱਸੋ ਸਮੁੰਦਰ ਜਿਹੜਾ ਇਹ ਕਿੰਨਾ ਕੁ ਅਥਾਹ ਹੈ। ਕਹੋ ਨ ਪਇਤ ਇਹ ਕੋ ਥਾਹਾ। ਤੇ ਆਖਣ ਲੱਗੇ ਅੱਗੋਂ ਭਾਈ ਬਾਲਾ ਜੀ ਨੇ ਸਤਿਗੁਰੂ ਨੂੰ ਆਖਿਆ ਪਾਤਸ਼ਾਹ ਜੀ ਇਹਦੇ ਬਾਰੇ ਵਿਚਾਰ ਦੇ ਸਾਨੂੰ ਨਹੀਂ ਗਾ ਪਤਾ। ਇਹਦਾ ਤਾਂ ਜਿਹੜਾ ਹੈ ਨਾ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੋਂ ਇਹਦਾ ਕਿਨਾਰਾ ਸ਼ੁਰੂ ਹੁੰਦਾ ਹੈ ਤੇ ਕਿੱਥੇ ਜਾ ਕੇ ਸਮਾਪਤ ਹੁੰਦਾ ਹੈ, ਇਹ ਸਾਨੂੰ ਜਿਹੜਾ ਇਹ ਨਜ਼ਰ ਨਹੀਂ ਆ ਰਿਹਾ। ਅਗਲਾ ਪਾਸਾ ਜਿਹੜਾ ਇਹ ਦਿਸ ਨਹੀਂ ਰਿਹਾ। ਜਾਣੋ ਪਾਰ ਚਹਿਤ ਮਨ ਹਮ ਮੈਂ। ਕਹਿਣ ਲੱਗੇ ਸਾਡੇ ਮਨਾਂ ਦੇ ਵਿੱਚ ਇੱਥੋਂ ਤੱਕ ਚਾਹਿਆ ਸੀ ਕਿ ਪਾਰ ਅਸੀਂ ਹੋ ਜਾਵਾਂਗੇ। ਇਸੇ ਤਰ੍ਹਾਂ ਉਦਾਹਰਨਾਂ ਪਾਤਸ਼ਾਹ ਜੀ ਦੇ ਰਹੇ ਹਨ। ਕਿਸ ਪ੍ਰਕਾਰ ਗਮਨੈ ਅਬ ਬਨ ਮੈਂ। ਤੇ ਪਰ ਕਹਿਣ ਲੱਗੇ ਕਿ ਪਾਣੀ ਵਿੱਚ ਦੀ ਕਿਵੇਂ ਜਾਈਏ। ਹੁਣ ਇਹ ਸੋਚਣ ਲੱਗੇ ਕਿ ਪਾਣੀ ਵਿੱਚ ਦੀ ਜਿਹੜਾ ਇਹ ਕਿਸ ਤਰ੍ਹਾਂ ਜਾਈਏ। ਨਿਕਟ ਨ ਕੋ ਅਬ ਆਏ ਜਹਾਜਾ। ਤੇ ਨਾ ਹੀ ਕੋਈ ਨੇੜੇ ਇੱਥੋਂ ਤੱਕ ਜਿਹੜਾ ਇਹ ਸਮੁੰਦਰੀ ਜਹਾਜ਼ ਹੈ ਜਾਂ ਤੇ ਪਾਰ ਜਾਨ ਹਵੈ ਕਾਜਾ। ਜਿਹਦੇ ਰਾਹੀਂ ਕਹਿਣ ਲੱਗੇ ਭਾਈ ਬਾਲਾ ਜੀ ਸਤਿਗੁਰੂ ਜੀ ਸਾਰੇ ਗੱਲਾਂ ਕਰ ਰਹੇ ਸੀ ਕਿ ਸਾਡਾ ਜਿਹੜਾ ਇਹ ਪਾਰ ਹੋਣ ਦਾ ਕੰਮ ਵੀ ਬਣ ਸਕੇ, ਅਸੀਂ ਸਮੁੰਦਰ ਨੂੰ ਪਾਰ ਕਰਨਾ ਹੈ। ਤੂੰ ਸਿਆਨ ਕੁਛ ਮਸਲਤ ਦੀਜੈ। ਕਹਿਣ ਲੱਗੇ ਸਾਡੇ ਮਨਾਂ ਦੇ ਵਿੱਚ ਇਹ ਵਿਚਾਰਾਂ ਨੇ ਚਾਹਿਆ ਕਿ ਪਾਰ ਅਸੀਂ ਹੋਵਾਂਗੇ। ਪਾਰ ਹੋਣ ਦੀ ਵਿਚਾਰ ਸਾਡੇ ਅੰਦਰ ਹੋ ਅਦਾ ਰਹੀ ਸੀ। ਜਿਸ ਪਰ ਕਰ ਤੇ ਗਮਨ ਕਰੀਜੈ। ਕਹਿਣ ਲੱਗੇ ਪਾਣੀ ਵਿੱਚ ਜਿਹੜਾ ਇਹ ਕਿਵੇਂ ਲੰਘਣਾ ਤੇ ਸਾਰੀਆਂ ਜਿਹੜੀਆਂ ਵਿਚਾਰਾਂ ਹੋਣ ਲੱਗੀਆਂ। ਜਾਨੋ ਪਾਰ ਚਹਿਤ ਹਮ ਮਨ ਮੈਂ। ਆਖਣ ਲੱਗੇ ਅੱਗੇ ਜਿਹੜਾ ਪਾਣੀ ਨਜ਼ਰ ਆ ਰਿਹਾ ਨਾ ਕੋਈ ਜਹਾਜ਼ ਉੱਥੇ ਨਜ਼ਰ ਆਵੇ, ਪਰ ਕੁਝ ਸਲਾਹ ਦੇਣ ਦੀ ਇੱਥੋਂ ਤੱਕ ਜਿਹੜਾ ਇਹ ਨਾ ਅਸੀਂ ਆਪਣੇ ਵਿੱਚ ਹੀ ਵਿਚਾਰਾਂ ਕਰਦੇ ਪਏ ਸੀ ਕਿ ਇਹਨੂੰ ਪਾਰ ਕਿਵੇਂ ਕਰਨਾ ਹੈ। ਸੁਨੀਏ ਸ੍ਰੀ ਅੰਗਤ ਗਤ ਦਾਨੀ। ਤੇ ਆਖਣ ਲੱਗੇ ਭਾਈ ਬਾਲਾ ਜੀ ਨੇ ਆਖਿਆ ਮੁਕਤੀ ਦੇ ਦਾਤੇ ਗੁਰੂ ਅੰਗਦ ਮਹਾਰਾਜ ਜੀ ਅੱਗੇ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਸਰਵਨ ਕਰੋ। ਗੁਰ ਸੋ ਮੈਂ ਬੋਲਿਓ ਅਸਮਾਨੀ। ਤੇ ਅੱਗੋਂ ਜਿਹੜਾ ਇਹ ਨਾ ਭਾਈ ਬਾਲਾ ਜੀ ਗੁਰੂ ਜੀ ਨੂੰ ਇੱਥੋਂ ਤੱਕ ਜਿਹੜਾ ਇਹਨਾਂ ਬਚਨ ਕਹਿਣ ਲੱਗੇ ਹਨ। ਜੋ ਪਹਨ ਲੈ ਔਰ ਡੁਬੰਤੇ। ਤੁਹਾਡੇ ਬੋਲਾਂ ਦੇ ਨਾਲ ਤਾਂ ਹੋਰਨਾਂ ਨੂੰ ਇੱਥੋਂ ਤੱਕ ਡੋਬ ਦੇਣ ਵਾਲੇ ਹੋ। ਪੱਥਰਾਂ ਵੀ ਇੱਥੋਂ ਤੱਕ ਜ਼ਿਕਰ ਵਿਚਾਰ ਕਰਦੇ ਨੇ, ਪੱਥਰ ਵੀ ਤਰਨ ਲੱਗ ਪੈਂਦੇ ਨੇ ਜੋ ਤੁਹਾਡੀ ਕਿਰਪਾ ਹੋ ਜਾਵੇ। ਸਤਿਗੁਰੂ ਜੀ ਕੁਝ ਨਾ ਕੁਝ ਜਿਹੜੀ ਰਹਿਮਤ ਕਰੋ ਜੀ। ਤੁਮਰੇ ਬਚਨਨ ਤੇ ਸੋ ਧਰੰਤੇ। ਕਹਿਣ ਲੱਗੇ ਜੇ ਤੂੰ ਚਾਹੇ ਪਾਤਸ਼ਾਹ ਜੀ ਸਮੁੰਦਰ ਵਿੱਚ ਪੱਥਰ ਜਿਹੜੇ ਉਹ ਵੀ ਤੈਰ ਸਕਦੇ ਹਨ। ਕਰੂਏ ਗਿਰ ਸਾਗਰ ਪਰ ਤਾਰੇ। ਬੰਦਿਆਂ ਦੀ ਤਾਂ ਤੇ ਇੱਥੋਂ ਤੱਕ ਗਿਣਤੀ ਕੀ ਕਰਨੀ। ਬੰਦਾ ਇੱਕ ਹੋਵੇ ਚਾਹੇ ਦੋ ਹੋਵੇ, ਉਹਨਾਂ ਦੀ ਗਿਣਤੀ ਕੀ ਹੋਵੇਗੀ। ਅਸੀਂ ਪੱਥਰਾਂ ਦੀ ਪਾਤਸ਼ਾਹ ਜੇਕਰ ਗਿਣਤੀ ਕਰੀਏ ਉਹ ਵੀ ਇੱਥੋਂ ਤੱਕ ਹੋ ਨਹੀਂ ਸਕਦੀ। ਤੂੰ ਪੱਥਰਾਂ ਨੂੰ ਵੀ ਪਾਣੀ ਦੇ ਵਿੱਚ ਤੈਰ ਸਕਦਾ ਹੈ। ਮਾਨਵ ਕੀ ਕਿਆ ਗਣਤ ਉਚਾਰੇ। ਤੇ ਮਨੁੱਖਾਂ ਦੀ ਇੱਥੋਂ ਤੱਕ ਕੀ ਵਿਚਾਰ ਹੈ। ਤੁਸੀਂ ਤਾਂ ਭਾਰੇ ਪਹਾੜ ਵੀ ਪਾਣੀਆਂ ਵਿੱਚ ਜਿਹੜਾ ਤਾਰ ਦਿੰਦੇ ਜੀ। ਨਾਮ ਲਿਆ ਜੋ ਤੁਮ ਦਿਨ ਰਹਿਣਾ। ਜੇ ਤੁਹਾਡਾ ਨਾਮ ਇੱਥੋਂ ਤੱਕ ਦਿਨੇ ਰਾਤ ਅਸੀਂ ਲੈ ਲੈਂਦੇ ਹਾਂ। ਸੋ ਭਉ ਜਲ ਲੰਘਾਏ ਸੁਖ ਚੈਨਾ। ਉਸ ਸੰਸਾਰ ਰੂਪੀ ਸਾਗਰ ਤੋਂ ਇੱਥੋਂ ਤੱਕ ਸਾਨੂੰ ਜਿਹੜਾ ਹੈ ਨਾ ਸੌਖੇ ਤਰੀਕੇ ਦੇ ਨਾਲ ਪਾਰ ਲੰਘਾ ਦਿੰਦਾ ਹੈ। ਇਹ ਸਾਗਰ ਕਿਆ ਤਰਨ ਦੁਹੇਲਾ। ਇਹ ਸਮੁੰਦਰ ਨੂੰ ਪਾਰ ਕਰਨਾ ਕਿਹੜਾ ਮੇਰੇ ਪਾਤਸ਼ਾਹ ਜੀ ਔਖਾ ਹੈ। ਤਾਰੋ ਭਉ ਜਲ ਪੂਰ ਸੁਹੇਲਾ। ਤੁਸੀਂ ਤਾਂ ਇੱਥੋਂ ਤੱਕ ਭਲੀ ਭਾਂਤ ਐ ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਹੋ। ਜਗਤ ਰੂਪੀ ਸਮੁੰਦਰ ਵਿੱਚੋਂ ਬਹੁਤ ਸੌਖਿਆ ਹੀ ਇੱਥੋਂ ਤੱਕ ਤਾਰਨ ਵਾਲੇ ਹੋ। ਸੁਨ ਪ੍ਰਸੀਦ ਪੈ ਬਹੁਗਤ ਦਾਨੀ। ਇਹ ਸੁਣ ਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇਖੋ ਅਤੀ ਅਤ ਜਿਹੜਾ ਇਹਨਾਂ ਪ੍ਰਸੰਨ ਹੋਏ ਨੇ ਆਪਣੇ ਸਿੱਖਾਂ ਉੱਪਰ। ਬੋਲੇ ਪਰਮ ਮਨੋਹਰ ਬਾਣੀ। ਤੇ ਅੱਗੋਂ ਪਰਮ ਮਨੋਰਥ ਜਿਹੜੇ ਬਚਨ ਜਿਹੜੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੂਲ ਮੰਤਰ ਜਿਹੜਾ ਇਹ ਪੜ੍ਹਦੇ ਹਾਂ। ਪਾਤਸ਼ਾਹ ਜੀ
ਜਪ ਬਾਣੀ ਦੇ ਆਰੰਭ ਵਿੱਚ ਇਹ ਬਚਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮੁਕੰਮਲ ਅਰਧ ਤੇ ਪੂਰਾ ਜਿਹੜਾ ਮੁਕੰਮਲ ਇਹ ਸਰੂਪ ਆਕਾਰ ਪਾ ਕੇ ਜਦੋਂ ਗਿਣਤੀ ਕਰਦੇ ਆ 566 ਵਾਰੀ ਮੇਰੇ ਪਾਤਸ਼ਾਹ ਜੀ ਨੇ ਇਹ ਵਿਚਾਰ ਅਕਾਲ ਪੁਰਖ ਦੀ ਮਹਿਮਾ ਵਿੱਚ ਜਿਹੜੀ ਇਹ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਮੂਲ ਮੰਤਰ ਦੇ ਵਿੱਚ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੂਨੀ ਸੈਭੰ ਗੁਰ ਪ੍ਰਸਾਦ। ਪਾਤਸ਼ਾਹ ਜੀ ਆਖਣ ਲੱਗੇ, ਇੱਥੇ ਬਚਨ ਕਰਦੇ ਨੇ, ਇੱਕ ਅਦੁੱਤੀ ਪ੍ਰਮਾਤਮਾ ਜੋ ਇੱਕ ਰਸ ਹੈ ਨਾ, ਸਾਰਿਆਂ ਵਿੱਚ ਕਾਇਨਾਤ ਹੈ ਤੇ ਰਮਿਆ ਪਿਆ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਜਿਹੜਾ ਸਾਰਿਆਂ ਦੇ ਅੰਦਰ ਪਾਤਸ਼ਾਹ ਜੀ ਰਮੇ ਪਏ ਨੇ, ਉਹ ਐਸਾ ਇੱਥੋਂ ਤੱਕ ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਜਿਹੜੀ ਹੈ ਸਾਰਿਆਂ ਤੇ ਬਰਸਾ ਕੇ ਰੱਖਦਾ ਹੈ। ਕੇਵਲ ਤਾਂ ਕੇਵਲ ਇੱਕ ਹੈ। ਕਹਿਣ ਲੱਗੇ ਸਤਨਾਮ, ਪਾਤਸ਼ਾਹ ਜੀ ਨੇ ਆਖਿਆ ਹੈ ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਹੈ, ਸਦਾ ਇੱਥੋਂ ਤੱਕ ਜਿਹੜਾ ਇਹ ਇੱਥੇ ਨਿਭਣ ਵਾਲਾ ਹੈ। ਉਹਦਾ ਨਾਮ ਜਿਹੜਾ ਇਹਨਾਂ ਰਚਨਹਾਰ ਜਿਹੜਾ ਇਹ ਕਰਨ ਵਾਲਾ ਕੋਈ ਨਹੀਂ ਹੈ। ਕਰਤਾ ਪੁਰਖ, ਸਾਰਿਆਂ ਦਾ ਕਰਤਾ ਉਹ ਆਪ ਹੈ। ਉਹਦੇ ਵਰਗਾ ਜਿਹੜਾ ਕੋਈ ਵੀ ਹੋ ਨਹੀਂ ਸਕਦਾ। ਪੁਰਖ ਪਾਤਸ਼ਾਹ ਜੀ ਦੇ ਵਰਗਾ ਜਿਹੜਾ ਅਕਾਲ ਪੁਰਖ ਵਰਗਾ ਜਿਹੜਾ ਹੋਰ ਕੋਈ ਨਹੀਂ ਹੋ ਸਕਦਾ। ਨਿਰਭਉ, ਉਹਨੂੰ ਕਿਸੇ ਦਾ ਇੱਥੋਂ ਤੱਕ ਭੈ ਨਹੀਂਗਾ, ਡਰ ਨਹੀਂਗਾ। ਨਿਰਵੈਰ, ਉਹਦਾ ਕਿਸੇ ਦੇ ਨਾਲ ਵੈਰ ਨਹੀਂਗਾ ਕਿ ਉਹ ਕਿਸੇ ਨਾਲ ਵੈਰ ਕਮਾਵੇ। ਅਕਾਲ ਮੂਰਤ, ਪਾਤਸ਼ਾਹ ਕਹਿਣ ਲੱਗੇ ਕਿ ਦੇਖੋ ਉਹ ਸਾਰੀਆਂ ਚੀਜ਼ਾਂ ਤੋਂ ਪਰੇ ਤਾਂ ਇੱਕ ਗੱਲ ਹੈ ਕਿ ਮੌਤ ਤੋਂ ਵੀ ਰਹਿਤ ਹੈ। ਉਹਦੇ ਤੇ ਮੌਤ ਜਿਹੜਾ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਕਿਉਂਕਿ ਉਹ ਸਰੀਰਕ ਜਾਮੇ ਵਿੱਚ ਨਹੀਂ ਜਿਹੜਾ ਇਹ ਆ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ, ਇੱਥੋਂ ਤੱਕ ਨਾ ਉਹਦਾ ਕੋਈ ਪਾਰਟ ਨਾ ਕੋਈ ਸਰੀਰ ਹੈ। ਕਹਿਣ ਲੱਗੇ ਉਹ ਜੂਨਾਂ ਤੋਂ ਰਹਿਤ ਹੈ, ਮੌਤ ਤੋਂ ਮੁਕਤ ਹੈ। ਮੂਰਤ, ਉਹਦੀ ਕੋਈ ਮੂਰਤ ਜਿਹੜੀ ਨਹੀਂ ਹੋ ਸਕਦੀ। ਕੋਈ ਕਹੀਏ ਕਿ ਚਿੱਤਰਕਲਾ ਹੋਵੇ, ਉਹਦੀ ਮੂਰਤੀ ਕੋਈ ਨਹੀਂ। ਆਯੂਨੀ, ਜੂਨਾਂ ਤੋਂ ਵੀ ਮੇਰੇ ਪਾਤਸ਼ਾਹ ਜੀ ਰਹਿਤ ਨੇ। ਸੈਭੰ, ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ। ਗੁਰ ਪ੍ਰਸਾਦ, ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਦੇ ਸਦਕਾ ਉਸ ਅਕਾਲ ਪੁਰਖ ਨੂੰ ਜਿਹੜਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਗੇ ਕਵੀ ਜੀ ਬੇਨਤੀ ਕਰ ਰਹੇ ਨੇ, ਚੌਪਈ ਇਹ ਸਲੋਕ ਪਠ ਕਰ ਮੁਖ ਆਸ਼ੇ। ਕਹਿਣ ਲੱਗੇ ਇਹ ਸ਼ਲੋਕ ਸੁੰਦਰ ਮੁਖਾਰ ਬਿੰਦ ਤੋਂ ਪੜਨ ਤੋਂ ਪਿੱਛੋਂ ਸਤਿਗੁਰੂ ਜੀ ਨੇ ਅੱਗੇ ਬਚਨ ਜਿਹੜਾ ਬਖਸ਼ਿਆ ਸੀ, ਆਵੋ ਗਮਨੇ ਹਮਰੇ ਪਾਸ਼ੇ। ਕਹਿਣ ਲੱਗੇ ਕਿ ਇਹ ਜਿਹੜਾ ਮੂਲ ਮੰਤਰ ਜਿਹੜਾ ਸਾਨੂੰ ਸੁਣਾਇਆ ਪਾਤਸ਼ਾਹ ਜੀ ਮੁਖਾਰ ਬਿੰਦ ਤੋਂ ਪੜਿਆ ਹੈ, ਤੇ ਗੁਰੂ ਜੀ ਨੇ ਅੱਗੇ ਕਿਹਾ ਕਿ ਸਾਡੇ ਪਿੱਛੇ ਪਿੱਛੇ ਜਿਹੜਾ ਇਹਨਾਂ ਤੁਰੇ ਚੱਲੋ। ਅਸ ਕਹਿ ਸਾਗਰ ਪਰ ਗੁਣ ਖਾਨੀ। ਤੇ ਇਸੇ ਤਰ੍ਹਾਂ ਕਹਿ ਕੇ ਗੁਣਾਂ ਦੀ ਖਾਨ ਗੁਰੂ ਜੀ ਸਮੁੰਦਰ ਉੱਤੇ ਜਿਹੜਾ ਚੱਲ ਰਹੇ ਨੇ। ਚਲੇ ਜਾਤ ਪਗ ਸ਼ਵੈਤ ਨ ਪਾਨੀ। ਕਹਿਣ ਲੱਗੇ ਕਵੀ ਜੀ ਨੇ ਬੇਨਤੀ ਕੀਤੀ ਹੈ, ਚਲੇ ਜਾਤ ਪਗ ਸ਼ਵੈਤ ਨਾ ਪਾਣੀ। ਉਹਨਾਂ ਦੇ ਚਰਨਾਂ ਨੂੰ ਇੱਥੋਂ ਤੱਕ ਪਾਣੀ ਜਿਹੜਾ ਹੈ ਨਾ ਛੂਹ ਨਹੀਂ ਰਿਹਾ। ਜਿਸ ਤਰ੍ਹਾਂ ਸਿੱਖਾਂ ਨੇ ਵਿਚਾਰ ਰੱਖੀ, ਪਾਤਸ਼ਾਹ ਜੀ ਮੂਲ ਮੰਤਰ ਉਚਾਰਨ ਕਰਦੇ ਗਏ, ਉਸੇ ਤਰ੍ਹਾਂ ਤੁਰੇ ਜਾ ਰਹੇ ਨੇ। ਸ੍ਰੀ ਗੁਰ ਪਾਸ਼ੇ ਮੈਂ ਮਰਦਾਨਾ। ਤੇ ਭਾਈ ਮਰਦਾਨਾ ਜੀ ਦੇਖੋ ਕਹਿਣ ਲੱਗੇ ਕਿ ਗੁਰੂ ਦੇ ਪਿੱਛੇ ਭਾਈ ਬਾਲਾ ਜੀ ਗੁਰੂ ਅੰਗਦ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਮੇਰੇ ਪਾਤਸ਼ਾਹ ਦੀਨ ਦੁਨੀਆ ਦੇ ਦੂਸਰੇ ਮਾਲਕ ਜੀਓ, ਮਵੀ ਨਵਾਣਾ ਜਾਂ ਸਿੱਖ ਉਹਨਾਂ ਦੇ ਮਗਰ ਸੀ। ਸਤਿਗੁਰੂ ਜੀ ਅੱਗੇ ਅੱਗੇ ਸੀ, ਅਸੀਂ ਮਗਰ ਮਗਰ ਜਿਹੜਾ ਇਹ ਪਾਤਸ਼ਾਹ ਚੱਲ ਰਹੇ ਸੀ। ਤਿਉਂ ਹੀ ਕੀਨੋ ਹਮ ਪ੍ਰਸਥਾਨਾ। ਕਹਿਣ ਲੱਗੇ ਜਿਸ ਤਰ੍ਹਾਂ ਗੁਰੂ ਅੱਗੇ ਅੱਗੇ ਚੱਲਦਾ ਸੀ, ਉਸੇ ਤਰ੍ਹਾਂ ਇਹ ਦੋਵੇਂ ਉਹਦੇ ਲਾਡਲੇ ਸਿੱਖ ਜਿਹੜੇ ਸੀ ਮਗਰ ਮਗਰ ਜਿਹੜਾ ਚੱਲ ਰਹੇ ਨੇ। ਭੀਗਿਓ ਕਹੂੰ ਨ ਜਲ ਮੇ ਚਰਨਾ। ਤੇ ਤਾਰਨਹਾਰੇ ਗੁਰੂ ਨੇ ਤੋਂ ਤੱਕ ਐਸੀ ਕਿਰਪਾ ਆਪਣੇ ਸਿੱਖਾਂ ਤੇ ਵੀ ਕਰ ਦਿੱਤੀ ਹੈ। ਕਰੁਣਾ ਕੀਨ ਤਾਰਨ ਤਰਨਾ। ਕਹਿਣ ਲੱਗੇ ਕਿ ਸਾਡੇ ਤੇ ਤੋਂ ਤੱਕ ਜਿਹੜੀ ਇੰਨੀ ਰਹਿਮਤ ਹੋ ਗਈ, ਸਾਡੇ ਪੈਰ ਵੀ ਕਿਤੇ ਪਾਣੀ ਦੇ ਨਾਲ ਮੇਰੇ ਪਾਤਸ਼ਾਹ ਜੀ ਭਿੱਜੇ ਤੱਕ ਨਹੀਂ ਸੀ। ਜਾਏ ਪਹੁੰਚੇ ਥੋ ਇੱਕ ਟਾਪੂ। ਇੱਕ ਥਾਂ ਤੇ ਇੱਕ ਟਾਪੂ ਜਿਹੜਾ ਇਹ ਸਾਨੂੰ ਨਜ਼ਰ ਆਇਆ ਸੀ, ਉੱਥੇ ਜਾ ਕੇ ਪਹੁੰਚ ਚੁੱਕੇ ਸੀ। ਨਾਮ ਜਪਾਇਓ ਸੰਕਟ ਖਾਪੂ। ਉੱਥੇ ਗੁਰੂ ਜੀ ਨੇ ਸਾਨੂੰ ਦੁੱਖਾਂ ਦੇ ਨਾਸ ਕਰਨ ਵਾਲੇ ਇੱਥੋਂ ਤੱਕ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਇਹ ਨਾਮ ਜਪਾਇਆ ਹੈ। ਨਾਗਾ ਬੰਦਰ ਤਾਂ ਕੋ ਨਾਮਾ। ਉਹਦਾ ਨਾਮ, ਟਾਪੂ ਦਾ ਨਾਮ ਜਿਹੜਾ ਇਹ ਨਾਗਾ ਬੰਦਰ ਕਰਕੇ ਜਿਹੜਾ ਇਤਿਹਾਸ ਵਿੱਚ ਕਵੀ ਜੀ ਕਹਿੰਦੇ ਆਉਂਦਾ ਹੈ। ਕੋਨ ਆਗੇ ਗਵਨੇ ਸੁਖ ਧਾਮਾ। ਫਿਰ ਸੁੱਖਾਂ ਦੇ ਘਰ ਗੁਰੂ ਜੀ ਅੱਗੇ ਵੱਲ ਨੂੰ ਤੁਰ ਪਏ ਹਨ। ਖੁਦੋ ਦੇਸ਼ ਜੈ ਸੰਗਲਾ ਦੀਪਾ। ਉੱਥੇ ਇੱਕ ਸੰਗਲਾ ਦੀਪ ਦਾ ਦੇਸ਼ ਜਿਹੜਾ ਹੈ ਨਾ, ਉੱਥੋਂ ਦੇ ਲੋਕ ਜਿਹੜੇ ਸੰਗਲਾ ਦੀਪ ਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦੇ।
ਕਹਿਣ ਲੱਗੇ ਉੱਥੇ ਇੱਕ ਸੰਗਲਾ ਦੀਪ ਨਾਮ ਦਾ ਸ਼ਹਿਰ ਜਿਹੜਾ ਹੈ ਬਹੁਤ ਵੱਡਾ ਹੈ। ਪਹੁੰਚੇ ਤਾਂ ਕੇ ਜਾਏ ਸਮੀਪਾ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਮਹਾਰਾਜ ਜੀ, ਅਸੀਂ ਜਦੋਂ ਆਪਣੇ ਪਾਤਸ਼ਾਹ ਜੀ ਦੇ ਨਾਲ ਉੱਥੇ ਲਾਗੇ ਜਿਹੜਾ ਇਹ ਸੰਗਲਾ ਦੀਪ ਦੇ ਨੇੜੇ ਪਹੁੰਚੇ ਸੀ, ਰਾਜੇ ਕੋ ਅਰਦਾਨਿਓ ਕਰਕੇ। ਉੱਥੋਂ ਦੇ ਰਾਜੇ ਦੁਆਰਾ ਯਾਦ ਕਰਕੇ ਤੇ ਉਹਦੀ ਸੇਵਾ ਦਾ ਵਿਚਾਰ ਕਰਕੇ ਉੱਥੇ ਅਸੀਂ ਜਿਹੜਾ ਇਹ ਫਿਰ ਗਏ, ਕਿਉਂਕਿ ਉਹਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਦਿਲੋਂ ਯਾਦ ਕੀਤਾ। ਪਾਤਸ਼ਾਹ ਜੀ ਜਿੱਧਰ ਨੂੰ ਲੈ ਕੇ ਗਏ ਸੀ ਉਧਰ ਨੂੰ ਰਵਾਨਾ ਹੋ ਕੇ ਚਲੇ ਗਏ ਦੇਸ਼ ਤਹਿ ਸੇਵ ਵਿਚਰਕੈ। ਉਹਨੇ ਅੰਦਰੇ ਭਾਵਨਾ ਰੱਖੀ ਸੀ ਕਿ ਪਾਤਸ਼ਾਹ ਜੀ ਦੀ ਸੇਵਾ ਕਰਨ ਦਾ ਇੱਥੋਂ ਤੱਕ ਜਜ਼ਬਾ ਮੇਰੇ ਅੰਦਰ ਪੈਦਾ ਹੋਵੇ, ਮੈਂ ਇੱਥੋਂ ਤੱਕ ਆਪਣੇ ਮਾਲਕ ਗੁਰੂ ਨਾਨਕ ਮਹਾਰਾਜ ਜੀ ਦੀ ਸੱਚੇ ਮਨ ਦੇ ਨਾਲ ਸੇਵਾ ਕਰਨੀ ਹੈ। ਦੋਹਰਾ ਤਹ ਨਿਰਪਕੋ ਉਪਬਨਹਤੋ ਸੁਸ਼ਕ ਖਰੋ ਜਹ ਥਾਨ। ਕਹਿਣ ਲੱਗੇ ਰਾਜੇ ਦਾ ਉਹ ਥਾਂ ਸੀ ਜਿੱਥੇ ਉਹਦਾ ਬਾਗ ਐ ਸੁੱਕਿਆ ਪਿਆ ਹੈ। ਸ੍ਰੀ ਗੁਰੂ ਪ੍ਰਵੇਸ਼ੇ ਤਾ ਸਮਹਿ ਦਾਸਨ ਕੇ ਸੁਖ ਦਾਨ। ਆਪਣੇ ਸੇਵਕਾਂ ਨੂੰ ਸੁੱਖ ਤੇ ਦਾਨ ਜਿਹੜਾ ਇਹ ਦੇਣ ਵਾਲੇ ਪਾਤਸ਼ਾਹ ਜੀ ਉਸ ਥਾਂ ਤੇ ਜਾ ਕੇ ਬਿਰਾਜੇ ਨੇ। ਕਹਿਣ ਲੱਗੇ ਜਿੱਥੇ ਰਾਜੇ ਦਾ ਬਾਗ ਇੱਥੋਂ ਤੱਕ ਸੁੱਕਾ ਪਿਆ ਸੀ ਨਾ, ਉਸ ਬਾਗ ਦੇ ਵਿੱਚ ਪਾਤਸ਼ਾਹ ਜੀ ਨੇ ਜਾ ਕੇ ਇੱਥੋਂ ਤੱਕ ਨਿਵਾਸ ਕੀਤਾ ਹੈ। ਚੌਪਾਈ ਚਰਨ ਕਮਲ ਜਬ ਤੇਠਾਂ ਪਾਏ। ਗੁਰੂ ਜੀ ਨੇ ਦੇਖੋ ਜਦੋਂ ਉੱਥੇ ਚਰਨ ਆਪਣੇ ਪਾਏ ਨੇ, ਕਹਿਣ ਲੱਗੇ ਸੁੱਕਿਆ ਹੋਇਆ ਜਿਹੜਾ ਬ੍ਰਿਸ਼ ਸੀ ਨਾ, ਉਹ ਵੀ ਵੇਖ ਕੇ ਗੁਰੂ ਦਾ ਚਿਹਰਾ ਜਦੋਂ ਤੱਕਦਾ ਹੈ ਉਹ ਵੀ ਖਿੜ ਜਾਂਦਾ ਹੈ। ਸੁੱਕੇ ਹੋਏ ਜਿਹੜੇ ਇੱਥੋਂ ਤੱਕ ਬ੍ਰਿਸ਼ ਨੇ ਉਹ ਵੀ ਹਰੇ ਹੋ ਗਏ ਜਦੋਂ ਸਤਿਗੁਰੂ ਦੇ ਉੱਥੇ ਚਰਨ ਪਏ ਹਨ। ਸੂਕੇ ਬਿਟ ਪਰ ਰਹੇ ਹਵਾ ਆਏ। ਜਿਹੜੇ ਕਾਫੀ ਸਮੇਂ ਤੋਂ ਸੁੱਕ ਰਹੇ ਸੀ ਨਾ ਬੂਟੇ, ਉਹ ਵੀ ਦੇਖੋ ਗੁਰੂ ਨਾਨਕ ਨੂੰ ਦੇਖ ਕਰਕੇ, ਪਾਤਸ਼ਾਹ ਜੀ ਨੂੰ ਦੇਖ ਕਰਕੇ ਉਹ ਵੀ ਆਪਣੇ ਜਿਹੜਾ ਇਹਨਾਂ ਪੱਤੇ ਖਿੜਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ, ਹਰਿਆਲੀ ਉਹਨਾਂ ਤੇ ਵੀ ਆਉਣੀ ਸ਼ੁਰੂ ਹੋ ਗਈ ਹੈ। ਸੁੰਦਰ ਸ਼ਾਖਾ ਦਲ ਫਲ ਫੂਲਾ। ਕਹਿਣ ਲੱਗੇ ਸੋਹਣੀਆਂ ਟਾਹਣੀਆਂ ਤੇ ਪੱਤੇ ਨੇ ਉਹ ਵੀ ਇੱਥੋਂ ਤੱਕ ਬੜੇ ਸੋਭਨੀਕ ਲੱਗਦੇ ਨੇ। ਫਲ ਤੇ ਫੁੱਲਾਂ ਨਾਲ ਸੋਭਨੀਕ ਹੋਰ ਜਿਹੜਾ ਇਹਨਾਂ ਰੁੱਖ ਜਿਹੜੇ ਬੜੇ ਵਧੀਆ ਤਰੀਕੇ ਦੇ ਲੱਗ ਰਹੇ ਨੇ। ਸੋਹਤ ਭਾ ਸਭ ਮਨ ਅਨਕੂਲਾ। ਉਹ ਸਾਰਿਆਂ ਦੇ ਮਨਾਂ ਦੇ ਅੰਦਰ ਜਿਹੜੀਆਂ ਇਹਨਾਂ ਵਿਚਾਰਾਂ ਇਹ ਲੱਗਣ ਲੱਗ ਪਈਆਂ ਸੀ। ਜਬੈ ਨਗਰ ਕੇ ਲੋਕਨ ਦੇਖਾ। ਕਹਿਣ ਲੱਗੇ ਕਿ ਜਦੋਂ ਸ਼ਹਿਰ ਦੇ ਲੋਕਾਂ ਨੇ ਇਹ ਵੇਖਿਆ ਕਿ ਉਹਨਾਂ ਦੇ ਮਨਾਂ ਨੂੰ ਬਹੁਤ ਹੀ ਹੈਰਾਨੀ ਪੈਦਾ ਹੋਈ ਕਿ ਜਿਹੜਾ ਬੀਆਬਾਨ ਜੰਗਲ ਇੱਥੋਂ ਤੱਕ ਸੁੱਕਾ ਪਿਆ ਸੀ, ਕਦੇ ਨਾ ਹਰਿਆ ਹੋਣ ਵਾਲਾ, ਤੇ ਇੱਕ ਜਿਹੜੇ ਮਹਾਤਮਾ ਨੇ ਆ ਕੇ ਆਪਣੇ ਚਰਨ ਪਾਏ ਨੇ, ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਜਿਉਂ ਚਰਨ ਪਾਏ ਹਰਿਆਲੀ ਉੱਥੇ ਆਈ। ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹਦਾ ਇੱਥੋਂ ਤੱਕ ਜਿਹੜਾ ਇਹਨਾਂ ਭਾਣਾ ਕੋਈ ਨਹੀਂ ਲੱਗ ਸਕਦਾ। ਗੁਰੂ ਨਾਨਕ ਮਹਾਰਾਜ ਜੀ ਆਪ ਖੁਦ ਇੱਥੋਂ ਤੱਕ ਜਾਣਦੇ ਨੇ ਕਿ ਕਿਸ ਤਰ੍ਹਾਂ ਦੀ ਵਿਚਾਰ ਜਿਹੜੀ ਅਸੀਂ ਪੈਦਾ ਕਰਨੀ। ਜੇ ਇੱਥੋਂ ਤੱਕ ਅਸੀਂ ਧੁੱਪ ਸੇਕਦੇ ਹਾਂ ਗੁਰੂ ਦੀ ਕਿਰਪਾ ਸਦਕਾ, ਛਾਂ ਲੈਂਦੇ ਇੱਥੋਂ ਤੱਕ ਗੁਰੂ ਦੀ ਕਿਰਪਾ ਦੇ ਸਦਕਾ, ਪਵਨ ਵਗਦੀ ਹੈ ਗੁਰੂ ਦੇ ਭੈ ਦੇ ਵਿੱਚ। ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਕਰਦੇ ਨੇ ਕਿ ਜਦੋਂ ਇਸ ਸਾਰੀ ਕੁਦਰਤ ਦੇ ਵੱਲ ਦੇਖਿਆ ਜਾਵੇਗਾ, ਕੁਦਰਤ ਦੀਆਂ ਝਾਕੀਆਂ ਵੱਲ ਦੇਖਿਆ ਜਾਵੇਗਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਹਵਾ ਵੀ ਉਹਦੇ ਭੈ ਵਿੱਚ ਵਗ ਰਹੀ ਹੈ, ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਵੀ ਉਹਦੇ ਭੈ ਵਿੱਚ ਜਿਹੜੀਆਂ ਚੱਲ ਰਹੀਆਂ ਨੇ। ਜਿੱਥੇ ਸਤਿਗੁਰੂ ਨੇ ਚਰਨ ਰੱਖੇ ਸ਼ੁਰੂ ਕੀਤੇ ਹੋਣਗੇ, ਕਿਉਂ ਨਹੀਂ ਉਹ ਵੀ ਪਾਣੀ ਉਹਦੇ ਭੈ ਵਿੱਚ ਚੱਲਦਾ ਪਿਆ। ਜੇ ਚਾਹੇ ਗੁਰੂ ਨਾਨਕ ਮਹਾਰਾਜ ਜੋ ਚਾਹੁਣ ਉਹ ਕਰ ਸਕਦੇ, ਕਿਉਂਕਿ ਉਹਨਾਂ ਦੀ ਕਲਾ ਹੈ, ਉਹਨਾਂ ਦੇ ਦੁਆਰਾ ਕੀਤੀਆਂ ਹੋਈਆਂ ਰਚਿਤ ਜਿਹੜੀਆਂ ਚੀਜ਼ਾਂ ਇਸ ਸੰਸਾਰ ਦੇ ਵਿੱਚ। ਪਾਤਸ਼ਾਹ ਜੀ ਨੇ ਜਿਉਂ ਚਰਨ ਪਾਏ ਨੇ, ਕਹਿਣ ਲੱਗੇ ਉਹ ਬਾਗ ਜਿਹੜਾ ਇਹਨਾਂ ਹਰਿਆ ਭਰਿਆ ਹੋਇਆ, ਤੇ ਲੋਕੀ ਉਸ ਬੀਆਬਾਨ ਜੰਗਲ ਨੂੰ ਵੇਖ ਕੇ ਹੈਰਾਨ ਹੋ ਚੁੱਕੇ ਸੀ। ਹਿਰਦੈ ਸਬਨ ਆਚਰਜ ਵਿਸੇਖਾ। ਕਹਿਣ ਲੱਗੇ ਸਾਡੇ ਅੰਦਰ ਬਸ ਅਚੰਭਾ ਜਿਹਾ ਪੈਦਾ ਹੋ ਗਿਆ ਹੈ, ਹੈਰਾਨੀ ਜਿਹੜੀ ਇਹ ਪੈਦਾ ਹੋ ਗਈ ਹੈ। ਬਾਗਵਾਨ ਤਬ ਹੀ ਸੁਧ ਪਾਈ। ਬਾਗਬਾਨ ਮਾਲੀ ਨੂੰ ਜਿਉਂ ਖਬਰ ਮਿਲੀ ਹੈ ਨਾ, ਜਿਹੜਾ ਬਾਗ ਦਾ ਇੱਥੋਂ ਤੱਕ ਮਾਲੀ ਸੀ, ਸੰਗਲਾ ਦੀਪ ਦੇ ਰਾਜੇ ਸ਼ਿਵਨਾਮ ਨੇ ਇੱਥੋਂ ਤੱਕ ਜਿਹੜਾ ਮਾਲੀ ਆਪਣੇ ਬਾਗ ਵਿੱਚ ਰੱਖਿਆ ਸੀ ਕਿ ਇਹਦੀ ਦੇਖਭਾਲ ਕਰਨੀ ਹੈ, ਤੇ ਉਹਨੇ ਆ ਕੇ ਗੁਰੂ ਜੀ ਦੇ ਚਰਨ ਜਿਹੜੇ ਹੈ ਨਾ ਉਹ ਦੇਖੇ ਨੇ। ਤੇ ਫਿਰ ਦੇਖੋ ਆ ਕੇ ਚਰਨਾਂ ਦੇ ਵਿੱਚ ਜਿਹੜਾ ਕਹਿਣ ਲੱਗੇ ਇਹਨੇ ਸੀਸ ਝੁਕਾਇਆ ਹੈ, ਆਨ ਗੁਰੂ ਪਗ ਗਰੀਬ ਨਿਵਾਈ। ਸੀਸ ਜਿਹੜਾ ਇਹਨਾਂ ਬਾਗ ਦੇ ਮਾਲੀ ਨੇ ਆ ਕੇ ਝੁਕਾਇਆ, ਕਹਿਣ ਲੱਗੇ ਬੜੇ ਹੀ ਧੰਨਤਾ ਦੇ ਯੋਗ ਉਹ ਆਪ ਸਾਡੇ ਬਾਗ ਵਿੱਚ ਚਰਨ ਪਾਏ। ਬੀਆਬਾਨ ਜੰਗਲ ਸੀ, ਸੁੱਕਿਆ ਸੀ, ਕੋਈ ਟਾਹਣੀ ਤੇ ਪੱਤਾ ਨਜ਼ਰ ਨਹੀਂ ਸੀ ਆਉਂਦਾ, ਜਿਉਂ ਤੁਹਾਡੇ ਚਰਨ ਪਏ ਬਾਗ ਵੀ ਖਿੜ ਗਿਆ ਹੈ। ਹਰਖ ਕੀਨ ਤਿਨ ਹਿਰਦੈ ਵਿਸਾਲਾ। ਉਹ ਮਨ ਹੀ ਮਨ ਦੇ ਵਿੱਚ
ਖੁਸ਼ ਹੋਇਆ ਤੇ ਜਾ ਕੇ ਕਹਿਣ ਲੱਗੇ ਪੁਨ ਗਵਨਿਓ ਜੈ ਹੁਤੇ ਭਵਾਨਾ। ਉਹਨੇ ਜਾ ਕੇ ਦੇਖੋ ਕਹਿਣ ਲੱਗੇ ਕਿ ਰਾਜੇ ਦੇ ਚਰਨਾਂ ਵਿੱਚ ਜਿਹੜੀ ਬੇਨਤੀ ਕਰ ਦਿੱਤੀ ਜਾਏ ਸਭਾ ਮਹਿ ਗਿਰਾ ਉਬਾਚੀ। ਤੇ ਉਹਨੇ ਜਾ ਕੇ ਭਰੀ ਸਭਾ ਦੇ ਵਿੱਚ ਇਉਂ ਬੇਨਤੀ ਕਰ ਦਿੱਤੀ ਹੈ। ਸੁਨੋ ਬਾਤ ਭੂਪਤ ਮਮ ਸਾਚੀ। ਕਹਿਣ ਲੱਗੇ ਰਾਜਨ ਇੱਕ ਗੱਲ ਜਿਹੜੀ ਹੈ ਨਾ ਬੜੀ ਗੰਭੀਰ ਤੇ ਇਤੋਂ ਤੱਕ ਡੂੰਘੀ ਹੈ, ਸੱਚੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਹਾਂ। ਉੱਤਮ ਸੰਤ ਏਕ ਚਲ ਆਇਓ। ਇੱਕ ਬਹੁਤ ਹੀ ਸ੍ਰੇਸ਼ਟ ਸੰਤ ਆਪਣੇ ਬਾਗ ਵਿੱਚ ਆ ਪੁੱਜੇ ਹਨ। ਸੂਕੇ ਉਪਬਨ ਪਗ ਜਬ ਪਾਇਓ। ਕਹਿਣ ਲੱਗੇ ਜਿਉਂ ਉਹਨਾਂ ਨੇ ਆਪਣੇ ਚਰਨ ਬਾਗ ਵਿੱਚ ਪਾਏ ਨੇ ਨਾ ਤੇ ਬਾਗ ਇੱਥੋਂ ਤੱਕ ਜਿਹੜਾ ਇਹਨਾਂ ਐ ਨਿਹਾਲ ਹੋ ਗਿਆ ਸੀ, ਹਰਿਆਲੀ ਉਹਦੇ ਵਿੱਚ ਆ ਗਈ। ਹਰਿਆ ਹੋਤ ਪਇਓ ਤਤਕਾਲਾ। ਸੁੱਕੇ ਬਾਗ ਵਿੱਚ ਪੈਰ ਪਾਏ ਤੇ ਤੁਰੰਤ ਹਰਿਆਲੀ ਆਉਣ ਵਾਲੀ ਭਾਵਨਾ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਆਪ ਖੁਦ ਜਾਣਦੇ ਹਨ। ਜਹ ਕੋ ਦਰਸ਼ਨ ਕਰਤ ਨਿਹਾਲਾ। ਤੇ ਉਹਨਾਂ ਦੇ ਦਰਸ਼ਨ ਮੈਂ ਕੀਤੇ ਨੇ, ਮੈਨੂੰ ਇੱਥੋਂ ਤੱਕ ਉਹਨਾਂ ਵਿੱਚੋਂ ਰੱਬ ਦਾ ਰੂਪ ਜਿਹੜਾ ਨਜ਼ਰ ਆਇਆ। ਮੈਨੂੰ ਤਾਂ ਇੱਥੋਂ ਤੱਕ ਰੱਬ ਦੀ ਰੂਹ ਹੀ ਜਿਹੜਾ ਹੈ ਉਹ ਨਜ਼ਰ ਆਉਂਦੇ ਹਨ। ਤਵੈ ਚੇਲੇ ਹੈ ਤਾਂ ਕੇ ਸੰਗਾ। ਕਹਿਣ ਲੱਗੇ ਉਹਦੇ ਨਾਲ ਜਿਹੜੇ ਦੋ ਚੇਲੇ ਨੇ, ਭਾਈ ਮਰਦਾਨਾ ਜੀ ਸੀ, ਭਾਈ ਬਾਲਾ ਜੀ ਸੀ। ਚਲੋ ਨਿਕਟ ਤਹ ਧਾਰ ਉਮੰਗਾ। ਕਹਿਣ ਲੱਗੇ ਉਹਨੇ ਜਾ ਕੇ ਬਾਗ ਦੇ ਮਾਲੀ ਨੇ ਆਖਿਆ ਰਾਜੇ ਸ਼ਿਵਨਾਮ ਨੂੰ ਕਿ ਤੁਸੀਂ ਮਨ ਵਿੱਚ ਕੋਈ ਇੱਛਾ ਧਾਰਨ ਕਰਕੇ ਉਹਨਾਂ ਦੇ ਕੋਲ ਚਲੋ ਜੀ। ਸੁਨਤ ਸ਼ਰਨ ਭੂਪਤ ਹਰ ਖਾਇਓ। ਰਾਜਾ ਇਹ ਗੱਲ ਸੁਣ ਕੇ ਮਾਲੀ ਦੇ ਜੀਭਾ ਤੋਂ ਬੜਾ ਖੁਸ਼ ਹੋਇਆ ਹੈ। ਮੰਤਰੀ ਆਪਣੋ ਨਿਕਟ ਬੁਲਾਇਓ। ਉਹਨੇ ਆਪਣੇ ਮੰਤਰੀ ਨੂੰ ਜਿਹੜਾ ਕੋਲ ਬੁਲਾਇਆ। ਰਾਜੇ ਜਿਹੜੇ ਦਰਬਾਰ ਵਿੱਚ ਇੱਥੋਂ ਤੱਕ ਮੰਤਰੀ ਰੱਖਦੇ ਨੇ, ਵਿੱਤ ਮੰਤਰੀ, ਵਿਦੇਸ਼ ਮੰਤਰੀ, ਸਲਾਹਕਾਰ ਮੰਤਰੀ, ਸਾਰੇ ਇੱਥੋਂ ਤੱਕ ਜਿਹੜੇ ਰੱਖੇ ਨੇ। ਕਹਿਣ ਲੱਗੇ ਆਪਣੇ ਉਹਨੇ ਮੰਤਰੀ ਨੂੰ ਆਪਣੇ ਕੋਲ ਜਿਹੜਾ ਇਹ ਬੁਲਾ ਲਿਆ ਹੈ। ਤੈ ਕੇ ਸੰਗ ਕਹੀ ਇਹ ਬਾਣੀ। ਤੇ ਆਖਣ ਲੱਗੇ ਮੰਤਰੀ ਨੂੰ ਬੁਲਾ ਕੇ ਗੱਲ ਜਿਹੜੀ ਮੰਤਰੀ ਨੂੰ ਕਹਿ ਰਹੇ ਨੇ, ਜਾਵੋ ਨਿਕਟ ਸੰਤ ਸੁਖਦਾਨੀ। ਤੁਸੀਂ ਸੁੱਖਾਂ ਦੇ ਦਾਤੇ ਉਸ ਸੰਤ ਦੇ ਪਾਸ ਜਿਹੜਾ ਜਾਓ ਤੇ ਚੰਗੀ ਤਰ੍ਹਾਂ ਪੜਤਾਲ ਜਿਹੜੀ ਕਰਕੇ ਵਾਪਸ ਆਉਣਾ। ਜੇ ਸ਼੍ਰੀ ਨਾਨਕ ਆਗਮ ਕੀਨਾ। ਇਹ ਪਰਖ ਜਿਹੜੀ ਕਰ ਲੈਣੀ ਕਿ ਇੱਥੇ ਨਾਨਕ ਜੀ ਨੇ ਹੀ ਇੱਥੋਂ ਤੱਕ ਜਿਹੜੇ ਆਉਣਾ ਸੀ, ਕਿਤੇ ਉਹਨਾਂ ਨੇ ਇੱਥੋਂ ਤੱਕ ਆਪਣੇ ਚਰਨ ਤੇ ਨਹੀਂ ਪਾਏ। ਦੇਖ ਕੇ ਜਿਹੜਾ ਚੰਗੀ ਤਰ੍ਹਾਂ ਸਲਾਹ ਲੈ ਕੇ ਉਹਨਾਂ ਦੀ ਜਾਣ ਪਛਾਣ ਕਰਕੇ ਸਾਡੇ ਕੋਲ ਤੁਰੰਤ ਚਲੇ ਆਵੋ। ਕਰੋ ਪਰਖ ਪਲ ਬਿਦਲਿਓ ਚੀਨਾ। ਕਹਿਣ ਲੱਗੇ ਕਿ ਪਰਖ ਕਰਕੇ ਜਿਹੜਾ ਚੰਗੀ ਤਰ੍ਹਾਂ ਆਓ। ਮੰਤਰੀ ਪਰਸ਼ੁਰਾਮ, ਮੰਤਰੀ ਦਾ ਨਾਮ ਸੀ ਪਰਸ਼ੁਰਾਮ। ਰਾਜੇ ਨੇ ਆਪਣੇ ਨੇ ਇੱਥੋਂ ਤੱਕ ਆਪਣੇ ਮੰਤਰੀ ਪਰਸ਼ੁਰਾਮ ਨੂੰ ਹੁਕਮ ਜਿਹੜਾ ਕਰਕੇ ਭੇਜ ਦਿੱਤਾ। ਪਰਸ਼ੁਰਾਮ ਸੁਨ ਬਚ ਅਵਨੀਪਾ। ਤੇ ਇਸੇ ਤਰ੍ਹਾਂ ਰਾਜੇ ਦਾ ਹੁਕਮ ਸੁਣ ਕੇ ਪਰਸ਼ੁਰਾਮ ਜਿਹੜਾ ਆਪਣੇ ਨਾਲ ਸੁੰਦਰ ਭੋਜਨ ਲੈ ਕੇ ਜਿਹੜਾ ਇਹ ਚਲੇ ਗਿਆ ਹੈ। ਸੁੰਦਰ ਭੋਜਨ ਲੀਨ ਸਮੀਪਾ। ਜਿੱਥੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਬਾਗ ਦੇ ਵਿੱਚ ਐ ਬੈਠੇ ਬਰਾਜੇ ਹੋਏ ਨੇ। ਗਮਨਿਓ ਉਪਬਨ ਕੋ ਤਤਕਾਲਾ। ਤੇ ਤੁਰੰਤ ਹੀ ਉਸੇ ਬਾਗ ਵੱਲ ਨੂੰ ਜਾ ਜਿਹੜਾ ਇਹ ਪਹੁੰਚਿਆ। ਕਹਿਣ ਲੱਗੇ ਕਿ ਰਵਾਨਾ ਹੋ ਚੁੱਕਾ ਸੀ ਮੰਤਰੀ ਪਰਸ਼ੁਰਾਮ। ਜਹਾਂ ਬਿਰਾਜਤ ਦੀਨ ਦਿਆਲਾ। ਤੇ ਐਸੀਆਂ ਜਿਹੜੀਆਂ ਵਿਚਾਰਾਂ ਹੁਣ ਦੀਨ ਦਿਆਲਾ ਕਹਿਣ ਲੱਗੇ ਕਿ ਬਾਗ ਵੱਲ ਨੂੰ ਚੱਲਿਆ ਤੇ ਮੰਤਰੀ ਨੇ ਦੋਵੇਂ ਹੱਥ ਜੋੜ ਕੇ ਦੇਖੋ ਪਹਿਲਾਂ ਤੇ ਉਸ ਰੱਬ ਦੀ ਰੂਹ ਗੁਰੂ ਨਾਨਕ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਕੀਨ ਬੰਦਨਾ ਦਵੈ ਕਰ ਜੋਰੀ। ਫਿਰ ਉਹਨਾਂ ਨੇ ਪਹਿਲਾਂ ਦੇਖੋ ਪਰਖ ਕਰਨ ਵਾਸਤੇ ਅੱਗੇ ਗੁਰੂ ਜੀ ਦੇ ਭੋਜਨ ਜਿਹੜੇ ਵੱਖਰੇ ਵੱਖਰੇ ਪਕਵਾਨ ਤਿਆਰ ਕੀਤੇ ਸੀ ਉਹ ਰੱਖ ਦਿੱਤੇ ਹਨ। ਅੱਗੇ ਭੋਜਨ ਤਰਿਓ ਬਹੋਰੀ। ਤੇ ਰੱਖਦਿਆਂ ਕਿਹਾ ਇਹ ਰਾਜੇ ਨੇ ਤੁਹਾਡੇ ਲਈ ਇੱਥੋਂ ਤੱਕ ਭੇਜਿਆ ਹੈ ਨਿਰਪਦ ਪਠਿਓ ਹੈ ਕਰੋ ਆਹਾਰਾ। ਤੇ ਤੁਸੀਂ ਜਿਹੜਾ ਇਹ ਭੋਜਨ ਛਕ ਲਵੋ ਜੀ। ਸੁਨ ਸ੍ਰੀ ਨਾਨਕ ਬਚਨ ਉਚਾਰਾ। ਇਹ ਸੁਣ ਕੇ ਪਾਤਸ਼ਾਹ ਜੀ ਨੇ ਬਚਨ ਉਚਾਰਿਆ। ਕਹਿਣ ਲੱਗੇ ਰਸ ਦਾ ਸਵਾਦ ਅਨੇਕ ਹੈ, ਬਿਖ ਫਲ ਫੀਕੇ ਇਤਫਾਕ, ਕਿਰਪਾ ਕਰੇ ਜਿਸ ਆਪਣੀ ਤਾਕੂ ਰੱਖੇ ਆਪ। ਇਹਨਾਂ ਰਸਾਂ ਕਸਾਂ ਨੇ ਇੱਥੋਂ ਤੱਕ ਬੇਅੰਤ ਮਿੱਠੇ ਸਵਾਦ ਜਿਹੜੇ ਇਹਨਾਂ ਮਾਣੇ ਹੋਏ ਤੇ ਇਹਨਾਂ ਰਸਾਂ ਦੇ ਵਿੱਚ ਇੱਥੋਂ ਤੱਕ ਬੰਦਾ ਫਸਦਾ ਹੈ। ਪਰ ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਨਾਮ ਦੀ ਪਾਤਸ਼ਾਹ ਜੀ ਨੇ ਗੱਲ ਜਿਹੜੀ ਆਰੰਭ ਕਰਤੀ। ਕਹਿਣ ਲੱਗੇ ਸਭ ਤੋਂ ਸੁੱਖ ਦੇਣ ਵਾਲਾ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਇਹ ਰਸ ਹੈ ਉਸ ਰਸ ਨੂੰ ਜਾਣੀ ਤੇ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋਵੇ, ਜਿਹਦੇ ਤੇ ਪਾਤਸ਼ਾਹ ਕਿਰਪਾ ਕਰਦੇ ਨੇ ਉਸੇ ਨੂੰ ਇੱਥੋਂ ਤੱਕ ਜਿਹੜਾ ਇਹ ਰਸ ਪ੍ਰਾਪਤ ਹੁੰਦਾ ਹੈ। ਜੋ ਪਈ ਰਸ ਕਸ ਸਾਧ ਬਾਦ ਇਹ ਜਾਨੋ। ਇਹ ਸਾਰੇ ਰਸ ਕਸ ਤੇ ਸਵਾਦ ਜਿਹੜੇ ਕਹਿਣ ਲੱਗੇ ਕਿ ਵਿਅਰਥ ਹੀ ਬਤੀਤ ਹੁੰਦੇ ਹਨ। ਨਾਮ ਮਹਾਰਸ ਸੁਖ ਦਾ ਮਾਨੋ। ਤੇ ਇਹ ਬੇਨਤੀ ਗੁਰੂ ਨਾਨਕ ਮਹਾਰਾਜ ਜੀ ਕਰਨ ਲੱਗੇ। ਕਹਿਣ ਲੱਗੇ ਮੰਤਰੀ ਨੂੰ ਕਿ ਮੰਨ ਕੇ ਕਿ ਚਲੋ ਗੱਲ ਪਰਸ਼ੁਰਾਮ ਨੂੰ ਬੇਨਤੀ ਕੀਤੀ
ਕਿ ਇੱਕ ਮੰਨ ਕੇ ਚਲੋ ਗੱਲ ਕਿ ਸੁੱਖਾਂ ਨੂੰ ਇੱਥੋਂ ਤੱਕ ਪ੍ਰਾਪਤ ਕਰਨ ਲਈ ਜਿਹੜਾ ਇਹ ਮਹਾਰਸ ਚਾਹੀਦਾ ਹੈ ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਫਸੇ ਜੇ ਉਨਮੈ ਹੋਤ ਬਿਕਾਰਾ। ਜੋ ਨਰ ਉਹਨਾਂ ਰਸਾਂ ਕਸਾਂ ਵਿੱਚ ਫਸੇ ਨੇ, ਜਿਹੜਾ ਸਵਾਦ ਤੁਸੀਂ ਸਾਡੇ ਕੋਲ ਲੈ ਕੇ ਆਏ, ਇਹ ਵੱਖਰੇ ਵੱਖਰੇ ਪਦਾਰਥ ਤੁਸੀਂ ਤਿਆਰ ਕੀਤੇ ਨੇ, ਇੰਨਾ ਜਿਹੜਾ ਇਹ ਰਸ ਤੁਸੀਂ ਲੈ ਕੇ ਆਏ, ਕਹਿਣ ਲੱਗੇ ਇਹਨਾਂ ਰਸਾਂ ਕਸਾਂ ਦੇ ਸਵਾਦਾਂ ਦੇ ਵਿੱਚ ਜਿਹੜਾ ਦੁਨਿਆਵੀ ਬੰਦਾ ਫਸਿਆ ਹੈ ਨਾ, ਤੇ ਉਹ ਪਾਪਾਂ ਦਾ ਭਾਗੀ ਬਣ ਜਾਂਦਾ ਹੈ। ਅਹ ਨਾਮ ਕੇ ਰਸ ਅਵਕਾਰਾ। ਜੋ ਇਹ ਰਸਾਂ ਦੇ ਨਾਲ ਕੇਵਲ ਤਾਂ ਕੇਵਲ ਪ੍ਰਮਾਤਮਾ ਦੀ ਆਰਾਧਨਾ ਵੀ ਕਰਦਾ ਹੈ, ਇਹ ਨਾਮ ਕੇ ਰਸ ਅਵਕਾਰਾ, ਕਹਿਣ ਲੱਗੇ ਉਹ ਵਿਕਾਰਾਂ ਤੋਂ ਜਿਹੜਾ ਇਹ ਰਹਿਤ ਹੋ ਜਾਂਦਾ ਹੈ, ਵਿਕਾਰਾਂ ਤੋਂ ਮੁਕਤੀ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਸੁਨ ਕੇ ਬਚ ਮੰਤਰੀ ਬਸਮਾਨਾ। ਗੁਰੂ ਦੇ ਬੋਲ ਸੁਣ ਕੇ ਦੇਖੋ, ਕਹਿਣ ਲੱਗੇ ਕਿ ਮੰਤਰੀ ਜਿਹੜਾ ਇਹ ਭੇਜਿਆ ਸੀ ਨਾ ਪਰਸ਼ੁਰਾਮ, ਉਹ ਵੀ ਹੈਰਾਨ ਹੋ ਗਿਆ ਹੈ। ਬਹੁਰ ਗਮਨਿਓ ਨਿਕਟਰ ਜਾਨਾ। ਫਿਰ ਰਾਜੇ ਦੇ ਪਾਸ ਗਿਆ, ਕਹਿਣ ਲੱਗਾ ਉਹ ਤਾਂ ਬੜੀ ਤੋਂ ਤੱਕ ਉੱਚੀ ਹਸਤੀ ਮੈਨੂੰ ਲੱਗ ਰਹੀ ਹੈ। ਜਾਏ ਸਬੈ ਉਚਰਿਓ ਬਿਰਤੰਤਾ। ਉਹਦੇ ਕੋਲ ਜਾ ਕੇ ਸਾਰਾ ਬਿਰਤਾਂਤ ਜਿਹੜਾ ਮੈਂ ਪੁੱਛਿਆ, ਪਰ ਉਹਨਾਂ ਨੇ ਆਪਣਾ ਬਿਰਤਾਂਤ ਸਾਡੇ ਦਿਲਾਂ ਦੀਆਂ ਵਿਚਾਰਾਂ ਵਾਲਾ ਦੱਸ ਦਿੱਤਾ ਹੈ। ਸਾਧ ਅਸਣ ਤੇ ਬਿਰਕਤ ਸੰਤਾ। ਇਹ ਸੰਤ ਤਾਂ ਭੋਜਨ ਦੇ ਸਵਾਦਾਂ ਤੋਂ ਬਹੁਤ ਪਾਸੇ ਲੱਗਦਾ ਹੈ। ਸਾਧ ਅਸਨ ਤੇ ਬਿਰਕਤੀ ਸੰਤਾ, ਕਹਿਣ ਲੱਗੇ ਕਿ ਪਰੇ ਮੈਨੂੰ ਪਾਸੇ ਲੱਗਦਾ, ਇਹਨਾਂ ਦੇ ਅੰਦਰ ਵਿਕਾਰ ਇੱਕ ਵੀ ਪੈਦਾ ਨਹੀਂ ਹੁੰਦਾ ਜਿਹੜਾ ਨਜ਼ਰ ਆ ਰਿਹਾ। ਭੂਪਤ ਭਾਖਤ ਸੁੰਦਰ ਨਾਰੀ। ਰਾਜੀ ਨੇ ਇੱਕ ਉਪਾਅ ਫਿਰ ਵਰਤਿਆ, ਕਹਿਣ ਲੱਗੇ ਕਿ ਉਹਨੇ ਸੰਤ ਦੇ ਕੋਲ ਜਿਹੜਾ ਕਿ ਸੀ ਨਾ ਗੁਰੂ ਨਾਨਕ ਮਹਾਰਾਜ ਜੀ ਨੂੰ, ਉੱਥੇ ਤਾਂ ਇਹੀ ਗੱਲ ਪ੍ਰਚਲਿਤ ਹੋ ਗਈ ਸੀ ਰਾਜੇ ਦੇ ਦਰਬਾਰ ਵਿੱਚ ਕਿ ਸੰਤ ਕੋਈ ਆਇਆ ਇਹ ਬਾਗ ਦੇ ਵਿੱਚ। ਆਖਣ ਲੱਗੇ ਕਿ ਸੰਤ ਦੇ ਕੋਲ ਜਿਹੜਾ ਹੈ ਨਾ ਸੁੰਦਰ ਨਾਰੀਆਂ ਜਿਹੜੀਆਂ ਨਾ ਭੇਜੀਆਂ ਜਾਣ, ਤੇ ਤੁਸੀਂ ਨਾਰੀਆਂ ਸੁੰਦਰ ਨੂੰ ਇੱਥੋਂ ਤੱਕ ਇਸਤਰੀਆਂ ਨੂੰ ਸਾਡੇ ਕੋਲ ਬੁਲਾਵੋ ਜੀ। ਲੈ ਜਾਵੋ ਤਹ ਸੰਤ ਅਗਾਰੀ। ਤੇ ਮੰਤਰੀ ਨੇ ਸੁਣ ਕੇ ਇੱਥੋਂ ਤੱਕ ਜਿਹੜਾ ਹੈ ਨਾ, ਜਿਵੇਂ ਵੇਸਵਾ ਇਸਤਰੀ ਦੀ ਗੱਲ ਕਰਦੇ, ਕਹਿਣ ਲੱਗੇ ਉਹਨਾਂ ਨੂੰ ਆਪਣੇ ਕੋਲ ਜਿਹੜਾ ਹੈ ਬੁਲਾ ਲਿਆ ਹੈ। ਸੁਨਤ ਸਚਵਲੇ ਬੇਸਿਆ ਸੰਗਾ। ਤੇ ਜਿਹਨੂੰ ਵੇਖ ਕੇ ਬੰਦਾ ਕਾਮ ਦੇ ਵਿੱਚ ਜਿਹੜਾ ਘੇਰਿਆ ਜਾਂਦਾ ਹੈ, ਜਿਨੈ ਬਿਲੋਕੇ ਲਜਤ ਅਨੰਗਾ। ਕਹਿਣ ਲੱਗੇ ਕਿ ਸ਼ਰਮਾ ਕੇ ਇੱਥੋਂ ਤੱਕ ਆਪਣੇ ਅੰਦਰ ਕੋਈ ਲਜ਼ਾ ਤੇ ਪੈਦਾ ਕਰੇਗਾ। ਜੇ ਇਸਤਰੀਆਂ ਵੱਲ ਵੇਖ ਕੇ ਇਹਦਾ ਮਨ ਡੋਲ ਗਿਆ, ਫਿਰ ਸਮਝੋ ਗੁਰੂ ਨਾਨਕ ਮਹਾਰਾਜ ਨਹੀਂ ਸਾਡੇ ਜਿਹੜਾ ਇੱਥੇ ਆਏ। ਆਏ ਸਮੀਪ ਕਰੀ ਨ੍ਰਿਤਕਾਰੀ। ਤੇ ਗੁਰੂ ਜੀ ਦੇ ਕੋਲ ਆ ਕੇ ਉਹਨਾਂ ਇਸਤਰੀਆਂ ਨੇ ਇੱਥੋਂ ਤੱਕ ਜਿਹੜਾ ਇਹਨਾਂ ਨਾਚ ਆਰੰਭ ਕਰਨਾ ਸ਼ੁਰੂ ਕਰ ਦਿੱਤਾ। ਕਹਿ ਮੰਤਰੀ ਇਹ ਭੇਟ ਤੁਮਾਰੀ। ਮੰਤਰੀ ਬੋਲਿਆ ਕਿ ਤੁਹਾਡੀ ਇੱਥੋਂ ਤੱਕ ਜਿਹੜੀ ਇਹਨਾਂ ਇਹ ਭੇਟ ਹੈ। ਸਤਿਗੁਰੂ ਜੀ ਨੂੰ ਇਹ ਬਚਨ ਜਿਹੜੇ ਇਸ ਤਰ੍ਹਾਂ ਦੇ ਕਹਿਣ ਲੱਗਾ ਸੀ, ਪਠੀ ਪੂਪ ਹਿਰਦਾ ਹੁਲ ਸਾਵਨ। ਤੇ ਰਾਜੇ ਨੇ ਤੁਹਾਡੇ ਮਨ ਵਿੱਚ ਇੱਥੋਂ ਤੱਕ ਪ੍ਰਸੰਨ ਕਰਨ ਲਈ ਇਹ ਇਸਤਰੀਆਂ ਨੂੰ ਭੇਜਿਆ ਹੈ। ਸੁਨ ਬੋਲੇ ਜਿਨ ਕੀਰਤ ਪਾਵਨ। ਤਾਂ ਸਤਿਗੁਰੂ ਜੀ ਅੱਗੋਂ ਕਹਿਣ ਲੱਗੇ ਜਿਨ੍ਹਾਂ ਦਾ ਜਸ ਅਤੀ ਪਵਿੱਤਰ ਹੈ ਨਾ, ਤੇ ਕਹਿਣ ਲੱਗੇ ਜਿਨ੍ਹਾਂ ਦਾ ਜਸ ਅਤੀ ਪਵਿੱਤਰ ਹੁੰਦਾ ਹੈ ਉਹ ਇਸ ਤਰ੍ਹਾਂ ਦੀਆਂ ਵਿਚਾਰਾਂ ਨਹੀਂ ਕਰਦੇ। ਸੁੰਦਰ ਰੂਪ ਵਾਲੀਆਂ ਇਹ ਇਸਤਰੀਆਂ ਜ਼ਹਿਰ ਦੀਆਂ ਗੰਦਲਾਂ ਹੁੰਦੀਆਂ ਨੇ। ਸਤਿਗੁਰੂ ਜੀ ਨੇ ਅੱਗੋਂ ਬੇਨਤੀ ਕੀਤੀ ਕਿ ਸੁੰਦਰ ਰੂਪ ਵਾਲੀਆਂ ਇਸਤਰੀਆਂ ਜ਼ਹਿਰ ਦੀਆਂ ਗੰਦਲਾਂ ਨੇ, ਇਹ ਇੱਥੋਂ ਤੱਕ ਖੰਡ ਵਿੱਚ ਲਪੇਟੀਆਂ ਹੋਈਆਂ ਨੇ, ਇਹਨਾਂ ਦੀ ਅਤੀ ਸੁੰਦਰ ਰੂਪ ਇੱਥੋਂ ਤੱਕ ਬੰਦਿਆਂ ਦਾ ਜਨਮ ਭ੍ਰਿਸ਼ਟ ਕਰ ਦਿੰਦੇ ਨੇ। ਪਾਤਸ਼ਾਹ ਜੀ ਨੇ ਐਸੀ ਜਿਹੜੀ ਇਹਨਾਂ ਪਰਸ਼ੁਰਾਮ ਮੰਤਰੀ ਨੂੰ ਗੱਲ ਜਿਹੜੀ ਕਹਿਣ ਲੱਗੇ ਕਿ ਅਸੀਂ ਜਨਮ ਜਿਹੜਾ ਇਹਨਾਂ ਨੂੰ ਵੇਖ ਕੇ ਆਪਣਾ ਭ੍ਰਿਸ਼ਟ ਕਿਉਂ ਕਰੀਏ। ਪਾਤਸ਼ਾਹ ਆਖਣ ਲੱਗੇ ਕਿ ਇੱਕ ਵਿਚਾਰ ਜਿਹੜੀ ਇਹਨਾਂ ਮੰਤਰੀ ਨੂੰ ਸੁਣਾ ਰਹੇ ਨੇ, ਪਰਸ਼ੁਰਾਮ ਨੂੰ ਕਹਿਣ ਲੱਗੇ ਕਿ ਸ਼ਰਵਣ ਕਰ, ਦੁਰਗੰਧ ਕੋ ਵਾਸਨ ਹੈ ਦੇ। ਕਹਿਣ ਲੱਗੇ ਜਿਹੜੀਆਂ ਇਸਤਰੀਆਂ ਨੇ ਨਾ, ਇਹਨਾਂ ਦਾ ਭਾਂਡਾ ਗਿਆਨ ਤੋਂ ਜਿਹੜਾ ਵਾਂਝਾ ਹੈ, ਅਗਿਆਨੀ ਨੇ, ਇਹਨਾਂ ਦਾ ਇੱਥੋਂ ਤੱਕ ਭਾਂਡਾ ਖਾਲੀ ਹੋਇਆ ਹੈ। ਇਨੈ ਸਪਰਸ਼ ਹਵੈ ਜੋ ਸਨੇਹੀ। ਹੁਣ ਕਹਿਣ ਲੱਗੇ ਕਿ ਜੋ ਇਹਨਾਂ ਦਾ ਪ੍ਰੇਮੀ ਬਣ ਕੇ ਇਹਨਾਂ ਨੂੰ ਛੂੰਹਦਾ ਹੈ, ਇਹ ਠਾਂ ਜਨਮ ਭ੍ਰਿਸ਼ਟ ਤਨ ਘੇਰਾ। ਤੇ ਉਹਨਾਂ ਦਾ ਜਨਮ ਭ੍ਰਿਸ਼ਟ ਹੋ ਜਾਂਦਾ ਹੈ। ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਿਵਰਜਿਤ ਕੀਤਾ। ਇਤਿਹਾਸ ਵਿੱਚ ਸਾਖੀਆਂ ਵਿੱਚ ਇਹ ਬਚਨ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇਹੀ ਜਿਹੜਾ ਗਿਆਨ ਬਖਸ਼ਿਆ ਸੀ ਕਿ ਕਦੀ ਵੀ ਬੰਦੇ ਨੇ ਆਪਣੇ ਜ਼ਿੰਦਗੀ ਵਿੱਚ ਜਿਹੜੀ ਇਹ ਦੁਰਦਸ਼ਾ ਨਹੀਂ ਬਣਾਉਣੀ, ਤੇ ਨਾ ਇਹਨਾਂ ਕਦਮਾਂ ਵੱਲ ਜਿਹੜਾ ਇਹ ਸਿੱਖ ਨੇ ਪੈਰ ਪੁੱਟਣਾ। ਗੁਰੂ ਇੱਥੋਂ ਤੱਕ ਜੇਕਰ ਰਹਿਮਤ ਕਰਦਾ ਹੈ, ਕਿਰਪਾ ਕਰਦਾ ਹੈ, ਚੰਗੀ ਸੋਚ ਤੇ ਚੰਗੀ ਲਿਆਕਤ ਸਾਡੇ ਹਿਰਦਿਆਂ ਵਿੱਚ, ਸਾਡੇ ਜ਼ਿਹਨ ਦੇ ਵਿੱਚ ਪੈਦਾ ਕਰੇਗਾ, ਉਹ ਭਲੀ ਬਾਤ ਚੰਗੀ ਹੈ। ਪਾਤਸ਼ਾਹ ਕਹਿਣ ਲੱਗੇ ਨੇ ਕਿ ਇਹਨਾਂ ਦੇ ਨਾਲ ਇੱਥੋਂ ਤੱਕ ਸੰਗ ਜਿਹੜਾ ਕਰਕੇ ਬੰਦਾ ਆਪਣੇ ਜੀਵਨ ਨੂੰ ਭ੍ਰਿਸ਼ਟ ਕਰ ਲੈਂਦਾ ਹੈ। ਤੇ ਸਾਰੀ ਜਿਹੜੀ ਇਹਨਾਂ ਗੱਲ ਇਸੇ ਤਰ੍ਹਾਂ ਸਾਰੀ ਦੱਸੀ ਕਿ ਜਨਮ ਭ੍ਰਿਸ਼ਟ ਹੋਣ ਵਾਲੀ ਗੱਲ।
ਪਾਸ਼ਾ ਕਹਿਣ ਲੱਗੇ ਉਪਰੰਤ ਜਿਹੜਾ ਹੈ ਨਾ ਜਮ ਆ ਕੇ ਘੇਰਦੇ ਨੇ। ਜਦੋਂ ਬੰਦਾ ਪਾਪ ਕਰਦਾ ਹੈ ਨਾ, ਸਭ ਤੋਂ ਵੱਡੀ ਕੁਰੈਤ ਹੈ ਜੀ, ਬੰਦੇ ਨੂੰ ਆਮ ਪਤਾ ਹੈ, ਬੰਦਾ ਆਪ ਖੁਦ ਸਿਆਣਾ ਹੈ ਕਿ ਸਭ ਤੋਂ ਵੱਡੀ ਕੁਰੈਤ ਹੈ ਕਿ ਕਿਸੇ ਪਰਾਈ ਇਸਤਰੀ ਦੇ ਨਾਲ ਗਮਨ ਕਰਨਾ, ਸੰਗ ਕਰਨਾ। ਪਾਸ਼ਾ ਕਹਿਣ ਲੱਗੇ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੇ ਬੰਦੇ ਨੂੰ ਨਰਕਾਂ ਦੇ ਵਿੱਚ ਜਿਹੜਾ ਇਹ ਲਿਜਾ ਕੇ ਸੁੱਟ ਦਿੰਦੀਆਂ। ਕੀ ਇੱਥੋਂ ਤੱਕ ਜਿਹੜਾ ਇਹ ਪ੍ਰਭਾਵ ਆਪਣਾ ਪਾ ਰਹੀਆਂ ਨੇ। ਹੈ ਤਾਂ ਵੀ ਇਸਤਰੀਆਂ ਨੇ ਸਾਡੀਆਂ ਧੀਆਂ ਦੇ ਸਮਾਨ ਨੇ। ਪਾਤਸ਼ਾਹ ਜੀ ਨੇ ਅਸੀਂ ਜਿਹੜੀ ਬੇਨਤੀ ਜਿਹੜੀ ਬਖਸ਼ੀ, ਕਹਿਣ ਲੱਗੇ ਸੁਣ ਮੰਤਰੀ ਕਰ ਬੰਧਨ ਗਏ। ਤੇ ਮੰਤਰੀ ਜਿਹੜਾ ਸੀ ਨਾ ਪਰਸ਼ੁਰਾਮ, ਇਹ ਸੁਣ ਕੇ ਜਿਹੜਾ ਇਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਇਹ ਨਾ ਨਮਸਕਾਰ ਕਰਕੇ ਉੱਥੋਂ ਜਿਹੜਾ ਇਹ ਚਲੇ ਗਿਆ ਹੈ। ਨਿਰਭਸੋ ਸਭ ਬਿਦ ਭਾਖਤ ਭਇਓ, ਤੇ ਰਾਜੇ ਦੇ ਕੋਲ ਆ ਕੇ ਇਹਨੇ ਸਾਰੀ ਗੱਲ ਜਿਹੜੀ ਉਹਨੂੰ ਦੱਸ ਦਿੱਤੀ ਹੈ। ਦੋਖ ਆਰੋਪਤ ਇਨਕੇ ਕਿ ਮਾਹੀ, ਇਹਨਾਂ ਇਸਤਰੀਆਂ ਵੱਲ ਵੇਖ ਕੇ ਵੀ ਪਾਤਸ਼ਾਹ ਜੀ ਨੇ ਫਿਰ ਵੀ ਸਾਡੇ ਦਿਲਾਂ ਦੇ ਵਿੱਚ ਆਪਣੇ ਬੋਲਾਂ ਦੇ ਨਾਲ ਇਹੋ ਜਿਹੀ ਡੂੰਘੀ ਸੱਟ ਮਾਰੀ ਜਿਹੜੀ ਸਾਡੇ ਅੰਦਰ ਜਾ ਕੇ ਵਿੰਨੀ ਗਈ ਹੈ। ਆਪਣੇ ਅੰਗ ਸਪਰਸਤ ਨਾਹੀ, ਕਹਿਣ ਲੱਗੇ ਕਿ ਉਹ ਆਪਣੇ ਅੰਗਾਂ ਨਾਲ ਇਹਨਾਂ ਨੂੰ ਛੂਹਣ ਤੋਂ ਵੀ ਵਰਜਿਤ ਨੇ, ਕਿ ਪਾਸੇ ਰੱਖਦੇ ਨੇ, ਅਦਬ ਸਤਿਕਾਰ ਦਿੱਤਾ ਹੈ। ਉਹੀ ਗੁਰੂ ਨਾਨਕ ਮਹਾਰਾਜ ਜੀ ਨੇ ਜਿਨ੍ਹਾਂ ਨੇ ਇੱਥੋਂ ਤੱਕ ਬਚਨ ਜਿਹੜਾ ਉਚਾਰਨ ਕੀਤਾ ਸੀ, ਭੰਡ ਜੰਮੀਏ ਭੰਡ ਨੰਮੀਏ, ਭੰਡ ਮੰਗਣ ਵਿਆਹ, ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪਾਤਸ਼ਾਹ ਜੀ ਨੇ ਇਹ ਵਚਨ ਕੀਤਾ ਸੀ ਕਿ ਇਹਨਾਂ ਦੀ ਕੁੱਖ ਦੇ ਵਿੱਚੋਂ ਸੂਰਬੀਰ ਯੋਧੇ ਸੰਤ ਮਹਾਬਲੀ ਜਿਹੜਾ ਇਹ ਜਨਮ ਲੈਂਦੇ, ਪਰ ਫਿਰ ਵੀ ਕਿਉਂ ਇਹਨਾਂ ਇਸਤਰੀਆਂ ਨੂੰ ਮਾੜਾ ਸਮਝਿਆ। ਪਾਤਸ਼ਾਹ ਜੀ ਨੇ ਉੱਚਾ ਦਰਜਾ ਦੇ ਦਿੱਤਾ ਹੈ, ਸੋ ਕਿਉਂ ਮੰਦਾ ਆਖੀਏ, ਇਹਨਾਂ ਨੂੰ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ, ਜਿਨ੍ਹਾਂ ਨੇ ਯੋਧਿਆਂ ਰਾਜਿਆਂ ਸੂਰਬੀਰਾਂ ਨੂੰ ਜਨਮ ਦਿੱਤਾ। ਹੁਣ ਇੱਥੇ ਵੀ ਕਹਿੰਦੇ ਹੋਣਗੇ ਕਿ ਜਿਹੜੀਆਂ ਇੱਥੋਂ ਤੱਕ ਇਸਤਰੀਆਂ ਭੇਜੀਆਂ ਨੇ ਰਾਜੇ ਨੇ, ਤੇ ਉਹ ਵੀ ਰਾਜੇ ਦੀ ਮਾਤਾ ਹੋਵੇਗੀ, ਮਾਤਾ ਦੀ ਕੁੱਖ ਚੋਂ ਰਾਜੇ ਦਾ ਜਨਮ ਹੋਇਆ। ਕਿਉਂ ਇੱਥੋਂ ਤੱਕ ਜਿਹੜਾ ਇਹ ਮਾੜਾ ਸਮਝਿਆ ਇਹਨਾਂ ਇਸਤਰੀਆਂ। ਤੇ ਇੱਥੇ ਪਰਸ਼ੁਰਾਮ ਜਿਹੜਾ ਮੰਤਰੀ ਕਹਿਣ ਲੱਗੇ ਆ ਕੇ ਰਾਜੇ ਸ਼ਿਵਨਾਮ ਨੂੰ ਕਹਿਣ ਲੱਗਾ ਕਿ ਇਹ ਗੱਲਾਂ ਜਿਹੜੀਆਂ ਨਾ ਪਾਸੇ ਦੀਆਂ ਆ ਉਹਦੇ ਤੋਂ, ਇਹਦੀਆਂ ਜਿਹੜੀਆਂ ਵਿਚਾਰਾਂ ਬੜੀਆਂ ਡੂੰਘੀਆਂ ਲੱਗਦੀਆਂ। ਮੈਂ 2 ਵਾਰੀ ਨਮਸਕਾਰ ਕੀਤੀ, ਮੇਰੇ ਹਿਰਦੇ 'ਚ ਠੰਡ ਪੈ ਗਈ। ਹੁਣ ਦੇਖੋ ਜੀ, ਕਹਿਣ ਲੱਗੇ ਕਿ ਜਿਹੜੀਆਂ ਇਸਤਰੀਆਂ ਵੇਸ਼ਵਾ ਜਿਹੜੀਆਂ ਭੇਜੀਆਂ ਸੀ ਪਹਿਲਾਂ ਤਾਂ ਉਹ ਤੇ ਬਚਨ ਕਰਕੇ ਜਿਹੜਾ ਘੱਲ ਦਿੱਤੀਆਂ, ਤਾਂ ਰਾਜਾ ਜਿਹੜਾ ਪਰਸ਼ੁਰਾਮ ਨੂੰ ਆ ਕੇ ਕਿਹਾ, ਹੁਣ ਫਿਰ ਜਿਹੜਾ ਆਪਣੇ ਅੰਦਰ ਜਿਹੜੀ ਹੈ ਨਾ ਵਿਚਾਰ ਪੈਦਾ ਕਰ ਲਵੋ ਰਾਜਨ ਅਬ ਕੇ ਬਹੁ ਜਾਏ ਸੁਨੀਪਾ। ਕਹਿਣ ਲੱਗੇ ਆਪਣੇ ਨਾਲ ਸੁੰਦਰ ਗਹਿਣੇ ਸੋਹਣੇ ਵਸਤਰ ਲੈ ਕੇ ਜਿਹੜਾ ਇਸ ਪਾਸ ਜਿਹੜਾ ਜਾਓ। ਰਾਜੇ ਨੇ ਫਿਰ ਹੁਕਮ ਜਿਹੜਾ ਇਹ ਮੰਤਰੀ ਨੂੰ ਦੇ ਦਿੱਤਾ ਹੈ। ਸੁੰਦਰ ਭੂਖਨ ਬਸਨ ਸੁਹਾਏ, ਹੁਣ ਕਹਿਣ ਲੱਗੇ ਕਿ ਉਹਦੇ ਕੋਲ ਗਹਿਣੇ ਤੇ ਸੁੰਦਰ ਸੋਹਣੇ ਵਸਤਰ ਲੈ ਕੇ ਜਾਓ ਉਹਦੇ ਪਾਸ। ਦੇਵੋ ਤਿਨ ਜੇ ਮਨ ਲਲਚਾਏ, ਉਹਨੂੰ ਉਹਦੇ ਅੱਗੇ ਜਿਹੜਾ ਇਹਨਾਂ ਕਰ ਦੇਣਾ। ਜੇ ਉਹਦਾ ਮਨ ਤੋਂ ਤੱਕ ਲਲਚਾਇਆ ਜਾਵੇਗਾ ਫਿਰ ਸਮਝਣਾ ਗੁਰੂ ਨਾਨਕ ਮਹਾਰਾਜ ਜੀ ਨਹੀਂ ਹਨ। ਲੈ ਮੰਤਰੀ ਭੂਖਨ ਪਟ ਰੂਰੇ, ਮੰਤਰੀ ਨੇ ਉਸੇ ਵੇਲੇ ਹੀ ਕਹਿਣ ਲੱਗੇ ਕਿ ਸੁੰਦਰ ਵਸਤਰ ਲੈ ਕੇ ਸੰਪੂਰਨ ਗੁਰੂ ਦੇ ਜਿਹੜਾ ਇਹਨਾਂ ਮੋਹਰੇ ਰੱਖ ਦਿੱਤੇ ਹਨ। ਆਏ ਤਰੇ ਆਗੇ ਗੁਰਪੂਰੇ, ਤੇ ਇਹ ਜਿਹੜਾ ਇਹਨਾਂ ਕਹਿ ਦਿੱਤਾ ਕਿ ਆ ਤੁਹਾਡੇ ਅੱਗੇ ਭੇਟਾ ਜਿਹੜੀ ਰਾਜੇ ਨੇ ਭੇਜੀ ਹੈ, ਲੇਹੋ ਭੇਟ ਇਹ ਭੂਪ ਪਠਾਈ, ਤੇ ਇਹ ਤੁਹਾਡੇ ਅੱਗੇ ਭੇਟਾ ਰਾਜੇ ਨੇ ਭੇਜੀ, ਇਹਨੂੰ ਪ੍ਰਵਾਨ ਕਰ ਲਵੋ। ਦੇਖਤ ਸ੍ਰੀ ਗੁਰ ਗਿਰਾ ਅਲਾਈ, ਪਾਤਸ਼ਾਹ ਜੀ ਨੇ ਅੱਗੋਂ ਫਿਰ ਬੇਨਤੀ ਕੀਤੀ, ਕਹਿਣ ਲੱਗੇ ਇਹਨੂੰ ਪਹਿਨ ਕੇ ਨਾ, ਇਹ ਪਹਿਨਣ ਵਾਲੇ ਕੱਪੜੇ ਗਹਿਣੇ ਸਭ ਝੂਠ ਨੇ, ਝੂਠ ਦਾ ਸਮਾਨ ਜਿਹੜਾ ਇਹ ਲੈ ਕੇ ਸਾਡੇ ਕੋਲ ਆਇਆ। ਇਸ ਤਰ੍ਹਾਂ ਵੀ ਇੱਥੋਂ ਤੱਕ ਕੋਈ ਰੀਝ ਜਾਂਦਾ। ਇਹਨਾਂ ਨੂੰ ਵੇਖ ਕੇ ਭੁੱਲਣਾ ਜਿਹੜਾ ਹੈ ਨਾ ਬੰਦੇ ਲਈ ਆਮ ਲਈ ਇੱਥੋਂ ਤੱਕ ਔਖਾ ਹੋਵੇਗਾ, ਪਰ ਅਸੀਂ ਇਹਨਾਂ ਨੂੰ ਕੀ ਕਰਨਾ। ਜਿਹਦੇ ਅੱਗੇ ਗਾੜੀ ਧਨ ਦੌਲਤ ਰੱਖਿਆ ਜਾ ਰਹੇ, ਮਹਿੰਗੇ ਵਸਤਰ ਰੱਖੇ ਜਾ ਰਹੇ ਨੇ, ਉਹ ਵੀ ਕਿਤੇ ਨਾ ਕਿਤੇ ਘਰ ਵਿੱਚੋਂ ਗਰੀਬ ਨਹੀਂ ਸੀ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਪਟਵਾਰੀ ਦੇ ਪੁੱਤਰ ਨਹੀਂ। ਰਾਜਾ ਰਾਏ ਬੁਲਾਰ ਇੱਕ ਗੱਲ ਜਿਹੜੀ ਉਸੇ ਵੇਲੇ ਉਹਨਾਂ ਦੀ ਜੀਭਾਂ ਤੋਂ ਨਿਕਲੇ ਸੀ ਉਸੇ ਵੇਲੇ ਮੰਨਦੇ ਨੇ, ਵਾਰੇ ਸਦਕੇ ਜਾਂਦੇ ਨੇ। ਕਹਿਣ ਲੱਗੇ ਕਿ ਇਹੋ ਜਿਹਾ ਧਨ ਦੌਲਤ ਵੇਖ ਕੇ ਪਾਤਸ਼ਾਹ ਰੀਝ ਜਾਵੇਗਾ। ਸਭ ਕਹਿਣ ਲੱਗੇ ਇਹ ਸਾਰਾ ਸੋਨਾ ਚਾਂਦੀ ਜਿਹੜਾ ਇਹ ਸਭ ਕੁਝ ਧਨ ਦੌਲਤ ਸਭ ਨਰਕ ਦਾ ਹੀ ਇੱਥੋਂ ਤੱਕ ਬੰਦੇ ਨੂੰ ਜੀਵਨ ਨੂੰ ਮੂਲ ਬਣਾ ਦਿੰਦਾ ਹੈ। ਚੋਪਈ ਕਾਈਆਂ ਆਦ ਕੱਪੜ ਹੈ ਕੂੜੇ, ਸਰੀਰ ਆਦਿਕ ਆਤਮਾ ਦੇ ਕੱਪੜੇ ਜੋ ਵੀ ਹੁੰਦੇ ਹਨ ਇਹ ਸਭ ਝੂਠੇ ਹਨ। ਇਨ ਬਿਲੋਕ ਭੂਲਤ ਹੈ ਮੂੜੇ, ਇਹਨਾਂ ਨੂੰ ਭੁੱਲ ਕੇ ਜਿਹੜਾ ਇਹਨਾਂ ਫਿਰ ਜ਼ਿੰਦਗੀ ਬਤੀਤ
ਕਰੀਏ, ਸੱਚ ਕੇਵਲ ਅਟਲ ਮੌਤ ਨੂੰ ਚੇਤੇ ਰੱਖ ਕੇ ਚੱਲਿਆ ਕਰੀਏ। ਹਮਰੇ ਇਹਨਾਂ ਕਿਸਹੂ ਕਾਜਾ। ਇਹਨਾਂ ਨੂੰ ਤੱਕ ਕੇ ਮੂਰਖ ਲੋਕ ਜਿਹੜਾ ਇਹਨਾਂ ਭੁੱਲ ਬੈਠਦੇ ਨੇ ਕਿ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਆਪਣੀ ਥਾਂ ਤੇ ਸੁਭਾਏਮਾਨ ਹੈ, ਉਹਨੂੰ ਅਸੀਂ ਚੇਤੇ ਕਰ ਲਈਏ। ਜਾਏ ਦੀਜੀਏ ਆਪਣ ਰਾਜਾ। ਕਹਿਣ ਲੱਗੇ ਪਾਤਸ਼ਾਹ ਮੰਤਰੀ ਨੂੰ ਕਿ ਰਾਜੇ ਦੇ ਕੋਲ ਜਿਹੜਾ ਇਹਨਾਂ ਵਾਪਸ ਲੈ ਕੇ ਚਲੇ ਜਾਵੋ। ਸੁਨ ਮੰਤਰੀ ਕਾ ਨਿਕਟਰ ਜਾਨਾ। ਜਾਏ ਦੀਜੀਏ ਆਪਣ ਰਾਜਾ, ਆਪਣੇ ਰਾਜੇ ਨੂੰ ਜਾ ਕੇ ਜਿਹੜਾ ਇਹਨਾਂ ਕਿਸੇ ਕੰਮ ਨਹੀਂ ਜਿਹੜਾ ਇਹਨਾਂ ਇਹ ਗੱਲ ਕਹਿਣੀ ਉਹਦੇ ਅੱਗੇ ਜਿਹੜਾ ਰੱਖ ਦਿਓ, ਇਹ ਸਾਡੇ ਕਿਸੇ ਕੰਮ ਨਹੀਂ, ਰਾਜੇ ਨੂੰ ਨਾਲ ਇਹ ਵੀ ਕਹਿ ਦੇਣਾ। ਕਹਿਣ ਲੱਗੇ ਉਸੇ ਤਰ੍ਹਾਂ ਜਿਹੜਾ ਇਹਨਾਂ ਮੰਤਰੀ ਗੁਰੂ ਜੀ ਦੀ ਗੱਲ ਸੁਣ ਕੇ ਰਾਜੇ ਦੇ ਕੋਲ ਵਾਪਸ ਆ ਗਿਆ ਹੈ। ਅਸ ਪ੍ਰਕਾਰ ਮੁਖ ਬਚਨ ਬਖਾਨਾ। ਉਹਨੇ ਆਪਣੇ ਮੁਖ ਤੋਂ ਇਸ ਪ੍ਰਕਾਰ ਦਾ ਬਚਨ ਆਖਿਆ ਹੈ। ਉੱਤਮ ਸੰਤ ਸੁਸ਼ੀਲ ਉਦਾਰਾ। ਕਹਿਣ ਲੱਗਾ ਉਹ ਸੰਤ ਤਾਂ ਬਹੁਤ ਹੀ ਉੱਤਮ ਤੇ ਖੁੱਲੇ ਦਿਲ ਵਾਲਾ ਤੇ ਸ਼ਰੀਫ ਸੁਭਾਅ ਵਾਲਾ ਹੈ। ਕਛੂ ਨਾ ਲੇਵਤ ਪਠਿਓ ਤੁਮਾਰਾ। ਤੁਹਾਡੇ ਵੱਲੋਂ ਇੱਥੋਂ ਤੱਕ ਜਿੰਨੀਆਂ ਵੀ ਵਿਚਾਰਾਂ ਹੋ ਚੁੱਕੀਆਂ ਨੇ ਉਹਨਾਂ ਦੇ ਮਨ ਵਿੱਚ ਕੋਈ ਪ੍ਰਕਾਰ ਦਾ ਵਿਕਾਰ ਨਹੀਂ ਬਣਦਾ। ਸੁਸ਼ੀਲ ਸੁਭਾਅ ਹੈ, ਸੁੰਦਰਤਾ ਦੇ ਵਿੱਚ ਰਮਿਆ ਹੋਇਆ, ਵਿਕਾਰਾਂ ਤੋਂ ਪਾਸੇ ਸੁੰਦਰਤਾ ਵਿੱਚ ਰਮਿਆ ਹੋਇਆ ਉਹਨਾਂ ਦਾ ਮਨ ਹੈ। ਪਿਆਰ ਵਿੱਚ ਭਿੱਜੇ ਨੇ ਤੇ ਜਿਹੜਾ ਉਹਨਾਂ ਦੇ ਦਰਸ਼ਨ ਦਿਦਾਰੇ ਕਰਦਾ ਉਹ ਵੀ ਪਿਆਰ ਵਿੱਚ ਭਿੱਜ ਜਾਂਦਾ ਹੈ। ਚਲੋ ਆਪ ਤਹ ਦਰਸ਼ਨ ਕੀਜੈ। ਕਹਿਣ ਲੱਗੇ ਮੰਤਰੀ ਨੇ ਆਖਿਆ ਇਹ ਪਰਸ਼ੁਰਾਮ ਨੇ ਰਾਜੇ ਨੂੰ ਕਿ ਤੁਸੀਂ ਆਪ ਜਿਹੜਾ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਵੋ। ਸ਼੍ਰੀ ਨਾਨਕ ਕੋ ਪਰਖ ਭਤੀਜੈ। ਤੇ ਤੁਸੀਂ ਕਹਿੰਦੇ ਜੇ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਆਉਣਾ ਹੈ ਤੇ ਜਾ ਕੇ ਕਿਉਂ ਨਹੀਂ, ਜੇ ਗੁਰੂ ਨਾਨਕ ਮਹਾਰਾਜ ਨੇ ਤੇ ਜਾ ਕੇ ਆਪ ਉਹਨਾਂ ਦੀ ਤਸੱਲੀ ਕਰ ਲਵੋ। ਸੁਣਤ ਸੁਮਤ ਕੇ ਪੂਪਤ ਬਹਿਨਾ। ਕਹਿਣ ਲੱਗੇ ਉਹਦੀ ਗੱਲ ਸੁਣ ਕੇ ਨਾ ਮੰਤਰੀ ਦੀ ਸੁਗੜ ਗੱਲ ਜਿਹੜੀ ਸੁਣ ਕੇ ਰਾਜੇ ਨੇ ਤੋਂ ਤੱਕ ਆਪਣੇ ਅੰਦਰ ਤਮੰਨਾ ਅਦਾ ਕਰ ਲਈ। ਗਮਨਿਓ ਆਪ ਨਿਕਟ ਗੁਣ ਐਨਾ। ਕਹਿਣ ਲੱਗਾ ਕਿ ਗੁਣਾਂ ਦੇ ਘਰ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਮੈਂ ਜਾਵਾਂਗਾ ਤੇ ਖੁਦ ਜਿਹੜਾ ਆਪ ਫਿਰ ਜਿਹੜਾ ਪਹੁੰਚ ਚੁੱਕਾ ਹੈ। ਭੀਰ ਨਰਨ ਕੇ ਲੀਨੇ ਸੰਗਾ। ਕਹਿਣ ਲੱਗੇ ਬਹੁਤ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਨਾ ਰਾਜਾ ਸ਼ਿਵਨਾਵ ਬੜੇ ਉਤਸ਼ਾਹ ਤੇ ਚਾਹ ਦੇ ਨਾਲ ਗੁਰੂ ਨੂੰ ਮਿਲਣ ਗਿਆ। ਮਿਲਣ ਹੇਤ ਸਤਿਗੁਰੂ ਮੰਗਾ ਆਪਣੇ ਅੰਦਰ ਜਿਹੜੀ ਵਿਚਾਰ ਚੰਗੀ ਪੈਦਾ ਕਰਕੇ ਉਹ ਬੜੇ ਸਿਪਾਹੀ ਇਕੱਠੇ ਕਰਕੇ ਜਿਹੜਾ ਇਹ ਖੁਸ਼ੀ ਦੇ ਨਾਲ ਮਿਲਣ ਵਾਸਤੇ ਗਿਆ ਹੈ। ਪਹੁੰਚਿਓ ਉਪਬਨ ਹੋਏ ਸਮੀਪਾ। ਕਹਿਣ ਲੱਗੇ ਕਿ ਹੁਣ ਇਸ ਤਰ੍ਹਾਂ ਦੀ ਵਿਚਾਰ ਹੈ ਕਿ ਜਦੋਂ ਮਿਲਣ ਵਾਸਤੇ ਗਿਆ ਹੈ ਨਾ ਬਾਗ ਦੇ ਵਿੱਚ ਉੱਥੇ ਪਹੁੰਚਿਆ ਹੈ ਤੇ ਜਾ ਕੇ ਇਹਨੇ ਕੀ ਦੇਖਿਆ। ਪਦ ਬੰਧਨ ਕੀਨੀ ਅਵਨੀਪਾ। ਤੇ ਗੁਰੂ ਜੀ ਦੇ ਕੋਲ ਪਹੁੰਚਿਆ ਪਹਿਲਾਂ ਤੇ ਚਰਨਾਂ ਵਿੱਚ ਨਮਸਕਾਰ ਇਹਨੇ ਕੀਤੀ ਹੈ। ਦਰਸ਼ ਬਲੋਕਿਤ ਵਧਿਓ ਆਨੰਦਾ। ਕਹਿਣ ਲੱਗੇ ਗੁਰੂ ਜੀ ਦੇ ਦਰਸ਼ਨ ਕਰਨ ਦੇ ਸਾਰ ਹੀ ਅਜਿਹਾ ਆਨੰਦ ਜਿਹੜਾ ਇਹ ਰਾਜੇ ਦੇ ਮਨ ਵਿੱਚ ਪੈਦਾ ਹੋਇਆ ਜਿਉ ਸਾਗਰ ਪਿਕ ਪੂਰਨ ਚੰਦਾ। ਜਿਵੇਂ ਕਹਿੰਦੇ ਪੂਰਨਮਾਸ਼ੀ ਦੇ ਦਿਨ ਚੰਦਰਮਾ ਨੂੰ ਦੇਖ ਕੇ ਸਾਗਰ ਖੁਸ਼ੀ ਵਿੱਚ ਉਛਾਲੇ ਮਾਰਨ ਲੱਗ ਪੈਂਦੇ ਹਨ। ਗਹਰ ਠਾਂਡ ਪਾ ਗੁਰੂ ਅਗਾਰੀ। ਕਹਿਣ ਲੱਗੇ ਐਸਾ ਨਿੱਘ ਜਿਹੜਾ ਨਾ ਖੁਸ਼ੀ ਵਿੱਚ ਜਿਵੇਂ ਕੋਈ ਉਛਾਲੇ ਮਾਰਦਾ ਉਸੇ ਤਰ੍ਹਾਂ ਇਹਦਾ ਮਨ ਵੀ ਪ੍ਰੇਮ ਵਿੱਚ ਭਿੱਜ ਚੁੱਕਾ ਹੈ। ਸ਼੍ਰੀ ਨਾਨਕ ਤਬ ਗਿਰਾ ਉਚਾਰੀ। ਤੇ ਉਹ ਗੁਰੂ ਜੀ ਦੇਖੋ ਸਨਮੁਖ ਖੜਾ ਹੋ ਗਿਆ ਹੈ। ਰਾਜਾ ਆ ਕੇ ਸਤਿਗੁਰੂ ਦੇ ਸਨਮੁਖ ਐ ਜਿਹੜਾ ਇਹ ਸਾਹਮਣੇ ਖੜਾ ਹੋ ਗਿਆ ਤੇ ਕਹਿਣ ਲੱਗੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ, ਇਹ ਰਾਜੇ ਸ਼ਿਵਨਾਗ ਤੇਰੀ ਮੱਤ ਠੀਕ ਹੈ, ਸ੍ਰੇਸ਼ਟ ਹੈ, ਚੰਗੀ ਹੈ, ਪਰ ਕਿਸ ਤਰ੍ਹਾਂ ਦੀਆਂ ਵਿਚਾਰਾਂ ਤੂੰ ਕਰਦਾ ਹੈ। ਤੂੰ ਭਰਮ ਦਾ ਇੱਥੋਂ ਤੱਕ ਪਰਦਾ ਦੂਰ ਕਰਕੇ ਸ਼ਰਧਾ ਧਾਰਨ ਕਰਕੇ ਦਾਸਾਂ ਦਾ ਦਾਸ ਹੋ ਚੁੱਕਾ ਹੈ, ਪਰ ਕਿਸ ਤਰ੍ਹਾਂ ਦੀਆਂ ਤੂੰ ਵਿਚਾਰਾਂ ਜਿਹੜੀਆਂ ਆਪਣੇ ਅੰਦਰ ਜਿਹੜੀਆਂ ਪੈਦਾ ਕੀਤੀਆਂ ਨੇ। ਸੁਨ ਸ੍ਰੀ ਗੁਰ ਕੇ ਬਚਨ ਰਜਾਨਾ। ਤੇ ਗੁਰੂ ਜੀ ਦੇ ਬਚਨ ਸੁਣ ਕੇ ਕਹਿਣ ਲੱਗੇ ਰਾਜੇ ਨੂੰ ਪ੍ਰਭਾਸ ਜਿਹੜਾ ਇਹ ਆ ਚੁੱਕਾ ਹੈ। ਨਿਸ਼ਚਾ ਭਇਓ ਹਿਰਦੈ ਸੁਖ ਮਾਨਾ। ਮਹਿਸੂਸ ਹੋਇਆ ਤੇ ਸੋਚਣ ਜਿਹੜਾ ਇਹਨਾਂ ਲੱਗ ਪਿਆ ਹੈ। ਤਦਪ ਏਕ ਨਿਸ ਲਿਓ ਪਤ ਆਰਾ। ਇੱਕ ਰਾਤ ਜਿਹੜਾ ਇਹਨਾਂ ਹੋਰ ਇਹਨਾਂ ਦੇ ਨਾਲ ਇਮਤਿਹਾਨ ਪ੍ਰਤਾਵਾ ਲੈ ਲਵਾਂ। ਰਾਜਾ ਸੋਚੀ ਪਿਆ ਹੈ। ਹੁਣ ਦੇਖੋ ਜੀ ਬੰਦਾ ਸੋਚੀ ਨਿੱਘ ਆ ਵੀ ਗਿਆ, ਫਿਰ ਕਹਿਣ ਲੱਗਾ ਰਾਤ ਪਈ ਹੈ ਤੇ ਮੈਂ ਕਿਉਂ ਨਾ ਹੋਵੇ ਇੱਕ ਵਾਰੀ ਫਿਰ ਜਿਵੇਂ ਕਿਸੇ ਬੰਦੇ ਦੀ ਇੰਟਰਵਿਊ ਲੈਣੀ ਹੈ ਨਾ, ਕਹਿਣ ਲੱਗਾ ਕਿ ਉਸੇ ਤਰ੍ਹਾਂ ਮੈਂ ਇੱਕ ਵਾਰੀ ਪਰਖ ਜਿਹੜੀ ਹੈ ਸਤਿਗੁਰੂ ਦੀ ਲੈ ਲਵਾਂ। ਪੰਥ ਕਰੋ ਪੁਨ ਅੰਗੀਕਾਰਾ। ਤੇ ਇਹਨਾਂ ਦੇ ਰਾਹ ਵਿਚਾਰ ਧਾਰਾ ਅਥਵਾ ਸਿੱਖੀ ਨੂੰ ਗ੍ਰਹਿਣ ਜਿਹੜਾ ਇਹਨਾਂ ਕਰ ਲਵਾਂ। ਕੋਈ ਤਾਂ ਅੰਦਰ ਜਿਹੜੀ ਮੇਰੇ
ਖਿਆਲ ਜਿਹੜਾ ਇਹਨਾਂ ਦੇ ਪ੍ਰਤੀ ਪੈਦਾ ਹੋ ਜਾਵੇ। ਅਸਮਨ ਠਾਨ ਗਇਓ ਨਿਜ ਧਾਮ। ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ ਰਾਜਾ ਆਪਣੇ ਘਰ ਜਿਹੜਾ ਇਹ ਵਾਪਸ ਚਲਾ ਗਿਆ ਹੈ ਉਪਬਨ ਰਾਜਤ ਪੂਰਨ ਕੰਮ। ਤੇ ਕਾਮਨਾਵਾਂ ਸੰਪੂਰਨ ਕਰਨ ਵਾਲੇ ਸਤਿਗੁਰੂ ਜੀ ਬਾਗ ਦੇ ਵਿੱਚ ਹੀ ਉਹਦੇ ਤੇ ਵਿੱਚ ਬਰਾਜੇ ਹਨ। ਬਹੁਤ ਸੁੰਦਰ ਪਰੇ ਅੰਕ ਪਠਾਏ। ਉਹਨੇ ਰਾਜੇ ਨੂੰ ਬਹੁਤ ਜਿਹੜਾ ਇਹਨਾਂ ਸੁੰਦਰ ਪਲੰਗ ਜਿਹੜਾ ਇਹਨਾਂ ਡੋਹਾ ਦਿੱਤਾ ਸੀ ਘਰ ਦੇ ਵਿੱਚ। ਕਹਿਣ ਲੱਗੇ ਅੰਦਰ ਪਿਆਰ ਵੀ ਸੀ ਪਰ ਫਿਰ ਵੀ ਕਹਿੰਦਾ ਪਰਖ ਕਰਕੇ ਵੇਖਦੇ ਹਾਂ। ਸੇਵਨ ਹਿਤ ਸੇਵਕ ਤਬ ਆਏ। ਸੇਵਾ ਕਰਨ ਲਈ ਕਹਿਣ ਲੱਗੇ ਸੇਵਾਦਾਰ ਵੀ ਜਿਹੜੇ ਆ ਚੁੱਕੇ ਨੇ। ਰੈਨ ਭਏ ਪਦ ਮਨ ਬੁਲਵਾਈ। ਰਾਤ ਪਈ ਤਾਂ ਇੱਕ ਅਤੀ ਸੁੰਦਰ ਇਸਤਰੀ ਜਿਹੜਾ ਇਹਨੇ ਬੁਲਾ ਲਈ। ਰਾਜੇ ਨੇ ਇਹ ਜਿਹੜਾ ਇਸ ਨੂੰ ਆਖਿਆ ਕਿ ਆਪਣੇ ਨਾਲ ਸੁੰਦਰ ਜਿਹੜੀਆਂ ਸਖੀਆਂ ਵੀ ਲੈ ਲੈ, ਹੋਰ ਇਸਤਰੀਆਂ ਇਕੱਤਰਤ ਇਕੱਠੀਆਂ ਕਰ ਲੈ। ਤੇ ਸੰਤ ਨਾਨਕ ਦੇ ਮਨ ਦੇ ਵਿੱਚ ਕਾਮ ਵਾਸਨਾ ਜਿਹੜੀ ਇਹਨਾਂ ਪੈਦਾ ਕਰਨੀ ਹੈ। ਐਸੀਆਂ ਵਿਚਾਰਾਂ ਦੇ ਹੰਗਤਾ ਹੀ ਕਹਿਣ ਲੱਗੇ ਸੁੰਦਰ ਸਖੀਆਂ ਲੇਕਰ ਸੰਗਾ ਤਾਏ ਸੰਤੋ ਪਾਉ ਅਨੰਗਾ। ਨਾਲ ਇਸਤਰੀਆਂ ਹੋਰ ਲੈ ਕੇ ਗੁਰੂ ਨਾਨਕ ਦੇ ਸਾਹਮਣੇ ਜਿਹੜਾ ਤੁਸੀਂ ਆ ਜਾਣਾ ਹੈ। ਤਿਨ ਸੁਨ ਨਸਵਤ ਕੀਨ ਸਿੰਗਾਰਾ। ਤੇ ਇਸੇ ਤਰ੍ਹਾਂ ਰਾਜੇ ਦੀ ਗੱਲ ਸੁਣ ਕੇ ਜਿਹੜਾ ਇਹਨਾਂ ਕਹਿਣ ਲੱਗੇ ਕਿ 16 ਜਿਹੜੇ ਸ਼ਿੰਗਾਰ ਕੀਤੇ ਨੇ, ਜਿਹੜੇ ਹੁੰਦੇ ਨੇ ਨਾ 16 ਸ਼ਿੰਗਾਰ ਉਹਨਾਂ ਨੇ ਕਰ ਲਏ ਹਨ। ਭੂਖਨ ਪਟ ਸਟ ਅੰਜਨ ਢਾਰਾ। ਸੁੰਦਰ ਗਹਿਣੇ ਜਿਹੜੇ ਇਹਨਾਂ ਉਹਨਾਂ ਨੇ ਆਪਣੇ ਤਨ ਤੇ ਪਾ ਲਏ, ਨੇਤਰਾਂ ਵਿੱਚ ਸੁਰਮਾ ਪਾ ਲਿਆ। ਕਹਿਣ ਲੱਗੇ ਐਸੀਆਂ ਜਿਹੜੀਆਂ ਵਿਚਾਰਾਂ ਇਸਤਰੀਆਂ ਨੇ ਅਦਾ ਕਰ ਲਈਆਂ ਨੇ। ਉਪਬਨ ਵਿਖੇ ਆਨ ਤਤਕਾਲਾ। ਤੇ ਉਹ ਬਾਗ ਦੇ ਵਿੱਚ ਪਾਤਸ਼ਾਹ ਜੀ ਬੈਠੇ ਨੇ ਤੇ ਇਹ ਵੀ ਤੁਰੰਤ ਜਿਹੜੀਆਂ ਇਹ ਬਾਗ ਦੇ ਵਿੱਚ ਜਿਹੜਾ ਇਹ ਆ ਗਈਆਂ ਨੇ। ਰੂਪ ਅਨੂਪਮ ਰੁਚਰ ਵਿਸਾਲਾ। ਉਹਨਾਂ ਦੀ ਸੁੰਦਰਤਾ ਬਹੁਤ ਹੀ ਮਨ ਨੂੰ ਲੁਭਾਉਣ ਵਾਲੀ ਸੀ। ਬੰਦਾ ਆਮ ਤੱਕਦਾ ਤੇ ਮਨ ਲਾਲਚਾ ਦੇ ਵਿੱਚ ਆ ਜਾਂਦਾ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਜਿਹੜਾ ਇਹ ਜਾ ਰਹੀਆਂ ਨੇ। ਗੋਰ ਰੰਗ ਕੰਚਨ ਗਜ ਗੋਰੀ। ਕਹਿਣ ਲੱਗੇ ਉਹਨਾਂ ਦਾ ਸੋਨੇ ਜਿਹਾ ਜਿਵੇਂ ਗੋਰਾ ਰੰਗ ਜਿਵੇਂ ਝਲਕਾਰੇ ਮਾਰਦਾ ਹੈ ਨਾ, ਉਸੇ ਤਰ੍ਹਾਂ ਜਿਹੜਾ ਇਹ ਚਿਹਰਾ ਹੈ ਡਲਕਾ ਮਾਰਦਾ ਪਿਆ ਹੈ। ਤੇ ਵਾਹਣ ਜਿਹੜੇ ਕਾਲੇ ਨੇ, ਇੱਥੋਂ ਤੱਕ ਜਿਵੇਂ ਬੰਦਾ ਵੇਖ ਕੇ ਸੁੰਦਰਤਾ ਵਿੱਚ ਆਪਣੇ ਮਨ ਨੂੰ ਵਿਕਾਰਾਂ ਵਿੱਚ ਲੈ ਆਵੇ। ਐਸੀ ਕੋਈ ਗੱਲ ਆਮ ਬੰਦੇ ਵਿੱਚ ਹੋਵੇਗੀ, ਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਐਸੇ ਨੇ, ਇੱਥੋਂ ਤੱਕ ਸਾਰਿਆਂ ਦੀਆਂ ਵਿਚਾਰਾਂ ਜਿਹੜੀਆਂ ਜਾਣਨ ਵਾਲੇ। ਆਖਣ ਲੱਗੇ ਅੰਦਰ ਦੀਆਂ ਵਿਚਾਰਾਂ ਤੇ ਮੇਰੇ ਪਾਤਸ਼ਾਹ ਜਾਣਦੇ ਨੇ, ਪਰ ਇਹਨਾਂ ਨੇ ਆਪਣੇ ਅੰਦਰ ਜਿਹੜੀ ਇਹਨਾਂ ਬਹੁਤ ਭੈੜੀ ਰੁਚੀ ਅਦਾ ਕੀਤੀ ਹੈ। ਬਰਖ ਚਤਰ 10 ਕੀ ਤਹ ਬੈਸਾ। ਕਹਿਣ ਲੱਗੇ ਚਤੁਰਦਸ ਕੀ ਬੈਸਾ। ਹੁਣ ਦੇਖੋ ਉਮਰਾਂ ਦੀ ਗੱਲ ਵੀ ਕੀਤੀ। ਕਹਿਣ ਲੱਗੇ ਕਿਸੇ ਦੀ ਉਮਰ 14 ਸਾਲ ਦੀ ਸੀ ਜਿਹੜੀਆਂ ਇਸਤਰੀਆਂ ਗਈਆਂ ਨੇ। ਹੁਣ ਇੱਥੋਂ ਤੱਕ ਜਵਾਨ ਜਿਵੇਂ ਲੜਕੀਆਂ, ਕਹਿਣ ਲੱਗੇ 16 ਸਾਲ ਦੀ ਉਮਰ ਹੈ ਕਿਸੇ ਦੀ, ਇੱਥੋਂ ਤੱਕ 14 ਸਾਲ ਦੀ। ਐਸੀਆਂ ਐਸੀਆਂ ਉਮਰਾਂ ਜਿਹੜੀਆਂ ਹੈ ਨਾ ਉਹਨਾਂ ਦੀਆਂ ਹਨ, ਪਰ ਉੱਥੇ ਜਾ ਕੇ ਸਾਹਮਣੇ ਗੁਰੂ ਦੇ ਸੁਭਾਏਮਾਨ ਹੋਣਾ ਹੈ। ਉਹ ਖੋੜ ਸਕੀ ਰੂਪ ਸੁਦੇਸਾ। ਪਰ ਅੰਦਰ ਇਹਨਾਂ ਦੇ ਬਸ ਇੱਕੋ ਹੀ ਵਿਚਾਰ ਸੀ ਕਿ ਅਸੀਂ ਰਾਜੇ ਦੀ ਗੱਲ ਮੰਨਣੀ ਹੈ ਤੇ ਅਸੀਂ ਮਨ ਜਿਹੜਾ ਹੈ ਨਾ ਉਹਦਾ ਡੋਲਣਾ ਹੈ। ਉਹਦਾ ਮਨ ਜਿਹੜਾ ਅਡੋਲ ਹੈ ਨਾ ਉਹਨੂੰ ਡੋਲਣਾ ਹੈ, ਪਰ ਕਿਸੇ ਵੀ ਤਰੀਕੇ ਜਜ਼ਬੇ ਦੇ ਨਾਲ ਉਹਦਾ ਮਨ ਡੋਲ ਦਈਏ। ਚਲਤ ਹੋਤ ਭੂਖਨ ਚਨਕਾਰਾ। ਇਸ ਤਰ੍ਹਾਂ ਹੀ ਕਹਿਣ ਲੱਗੇ ਕਿ ਮੰਦ ਮੁਖ ਮੁਸਕਾਮਨ। ਉਹ ਹੌਲੀ ਹੌਲੀ ਜਿਹੜਾ ਇਹਨਾਂ ਸਾਹਮਣੇ ਦੇਖੋ ਪਾਤਸ਼ਾਹ ਜੀ ਦੇ ਆ ਚੁੱਕੀਆਂ ਨੇ, ਚੱਲ ਕੇ ਆਈਆਂ। ਤੇ ਹੁਣ ਜਿਹੜੀ ਵਿਚਾਰ ਹੈ ਕਿ ਪਾਤਸ਼ਾਹ ਜੀ ਨੇ ਇਹਨਾਂ ਦੇ ਨਾਲ ਜੋ ਗੱਲਬਾਤ ਬਚਨ ਬਿਲਾਸ ਸਾਂਝੀ ਕਰਨੇ ਨੇ ਉਹ ਕਿਸ ਪ੍ਰਕਾਰ ਦੀ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਸੰਗਤ ਕਰਕੇ, ਬੋਲ ਸਰਵਣ ਕਰਕੇ ਆਨੰਦ ਪੈਦਾ ਹੋ ਰਿਹਾ ਹੈ। ਹੋਏ ਅਚਾਨਕ ਪ੍ਰਾਪਤ ਹੀਰਾ। ਤੇ ਇਸੇ ਤਰ੍ਹਾਂ ਕਹਿਣ ਲੱਗੇ ਕਵੀ ਜੀ ਤਿਉ ਆਨੰਦ ਭਾਵ ਬਚਨ ਨਾ ਜਾਈ, ਵਿਖੇ ਬਾਸਨਾ ਅਗਨ ਬੁਝਾਈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਵਿਕਾਰਾਂ ਰੂਪੀ ਅਗਨੀ ਜਿਹੜੀ ਹੈ ਇਹਨਾਂ ਇਸਤਰੀਆਂ ਨੇ ਆਖਿਆ ਬੁਝ ਚੁੱਕੀ ਹੈ। ਚਰਨ ਸੇਵਕੀ ਨੀ ਸਭ ਜਾਮਨ। ਤੇ ਸਾਰੀ ਦੇਖੋ ਜੀ ਉਹਨਾਂ ਦੇ ਉੱਪਰ ਜਿਹੜੀ ਹੈ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋ ਚੁੱਕੀ। ਮਹਿਰ ਤ੍ਰਿਸ਼ਟ ਤੇ ਉਦਰੀ ਕਾਮਨ। ਹੁਣ ਕਹਿਣ ਲੱਗੇ ਕਿ ਇਹਨਾਂ ਨੇ ਆਪਣੇ ਅੰਦਰ ਪਿਆਰ ਗੁਰੂ ਨਾਨਕ ਦੇ ਘਰ ਦਾ ਪੈਦਾ ਕੀਤਾ ਹੈ ਤੇ ਸਤਿਗੁਰੂ ਦੇ ਚਰਨਾਂ ਦੀ ਸੇਵਾ ਜਿਹੜੀ ਹੈ ਬੜੇ ਪਿਆਰ ਦੇ ਨਾਲ ਅਦਾ ਕੀਤੀ ਹੈ। ਹੋਰ ਭਈ ਜਹ ਥੋ ਅਵਨੀਪਾ। ਤੇ ਇਹਨਾਂ ਦਾ ਉਧਾਰ ਜਿਹੜਾ ਹੈ ਸਤਿਗੁਰੂ ਦੇ ਚਰਨਾਂ ਦੀ ਸੇਵਾ ਕਰਕੇ ਹੋ ਚੁੱਕਾ। ਪਹੁੰਚੀ ਤਾਂ ਕੇ ਜਾਏ ਸਮੀਪਾ। ਤੇ ਇਹਨਾਂ ਇਸਤਰੀਆਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਜਦੋਂ ਸਵੇਰ ਹੋਵੇਗੀ ਤੇ ਜਿੱਥੇ ਰਾਜਾ ਰਹਿੰਦਾ ਸੀ ਉਹਦੇ ਪਾਸ ਜਾ ਕੇ ਅਸੀਂ ਪਹੁੰਚਾਂਗੇ। ਨ੍ਰਿਪਤ ਬਿਲੋਕਤ ਬਚਨ ਬਖਾਨਾ। ਰਾਜੇ ਨੇ ਵੇਖ ਕੇ ਇਹਨਾਂ ਦੇ ਕੋਲੋਂ ਪੁੱਛਿਆ, ਕਹਿਣ ਲੱਗੇ
ਜੋ ਵਾਰਤਾਲਾਪ ਹੋਈ ਦੱਸੋ। ਕਹੋ ਸੰਤ ਨਿਸ ਕਸ ਪਹਿਚਾਨਾ। ਕਹਿਣ ਲੱਗੇ ਤੁਸੀਂ ਸੰਤ ਦੀ ਪਰਖ ਕੀਤੀ ਸੀ, ਤੋਂ ਤੱਕ ਕੀ ਭਾਣਾ ਵਾਪਰਿਆ ਹੈ। ਕਾਮਾ ਤੁਰ ਕਰ ਜਿਤਿਓ ਕਿ ਨਾਹੀ। ਇਤੋਂ ਤੱਕ ਮਨ ਨੂੰ ਅਡੋਲ ਰੱਖਿਆ ਹੈ ਕਿ ਜਾਂ ਮਨ ਉਹਨਾਂ ਦਾ ਡੋਲਿਆ ਹੈ। ਜਸ ਬੀਤੀ ਤਿਸ ਕੋ ਮੁਝ ਪਾਹੀ। ਉਵੇਂ ਉਵੇਂ ਜਿਹੜਾ ਹੈ ਮੈਨੂੰ ਸਾਰੀ ਵਾਰਤਾਲਾਪ ਬਿਆਨ ਕਰਕੇ ਜੀਭਾ ਤੋਂ ਉਚਾਰਨ ਕਰਕੇ ਦੱਸ ਦੇਵੋ। ਸਰਬ ਅਗਨਾ ਮੈਂ ਜੋ ਪ੍ਰਧਾਨਾ। ਤੇ ਸਾਰੀਆਂ ਤੀਮਰਤਾਂ ਦੇ ਵਿੱਚੋਂ ਜਿਹੜੀ ਪ੍ਰਧਾਨਤਾ ਲਾਭ ਦੱਸਦੀ ਹਾਂ। ਪੂਰਬ ਕੋਹ ਦੇਖ ਰੂਪ ਦਿਆ ਸਭੈ ਲੁਭਾਏ। ਤੇ ਸਾਰੇ ਹੀ ਇਤੋਂ ਤੱਕ ਜਿਹੜਾ ਹੈ ਨਾ ਉਹਨੂੰ ਵੇਖ ਕਰਕੇ ਉਹਦੇ ਪਿਆਰ ਵਿੱਚ ਰਮ ਜਾਂਦੇ ਨੇ। ਇਨ ਸੋ ਹਾਵ ਭਾਵ ਮੈਂ ਕੀਨੀ। ਉਹਨਾਂ ਦੇ ਅੱਗੇ ਦੇਖੋ ਬੜੀਆਂ ਅਦਾਵਾਂ ਜਿਹੜੀਆਂ ਕੀਤੀਆਂ ਹੈ, ਪਰ ਗੁਰੂ ਨਾਨਕ ਮਹਾਰਾਜ ਜੀ ਸਾਖਾਤ ਰੱਬ ਦਾ ਰੂਪ ਹਨ। ਜਿਨ ਬਿਲੋਕ ਮਨ ਤਪੀ ਭੁਲੀਨੇ। ਜਿਨ੍ਹਾਂ ਨੂੰ ਤੱਕ ਕੇ ਇੱਥੋਂ ਤੱਕ ਕਹਿਣ ਲੱਗੇ ਮੁਨੀ ਸਭ ਕੁਝ ਜਿਹੜਾ ਇਹਨਾਂ ਤਪੀ ਵੀ ਭੁੱਲ ਜਾਂਦੇ ਨੇ। ਇਨ ਕੇ ਤਨ ਕੋ ਤਨਕ ਨ ਪਰਸੇ। ਉਹ ਇੱਥੋਂ ਤੱਕ ਜਿਹੜਾ ਹੈ ਉਹਨਾਂ ਦੇ ਸਰੀਰ ਨੂੰ ਤਾਂ ਰੱਤਾ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ। ਆਮ ਬੰਦੇ ਦੇ ਮਨ ਵਿੱਚ ਦੁੱਖ ਹੋਵੇਗਾ, ਤਨ ਨੂੰ ਰੋਗ ਲੱਗ ਜਾਵੇਗਾ। ਗੁਰੂ ਨਾਨਕ ਮਹਾਰਾਜ ਜੀ ਐਸੇ ਨੇ ਕਿ ਇਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਪੈਦਾ ਹੁੰਦਾ। ਰਹੇ ਅਡੋਲ ਸੇ ਕੰਚਨ ਗਿਰਸੇ। ਇਸਤਰੀਆਂ ਆਖਣ ਲੱਗੀਆਂ ਰਾਜਨ ਉਹਨਾਂ ਦਾ ਮਨ ਅਡੋਲ ਰਹਿੰਦਾ ਹੈ, ਮਨ ਕਦੀ ਵੀ ਇੱਥੋਂ ਤੱਕ ਡੋਲਦਾ ਨਹੀਂ ਹੈ। ਕਿਰਪਾ ਦ੍ਰਿਸ਼ਟ ਪੁਨ ਹਮ ਪਰ ਕੀਨੀ। ਤੇ ਇਸ ਤਰ੍ਹਾਂ ਮਨ ਉਹਨਾਂ ਦਾ ਅਡੋਲ ਹੈ, ਜਿਵੇਂ ਇੱਥੋਂ ਤੱਕ ਪਰਬਤ ਪਹਾੜ ਇੱਕ ਥਾਂ ਖੜੇ ਹੁੰਦੇ ਨੇ, ਇੱਕੇ ਥਾਂ ਤੇ ਐ ਅਡੋਲ ਰੱਖਿਆ ਹੈ। ਹਰ ਸਿਮਰਨ ਕੇ ਰਸਮਤ ਪੀਨੀ। ਸਾਡੇ ਤੇ ਐਸੀ ਕਿਰਪਾ ਉਹਨਾਂ ਨੇ ਕੀਤੀ ਹੈ, ਸਾਡੀ ਮੱਤ ਪ੍ਰਭੂ ਦੇ ਚਰਨਾਂ ਵਿੱਚ ਜੋੜ ਦਿੱਤੀ ਹੈ। ਇਹ ਤੂੰ ਪੂਰਨ ਪੁਰਖ ਕਿਰਪਾਲਾ। ਇਹ ਤਾਂ ਪੂਰਨ ਇੱਥੋਂ ਤੱਕ ਕਿਰਪਾਲੂ, ਕਿਰਪਾ ਦਾ ਘਰ ਕੋਈ ਪੁਰਖ ਨਜ਼ਰ ਆ ਰਿਹਾ। ਜਿਸ ਕੋ ਦਰਸ਼ਨ ਕਰਤ ਨਿਹਾਲਾ। ਕਹਿਣ ਲੱਗੇ ਜਿਹਦੇ ਦਰਸ਼ਨ ਕੀਤਿਆਂ ਇੱਥੋਂ ਤੱਕ ਸਾਡੀ ਜ਼ਿੰਦਗੀ ਨਦਰ ਨਿਹਾਲ ਹੋ ਚੁੱਕੀ ਹੈ। ਪੂਰਬ ਜਨਮ ਕਰਮ ਹਮ ਜਾਗੇ। ਸਾਡੇ ਤਾਂ ਕੋਈ ਪੂਰਬਲੇ ਜਨਮਾਂ ਦੇ ਕਰਮ ਜਿਹੜੇ ਉਹ ਇੱਥੋਂ ਤੱਕ ਜਾਗ ਪਏ ਹਨ। ਤੋ ਪਰਸ਼ੋਤਮ ਸੇਵਾ ਲਾਗੇ। ਤਾਂ ਅਸੀਂ ਉਸ ਮਹਾਂਪੁਰਖ ਗੁਰੂ ਦੀ ਸੇਵਾ ਜਿਹੜੀ ਇਹਨਾਂ ਕਰ ਰਹੀਆਂ, ਉਹਦੀ ਸੇਵਾ ਦੇ ਵਿੱਚ ਯਤਨਸ਼ੀਲ ਹੋ ਚੁੱਕੀਆਂ ਹਾਂ। ਸਰਬ ਰਹਿਣ ਦੇ ਕਰ ਉਪਦੇਸ਼ਾ। ਜਿਸੇ ਤਰ੍ਹਾਂ ਸਾਨੂੰ ਗੁਰੂ ਨੇ ਉਪਦੇਸ਼ ਦਿੱਤਾ, ਜਿਹੜੀ ਸੇਵਾ ਆਖੀ ਅਸੀਂ ਉਹੀ ਮੁਕੰਮਲ ਸੇਵਾ ਆਪਣੇ ਹੱਥਾਂ ਦੇ ਨਾਲ ਰਾਜਨ ਕੀਤੀ ਹੈ। ਕਿਉ ਕਰਤਾਰਥ ਸੁਣੋ ਨਿਰੇਸ਼ਾ। ਸਾਡੇ ਤੇ ਕਿਰਪਾ ਮੇਰੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ। ਕਹਿਣ ਲੱਗੇ ਰਾਜੇ ਨੂੰ ਸਾਰੀ ਇਹ ਗੱਲ ਜਿਹੜੀ ਸੁਣਾਈ ਤੇ ਅੱਗੇ ਫਿਰ ਕਹਿਣ ਲੱਗੀਆਂ ਕਿ ਅਗਲੀ ਗੱਲ ਸੁਣ ਲਵੋ। ਵਿਸ਼ੈ ਭੋਗ ਬਿਸ਼ਟਾ ਕੀ ਨਿਆਈ। ਉਹਨਾਂ ਦੇ ਮਨ ਦੇ ਵਿੱਚ ਕਿਤੇ ਪ੍ਰਕਾਰ ਦਾ ਵਿਸ਼ਾ ਵਿਕਾਰ ਜਿਹੜਾ ਇਹਨਾਂ ਔਗਣ ਹੈ। ਦੁਰਗੰਧਤ ਸੋ ਹਮੈ ਨ ਪਾਈ। ਤੇ ਇਹ ਦੁਰਗੰਧਤ ਵਸਤੂਆਂ ਵਾਲੀ ਇੱਥੋਂ ਤੱਕ ਉਹਨਾਂ ਦੀ ਮਤ ਨਹੀਂ ਹੈ। ਸਾਡੇ ਮਨਾਂ ਵਿੱਚ ਵਿਕਾਰ ਹੋ ਸਕਦੇ ਨੇ, ਪਰ ਉਹਨਾਂ ਦੀ ਮਿਹਰ ਵਾਲੀ ਨਿਗਾਹ ਸਾਡੇ ਮਨਾਂ ਦੇ ਵਿਕਾਰ ਦੂਰ ਕਰ ਦਿੰਦੀ ਹੈ। ਹਿਰਦੈ ਸ਼ਾਂਤ ਪ੍ਰਾਪਤ ਸਭ ਭਾਂਤੀ। ਹਰ ਤਰ੍ਹਾਂ ਦੇ ਨਾਲ ਕਹਿਣ ਲੱਗੇ ਸਾਡੇ ਹਿਰਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਨੇ ਸ਼ਾਂਤੀ ਪੈਦਾ ਕਰ ਦਿੱਤੀ ਹੈ। ਸੁਣਤ ਬਚਨ ਪੀ ਸ਼ੀਤਲ ਛਾਤੀ। ਉਹਨਾਂ ਦੇ ਬਚਨ ਸੁਣ ਕੇ ਇਸਤਰੀਆਂ ਆਖਣ ਲੱਗੀਆਂ ਰਾਜੇ ਨੂੰ ਕਿ ਸਾਡਾ ਹਿਰਦਾ ਜਿਹੜਾ ਏ ਉਹਨਾਂ ਦੇ ਬੋਲ ਸੁਣ ਕੇ ਠੰਡਾ ਸ਼ੀਤਲ ਹੋ ਚੁੱਕਾ ਹੈ। ਕਾਢ ਨਰਕ ਤੇ ਸੁਰਗ ਪਹੁੰਚਾਏ। ਜਿਹਨੇ ਸਾਨੂੰ ਇੱਥੋਂ ਤੱਕ ਨਰਕਾਂ ਵਿੱਚੋਂ ਕੱਢ ਕੇ ਸਵਰਗਾਂ ਵਿੱਚ ਪਹੁੰਚਾ ਦਿੱਤਾ। ਐਸੋ ਸੰਤ ਪਿਖਿਓ ਨਿਸ ਜਾਏ। ਐਸਾ ਸੰਤ ਸਾਨੂੰ ਜਿਹੜਾ ਇਹਨਾਂ ਵੇਖਣ ਨੂੰ ਕਿਤੇ ਵੀ ਦੁਨੀਆ ਵਿੱਚ ਨਹੀਂ ਗਾ ਮਿਲਣਾ। ਸੁਨਤ ਭੂਪ ਮਨ ਮਹਿ ਹਰ ਖਾਨਾ। ਆਖਣ ਲੱਗੇ ਇਹ ਗੱਲ ਸੁਣ ਕੇ ਰਾਜੇ ਦੇ ਮਨ ਵਿੱਚ ਬੜੀ ਖੁਸ਼ੀ ਪੈਦਾ ਹੋਈ ਤੇ ਉਤਸ਼ਾਹ ਜਿਹੜਾ ਹੈ ਅੰਦਰ ਵੱਧ ਰਿਹਾ ਹੈ। ਇਹ ਸ਼੍ਰੀ ਨਾਨਕ ਗਤ ਦਾਨਾ। ਫਿਰ ਸੋਚਣ ਲੱਗਾ ਇਹ ਮੁਕਤੀ ਦੇ ਦਾਤੇ ਉਹੀ ਨੇ ਜਿਨ੍ਹਾਂ ਦੇ ਮੈਂ ਦਰਸ਼ਨਾਂ ਦੀ ਤਾਂਘ ਆਪਣੇ ਮਨ ਵਿੱਚ ਪੈਦਾ ਕੀਤੀ ਹੈ। ਕੇਵਲ ਤਾਂ ਕੇਵਲ ਉਹ ਕੌਣ ਨੇ? ਗੁਰੂ ਨਾਨਕ ਮਹਾਰਾਜ ਜੀ ਖੁਦ ਸਾਖਾਤ ਆਪ ਹਨ। ਕਲੀ ਕਾਲ ਕੀ ਪ੍ਰਭ ਕੁਚਾਲੀ। ਕਹਿਣ ਲੱਗੇ ਕਲਯੁਗ ਦੇ ਸ਼ਕਤੀਵਾਨ ਇੱਥੋਂ ਤੱਕ ਬੁਰੇ ਆਚਰਣ ਤੋਂ ਬੰਦਿਆਂ ਨੂੰ ਬਚਾਉਣ ਵਾਲੇ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਨੇ। ਜਤ ਸਤ ਤੇ ਕੀਆ ਨਰ ਸਭ ਖਾਲੀ। ਤੇ ਇਹ ਜਿਹੜੀ ਵਿਚਾਰ ਹੈ ਜਤ ਸਤ ਤੋਂ ਖਾਲੀ ਜਿਹੜਾ ਇਹ ਮੇਰੇ ਪਾਤਸ਼ਾਹ ਕਰ ਦਿੰਦੇ ਨੇ। ਬਿਨ ਸ਼੍ਰੀ ਨਾਨਕ ਕੋਈ ਨਾ ਪੂਰਨ। ਬਿਨਾਂ ਨਾਨਕ ਜੀ ਦੇ ਕੋਈ ਹੁਣ ਪੂਰਨ ਇੱਥੋਂ ਤੱਕ ਸੰਸਾਰ ਵਿੱਚ ਨਾ ਮੈਂ ਵੀ ਸੁਣਿਆ ਤੇ ਨਾ ਦੇਖਿਆ ਹੈ। ਅਸ ਵਿਚਾਰ ਗਮਨਿਓ ਪੁਨ ਤੂਰਨ। ਰਾਜਾ ਸ਼ਿਵਨਾਭ ਕਹਿਣ ਲੱਗਾ ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰ ਨੇ ਆਪਣੇ ਕੀਤੀ ਤੇ ਉਸੇ ਵੇਲੇ ਤੁਰੰਤ ਜਿਹੜਾ ਹੈ ਨਾ ਆਪਣੇ ਘਰ ਵਿੱਚੋਂ ਚੱਲ ਕਰਕੇ ਉੱਥੇ ਪਹੁੰਚਿਆ ਜਿੱਥੇ ਪਾਤਸ਼ਾਹ ਜੀ ਬਿਰਾਜੇ ਨੇ।
ਪਗ ਨੰਗੇ ਕਰ ਪ੍ਰੇਮ ਸੁਟ ਗਾਡੇ। ਤੇ ਘਰ ਦੇ ਵਿੱਚੋਂ ਰਵਾਨਾ ਹੋਇਆ। ਕਹਿਣ ਲੱਗੇ ਰਾਜਾ ਸ਼ਿਵਨਾਗ ਗੁਰੂ ਨੂੰ ਮਿਲਣ ਵਾਸਤੇ ਗਿਆ ਏ। ਇਹਨਾਂ ਇਸਤਰੀਆਂ ਦੇ ਪਾਸੋਂ ਬੋਲ ਸੁਣ ਕਰਕੇ ਕਿ ਸਤਿਗੁਰੂ ਦੀ ਸੋਭਾ ਅਥਾਹ ਏ। ਕਹਿਣ ਲੱਗੇ ਗੁਰੂ ਜੀ ਦੇ ਡੂੰਘੇ ਪ੍ਰੇਮ ਵਿੱਚ ਰੰਗਿਆ ਹੋਇਆ ਰਾਜਾ ਘਰ ਦੇ ਵਿੱਚੋਂ ਨੰਗੇ ਪੈਰੀ ਚੱਲ ਚੁੱਕਾ ਹੈ। ਗਇਓ ਸੋ ਗਰ ਤਰੋਵਰ ਤਰ ਠਾਂਡੇ। ਤੇ ਇਸੇ ਤਰ੍ਹਾਂ ਕਹਿਣ ਲੱਗੇ ਕਿ ਜਿਸ ਦਰਖਤ ਦੇ ਹੇਠ ਮੇਰੇ ਪਾਤਸ਼ਾਹ ਬਾਗ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਬੈਠੇ ਹਨ, ਪੀਠ ਕਰੇ ਭੂਪਤ ਕੀ ਔਰਾ। ਤੇ ਉੱਥੇ ਜਾ ਪਹੁੰਚਿਆ। ਕਹਿਣ ਲੱਗੇ ਗੁਰੂ ਜੀ ਨੇ ਰਾਜੇ ਵੱਲ ਜਿਹੜੀ ਨਾ ਆਪਣੀ ਪਿੱਠ ਕਰ ਲਈ ਹੈ ਤਨਕ ਨ ਚਿਤਵਨ ਹਿਤ ਸੁਖ ਮੋਰਾ। ਤੇ ਉਹਨੂੰ ਦੇਖਣ ਲਈ ਰੱਤੀ ਭਰ ਵੀ ਮੂੰਹ ਨਹੀਂ ਜਿਹੜਾ ਇਹ ਮੇਰੇ ਪਾਤਸ਼ਾਹ ਜੀ ਨੇ ਵਾਪਸ ਨੂੰ ਘੁਮਾਇਆ, ਕਿਉਂਕਿ ਜਿਹੜੀ ਪਿੱਠ ਪਾਤਸ਼ਾਹ ਜੀ ਨੇ ਰਾਜੇ ਵੱਲ ਨੂੰ ਕਰ ਲਈ। ਚਿਹਰਾ ਕਿੱਥੋਂ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਇਹ ਨਜ਼ਰ ਆਵੇਗਾ ਰਾਜੇ ਨੂੰ। ਕੀਨ ਡੰਡੋਤ ਭੂਪ ਬਦਨੀ ਕੀ। ਤੇ ਰਾਜੇ ਨੇ ਹਿਰਦੇ ਵਿੱਚ ਇੰਨੀ ਸ਼ਰਧਾ ਜਿਹੜੀ ਇਹਨਾਂ ਵਧਾ ਲਈ। ਕਹਿਣ ਲੱਗੇ ਉਹਨੇ ਚਰਨਾਂ ਦੇ ਵਿੱਚ ਪਾਤਸ਼ਾਹ ਜੀ ਦੇ ਦੰਡਵਤ ਪ੍ਰਣਾਮ ਕਰ ਦਿੱਤੀ। ਵਦੀ ਚਰਨ ਪਾਸਰਦਾ ਹੀ ਕੀ। ਤੇ ਫਿਰ ਉਹ ਦੇਖੋ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਆਪ ਇਥੋਂ ਤੱਕ ਗੁਣਾਂ ਦੀਆਂ ਇੱਥੋਂ ਤੱਕ ਵਿਚਾਰਾਂ ਅੰਦਰ ਰੱਖ ਕਰਕੇ ਸਾਡੇ ਕੋਲ ਸਾਡੇ ਨਗਰ ਵਿੱਚ ਆਏ, ਮੈਂ ਆਪ ਦੀ ਪਹਿਚਾਨ ਨਾ ਕਰ ਸਕਿਆ। ਡੋਲਿਓ ਹਿਰਦੇ ਨਾ ਨਿਸ਼ਚਾ ਗਾਡਾ। ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ ਇੰਨਾ ਪੱਕਾ ਮੈਨੂੰ ਨਿਸ਼ਚਾ ਮੇਰੇ ਪਾਤਸ਼ਾਹ ਜੀ ਕੇਵਲ ਹੋ ਚੁੱਕਾ ਹੈ। ਸ੍ਰੀ ਗੁਰੂ ਮੁਖ ਤੇ ਭੂਸ਼ਣ ਠਾਨੀ। ਫਿਰ ਉਹਦਾ ਮਨ ਜਿਹੜਾ ਹੈ ਕਦੇ ਵੀ ਨਹੀਂ ਡੋਲੇਗਾ ਤੇ ਨਾ ਇਤੋਂ ਤੱਕ ਡੋਲਿਆ ਹੈ। ਕਛੂ ਨਾ ਭੂਪ ਸੰਗ ਬੋਲੇ ਬਾਣੀ। ਗੁਰੂ ਜੀ ਨੇ ਮੁਖ ਤੋਂ ਇਤੋਂ ਤੱਕ ਪਹਿਲਾਂ ਚੁੱਪ ਸਾਧੀ ਹੋਈ ਸੀ। ਕਹਿਣ ਲੱਗੇ ਪਹਿਲਾਂ ਪਾਤਸ਼ਾਹ ਚੁੱਪ ਹਨ। ਜਬ ਇਉਂ ਬੀਤੇ ਜਾਮ ਅਟਾਹੀ। ਤੇ ਰਾਜੇ ਦੇ ਨਾਲ ਕੋਈ ਗੱਲਬਾਤ ਮੇਰੇ ਪਾਤਸ਼ਾਹ ਜੀ ਨੇ ਜੀਭਾ ਤੋਂ ਨਾ ਉਚਾਰਨ ਕੀਤੀ। ਡੋਲਿਓ ਨਾ ਸੋਏ ਰਹਿਓ ਥਿਰ ਥਾਈ। ਇਸੇ ਤਰ੍ਹਾਂ ਕਹਿਣ ਲੱਗੇ 2.5 ਪਹਿਰ ਜਿਹੜੇ ਇਹਨਾਂ ਬੀਤ ਚੁੱਕੇ ਹਨ। ਤਬ ਬੋਲੇ ਸ੍ਰੀ ਗੁਰਮੁਖੰਦਾ। ਤੇ ਤੇ ਇੱਥੇ ਹੁਣ ਦੇਖੋ ਕਹਿਣ ਲੱਗੇ 2.5 ਪਹਿਰ ਜਿਹੜੇ ਨਾ ਬੀਤ ਗਏ। ਇੱਕ ਪਹਿਰ 12 ਤੋਂ 3, 3 ਤੋਂ 6 ਤੱਕ ਜਿਹੜੇ 2 ਪਹਿਰ ਬਣ ਚੁੱਕੇ ਨੇ। 2.5 ਕਹਿਣ ਲੱਗੇ ਜਿਵੇਂ 12 ਤੋਂ ਇੱਥੋਂ ਤੱਕ 7.5 ਸਮੇਂ ਦੀ ਅਸੀਂ ਦਿਨ ਵਿੱਚ ਗੱਲ ਕਰਦੇ ਆ। ਇੰਨਾ ਸਮਾਂ ਜਿਹੜਾ ਇਹ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤਾ। ਲਾਗੇ ਰਾਜ ਨੂੰ ਜਿਹੜਾ ਇਹਨਾਂ ਰਾਜਾ ਸ਼ਿਵਨਾਬ ਬੈਠਾ ਹੈ। ਆਖਣ ਲੱਗੇ ਇਸ ਤਰ੍ਹਾਂ ਦੀ ਵਿਉਂਤ ਜਿਹੜੀ ਬਣੀ ਹੈ। ਹੁਣ ਦੇਖੋ ਜੀ 2.5 ਪਹਿਰ ਜਿਹੜਾ ਇਹਨਾਂ ਉੱਥੇ ਬੀਤ ਚੁੱਕੇ ਸੀ ਤੇ ਫਿਰ ਪਾਤਸ਼ਾਹ ਜੀ ਨੇ ਉਸ ਡੋਲੇ ਹੋਏ ਮਨ ਨੂੰ ਇਹ ਪੱਕਾ ਸਥਿਰ ਜਿਹੜਾ ਇਹ ਕਰ ਦਿੱਤਾ। ਉਹਦੇ ਨਾਲ ਜਿਹੜੇ ਬੋਲ ਹੁਣ ਸਾਂਝੇ ਕਰਨੇ ਹਨ। ਹੈ ਭੂਪਤ ਤੁਝ ਕਛੁਲ ਆਨੰਦਾ। ਮੁਕਤੀ ਦੇ ਦਾਤੇ ਗੁਰੂ ਜੀ ਆਪਣੀ ਜੀਭਾ ਤੋਂ ਬਚਨ ਕਰਨ ਲੱਗੇ ਨੇ। ਕਹੋ ਆਪਣੀ ਮਨ ਅਬਲਾਖਾ। ਕਹਿਣ ਲੱਗੇ ਭੈ ਭੂਪਤ ਤੁਝ ਕੁਸ਼ਲ ਆਨੰਦਾ। ਸਤਿਗੁਰੂ ਜੀ ਨੇ ਬਚਨ ਕੀਤਾ ਰਾਜਨ ਤੇਰੇ ਵੱਲ ਸਭ ਕੁਝ ਜਿਹੜਾ ਇਹ ਸੁਖ ਆਨੰਦ ਹੈ। ਕਹੋ ਆਪਣੀ ਮਨ ਅਬਲਾਖਾ। ਮਨ ਦੀ ਕੋਈ ਇੱਛਾ ਜਿਹੜੀ ਹੈ ਪ੍ਰਗਟ ਕਰੋ। ਤੁਹਾਡੇ ਅੰਦਰ ਦੀ ਇੱਛਾ ਕੋਈ ਜ਼ਾਹਰ ਹੋਵੇ ਉਹ ਕਰ ਦੇਵੋ ਜੀ। ਹਰੋ ਹੁਣ ਜਾਂਦੇ ਪ੍ਰਣ ਰਾਖਾ। ਜਿਹਦੇ ਕਰਕੇ ਇਥੋਂ ਤੱਕ ਤੂੰ ਖੜੇ ਰਹਿਣ ਦਾ ਪ੍ਰਣ ਜਿਹੜਾ ਕੀਤਾ ਹੋਇਆ ਹੈ। ਦੋਹਰਾ ਬੇਤਰੀ ਖਤਰੀ ਜਾਤ ਜੋ ਨਾਨਕ ਨਾਮ ਅਨੂਪ। ਬੇਦੀ ਇਥੋਂ ਤੱਕ ਕੁੱਲ ਦੇ ਕਹਿਣ ਲੱਗੇ ਖੱਤਰੀ ਜਾਤ ਦੇ ਸੁੰਦਰ ਨਾਮ ਵਾਲੇ ਗੁਰੂ ਨਾਨਕ ਮਹਾਰਾਜ ਜੀ ਉਹ ਭਾਈ ਮਨਸੁਖ ਪਾਸੋਂ ਜਿਹੜਾ ਇਹਨਾਂ ਪੁੱਛ ਕੇ ਇਸੇ ਤਰ੍ਹਾਂ ਬੇਨਤੀਆਂ ਅਦਾ ਹਿਰਦੇ ਵਿੱਚ ਕਰ ਰਹੇ ਨੇ। ਮਨ ਸੁਖ ਕੋ ਬੂਝਣ ਕਰੀ ਲਿਖ ਲੀਨੀ ਤਬ ਭੂਪ। ਕਿਉਂਕਿ ਮਨਸੁਖ ਨੇ ਇੱਥੋਂ ਤੱਕ ਸਾਰੀਆਂ ਵਿਚਾਰਾਂ ਦੱਸੀਆਂ ਸੀ ਤੇ ਰਾਜੇ ਨੇ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਤਿਗੁਰੂ ਜੀ ਦਾ ਨਾਮ ਜਿਹੜਾ ਇਹ ਉਚਾਰਨ ਕਰਕੇ ਰੱਖ ਲਿਆ। ਕਹਿਣ ਲੱਗੇ ਪਿਆਰ ਵਿੱਚ ਰਾਜਾ ਭਿੱਜ ਚੁੱਕਾ ਹੈ। ਚੋਪਈ ਤਿਨ ਬੂਝਣ ਕੇ ਹੇਤ ਭੁਆਲਾ। ਹੁਣ ਇੱਥੇ ਫਿਰ ਬਚਨ ਕਰਨ ਲੱਗੇ ਕਿ ਸਤਿਗੁਰੂ ਜੀ ਨੇ ਇਹ ਪੁੱਛਣ ਲਈ ਦੇਖੋ ਰਾਜੇ ਨੂੰ ਇਹ ਫਿਰ ਬਚਨ ਬੋਲਿਆ ਏ। ਬੋਲਿਓ ਸੁਣੋ ਸੰਤ ਕਿਰਪਾਲਾ। ਕਿਰਪਾ ਦੀ ਖਾਨ ਮੇਰੇ ਪਾਤਸ਼ਾਹ ਜੀ ਤੋਂ ਤੱਕ ਜਿਹੜਾ ਇਹ ਨਾ ਰਾਜੇ ਨੂੰ ਕਹਿ ਕੇ ਇਹ ਬੇਨਤੀਆਂ ਤੇ ਕਰ ਰਹੇ ਨੇ। ਅੱਗੋਂ ਰਾਜਾ ਜਿਹੜਾ ਇਹ ਫਿਰ ਬੇਨਤੀ ਕਰਨ ਲੱਗਾ। ਕਹਿਣ ਲੱਗਾ ਕਿਰਪਾਲੂ ਸੰਤ ਗੁਰੂ ਨਾਨਕ ਮਹਾਰਾਜ ਜੀ ਮੇਰੀ ਬੇਨਤੀ ਨਿਮਾਣੇ ਜੀ ਦੀ ਸ਼ਰਵਣ ਕਰ ਲਵੋ। ਆਪਣੋ ਨਾਮ ਜਾਤ ਮੁਝ ਤਾਈ। ਤੇ ਇੱਥੋਂ ਤੱਕ ਸੁਣੋ ਕਿਰਪਾ ਕਰਕੇ ਮੈਨੂੰ ਆਪਣਾ ਜਿਹੜਾ ਇਹਨਾਂ ਨਾਮ ਦੱਸ ਦੇਵੋ। ਨਿਜ ਕਰ ਕਰੁਣਾ ਦੇਹੋ ਸੁਨਾਈ। ਤੇ ਇਹ ਮੈਂ ਇੱਥੋਂ ਤੱਕ ਤੁਹਾਡੀ ਜੀਭਾ ਤੋਂ ਸੁਣਨਾ ਚਾਹੁੰਦਾ ਹਾਂ ਜਾਂ ਤੇ ਇੱਥੋਂ ਤੱਕ ਆਪਣਾ ਨਾਮ ਉਚਾਰਨ ਕਰਕੇ ਮੈਨੂੰ ਜਿਹੜਾ ਉਜਾਗਰ ਕਰ ਦੇਵੋ। ਮਨ ਅਬਲਾਖ ਕਹੋ ਸਭ ਪਾਸੇ। ਜਦੋਂ ਮੈਂ ਆਪ ਜੀ ਤੋਂ ਇੱਥੋਂ ਤੱਕ ਤੁਹਾਡੇ ਬਾਰੇ ਚੰਗੀ ਤਰ੍ਹਾਂ ਜਾਣ ਲਵਾਂਗਾ ਪਿੱਛੋਂ ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਇਹ ਦੱਸ ਦੇਣੀਆਂ।
ਸੁਣ ਕਰ ਸ਼੍ਰੀ ਨਾਨਕ ਜਗ ਸਾਈਂ। ਕਹਿਣ ਲੱਗੇ ਇਹ ਸੁਣ ਕੇ ਜਗਤ ਦੇ ਮਾਲਕ ਸਤਿਗੁਰੂ ਜੀ ਮੁਖ ਤੋਂ ਇਹ ਸੁੰਦਰ ਸ਼ਬਦ ਉਚਾਰਨ ਕੀਤਾ ਹੈ ਕਿ ਜੋਗੀ ਦੇਖੋ ਸਵਾਮੀ ਦੇ ਨਾਮ ਦੇ ਨਾਲ ਜੁੜਿਆ ਹੋਵੇ ਨਾ ਤੇ ਉਹ ਪਵਿੱਤਰ ਹੁੰਦਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਜੋਗੀ ਸਵਾਮੀ ਦੇ ਨਾਲ ਨਾਮ ਦੇ ਨਾਲ ਜੁੜਿਆ ਹੋਵੇ ਤੇ ਉਹਦਾ ਜੀਵਨ ਪਵਿੱਤਰ ਹੁੰਦਾ ਹੈ। ਉਹਨੂੰ ਘੋਰਾ ਵੀ ਇੱਥੋਂ ਤੱਕ ਮਨ ਨੂੰ ਮਲੀਨਤਾ ਨਹੀਂ ਚਿੰਬੜਦੀ, ਕਿਉਂਕਿ ਉਹ ਪਿਆਰੇ ਸੱਚੇ ਸਵਾਮੀ ਦੇ ਨਾਲ ਜੁੜਿਆ। ਉਹਦੇ ਆਉਣ ਤੇ ਜਾਣ ਦੀ ਹਾਲਤ ਜਿਹੜੀ ਇਹਨਾਂ ਵਿਕਾਰਾਂ ਵਾਲੀ ਮੁੱਕ ਜਾਂਦੀ ਹੈ। ਕਵੀ ਅੱਗੇ ਜਿਹੜੀ ਬੇਨਤੀ ਅਦਾ ਕਰ ਰਹੇ ਹਨ, ਜੋ ਪਈ ਸਮਝ ਪੂਪ ਕਛੁ ਔਰ ਰੀਤੀ। ਤੇ ਇਹ ਗੱਲ ਜਿਹੜੀ ਹੈ ਨਾ ਰਾਜੇ ਨੇ ਚੰਗੀ ਤਰ੍ਹਾਂ ਸਮਝ ਲਈ ਹੈ। ਬੋਲਿਓ ਬਹੁਰ ਪੂਜਨੇ ਪ੍ਰੀਤੀ। ਉਹਨੇ ਹੋਰ ਜਿਹੜਾ ਇਹਨਾਂ ਜਾਣਨ ਲਈ ਬਹੁਤ ਪ੍ਰੇਮ ਦੇ ਨਾਲ ਪਾਤਸ਼ਾਹ ਜੀ ਨੂੰ ਪੁੱਛਿਆ, ਜੋਗੀ ਰੂਪ ਆਪ ਕੋ ਅਹੈ। ਕੀ ਤੁਹਾਡਾ ਰੂਪ ਜੋਗੀ ਵਾਲਾ ਹੈ? ਪਾਤਸ਼ਾਹ ਜੀ ਨੂੰ ਸਵਾਲ ਜਿਹੜਾ ਇਹ ਰਾਜਾ ਸ਼ਿਵਨਾਥ ਕਰ ਰਿਹਾ। ਅਸ ਸੁਨ ਪੁਨ ਸ਼੍ਰੀ ਨਾਨਕ ਕਹੈ। ਤਾਂ ਇਹ ਸੁਣ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਅੱਗੋਂ ਫਿਰ ਇਹ ਬਚਨ ਕੀਤਾ ਹੈ, ਜੋ ਪਈ ਅਸ ਸੁਨ ਬੋਲਿਓ ਬਹੁਰ ਰਜਾਨਾ। ਹੁਣ ਕਹਿਣ ਲੱਗੇ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ, ਜਾਂ ਤੋ ਭੀਤਰ ਮਹਿਲ ਬੁਲਾਵੇ ਪੁੱਛੋ ਬਾਤ ਨਿਰੰਤੀ ਰਹਾਓ। ਸਭ ਕਹਿੰਦੇ ਦੇਖੋ ਜਿਹੜੀ ਕੁੱਲ ਆਲਮ ਦੇ ਸਵਾਮੀ ਕਿਹੋ ਜਿਹਾ ਜਿਹੜਾ ਇਹ ਹੁੰਦਾ ਹੈ, ਤੇਰਾ ਨਾਮ ਤਾਂ ਵਾਹਿਗੁਰੂ ਪ੍ਰਮਾਤਮਾ ਬੰਦਾ ਜਾਣਦਾ ਹੈ। ਜੇਕਰ ਤੂੰ ਮੈਨੂੰ ਆਪਣੀ ਹਜ਼ੂਰੀ ਵਿੱਚ ਸੱਦ ਲਵੇ ਨਾ ਤੇ ਮੈਨੂੰ ਇੱਕ ਗੱਲ ਜਿਹੜੀ ਤੂੰ ਪੁੱਛੇ ਕਿ ਪ੍ਰਾਣੀ ਕਿਸ ਤਰ੍ਹਾਂ ਤੇਰੇ ਨਾਲ ਇੱਕਮਿਕ ਹੋ ਸਕਦਾ ਹੈ, ਤੇ ਅਸੀਂ ਜਿਹੜਾ ਇਹਨਾਂ ਜਵਾਬ ਪਾਤਸ਼ਾਹ ਜੀ ਤੇਰੇ ਕੋਲੋਂ ਸਿੱਖ ਕਰਕੇ ਲਵਾਂਗੇ। ਅਸ ਸੁਣ ਬੋਲਿਓ ਬਹੁਰ ਰਜਾਨਾ। ਇਹ ਸ਼ਬਦ ਸੁਣ ਕੇ ਰਾਜੇ ਨੇ ਤੋਂ ਤੱਕ ਕੁਝ ਹੋਰ ਜਿਹੜਾ ਇਹਨਾਂ ਸਮਝਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਜੀਭਾ ਤੋਂ ਬੋਲਿਆ ਏ, ਜੇ ਬ੍ਰਾਹਮਣ ਹੈ ਤੁਮਰੀ ਜਾਤੀ। ਕਹਿਣ ਲੱਗੇ ਜੇ ਤਾਂ ਤੋਂ ਤੱਕ ਬ੍ਰਾਹਮਣੀ ਜਾਤੀ ਦੇ ਤੁਸੀਂ ਹੋ ਤਾਂ ਕਿਰਪਾ ਕਰਕੇ ਸਪਸ਼ਟ ਰੂਪ ਜਿਹੜਾ ਇਹਨਾਂ ਮੈਨੂੰ ਦੱਸ ਦੇਵੋ ਜੀ। ਕਰੁਣਾ ਕਰ ਕਹੀਐ ਬਖਿਆਤੀ। ਹੁਣ ਇਸੇ ਤਰ੍ਹਾਂ ਫਿਰ ਅੱਗੇ ਬੇਨਤੀ ਕੀਤੀ ਹੈ, ਬ੍ਰਹਮਨ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਰ ਪੂਜੇ ਪਾਤੀ, ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ। ਕਹਿਣ ਲੱਗੇ ਕਿ ਮਨ ਦੇ ਵਿੱਚ ਬੜੀਆਂ ਜਿਹੜੇ ਇਹਨਾਂ ਸੰਕੇ ਸਵਾਲ ਪੈਦਾ ਹੁੰਦੇ ਨੇ। ਕੇਵਲ ਉਹੀ ਬ੍ਰਹਮਣ ਹੈ ਜੋ ਰੱਬ ਦੀ ਗਿਆਤ ਅੰਦਰ ਨਹਾਉਂਦਾ ਹੈ। ਪਾਤਸ਼ਾਹ ਕਹਿਣ ਲੱਗੇ ਸੱਚਾ ਬ੍ਰਹਮਣ ਉਹੀ ਹੈ ਜਿਹੜਾ ਸਤਿਗੁਰੂ ਦੇ ਗਿਆਨ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਂਦਾ ਹੈ, ਜਿਹਦੇ ਕੋਲ ਕੇਵਲ ਤਾਂ ਕੇਵਲ ਇੱਥੋਂ ਤੱਕ ਵਾਹਿਗੁਰੂ ਦਾ ਨੂਰ ਹੁੰਦਾ ਹੈ ਤੇ ਉਹਦੇ ਨੂਰ ਜਿਹੜਾ ਚਿਹਰੇ ਤੇ ਡਲਕਾ ਮਾਰਦਾ ਹੈ। ਜੋ ਪਈ ਸੁਨ ਕਰ ਐਸੇ ਬਚਨ ਅਨੂਪਾ। ਤੇ ਗੁਰੂ ਜੀ ਦਾ ਅਲਾਪਿਆ ਹੋਇਆ ਇਹ ਸੁੰਦਰ ਬਚਨ ਸੁਣ ਕੇ ਰਾਜਾ ਫਿਰ ਆਪਣੀ ਜੀਭਾ ਤੋਂ ਬਚਨ ਕਰ ਰਿਹਾ ਹੈ। ਬਹੁਰੋ ਬੋਲਤ ਭਾਵਚ ਕੂਪਾ। ਤੇ ਬੜੇ ਪਿਆਰ ਦੇ ਨਾਲ ਸਵਾਲ ਜਿਹੜਾ ਸਤਿਗੁਰੂ ਨੂੰ ਕੀਤਾ, ਜਾਤ ਤੁਮਾਰੀ ਖੱਤਰੀ ਅਹੈ। ਕਹਿਣ ਲੱਗੇ ਤੁਹਾਡੀ ਜਾਤ ਜਿਹੜੀ ਖੱਤਰੀ ਹੋ ਸਕਦੀ ਹੈ। ਸੁਨ ਏਓ ਕਮਲ ਨੈਣ ਪੁਨ ਕਹੈ। ਤੇ ਇਸੇ ਤਰ੍ਹਾਂ ਕਮਲ ਨੈਣ ਮੇਰੇ ਪਾਤਸ਼ਾਹ ਜੀ ਨੇ ਫਿਰ ਜਿਹੜੀ ਰਾਜੇ ਦੀ ਬੇਨਤੀ ਸੁਣ ਕੇ ਅੱਗੇ ਬਚਨ ਕੀਤਾ ਹੈ, ਜਿਹਵਾ ਡੰਡੀ ਇਹ ਘਟ ਸ਼ਾਬਾ ਤੋਲੋ ਨਾਮ ਅਜਾਤੀ। ਕਹਿਣ ਲੱਗੇ ਆਪਣੀ ਜੀਭਾ ਨੂੰ ਤੱਕੜੀ ਦੀ ਡੰਡੀ ਤੇ ਮਨ ਨੂੰ ਇੱਥੋਂ ਤੱਕ ਪਲਟਾ ਬਣਾ ਕੇ ਬੰਦਾ ਆਪ ਇੱਥੋਂ ਤੱਕ ਨਾਮ ਬੋਲਦਾ ਹੈ ਤੇ ਨਾਮ ਹੀ ਮਾਪਦਾ ਹੈ। ਕਹਿਣ ਲੱਗੇ ਕੇਵਲ ਇੱਕੋ ਹੀ ਹੱਡੀ ਹੈ ਤੇ ਸਭ ਜਿਹੜਾ ਹੈ ਨਾ ਉੱਪਰ ਉਹਦਾ ਸੁਦਾਗਰ ਜਿਹੜਾ ਉੱਚਾ, ਉਹਦਾ ਬੌਸ ਉੱਚਾ, ਜਿਹੜਾ ਰਾਖਾ ਹੁੰਦਾ ਵਾਹਿਗੁਰੂ ਖੁਦ ਅਕਾਲ ਪੁਰਖ। ਤੇ ਸਾਰੇ ਵਪਾਰੀ ਇੱਕੋ ਕਿਸਮ ਦਾ ਇੱਥੋਂ ਤੱਕ ਵਪਾਰ ਕਰਦੇ ਨੇ। ਏਕੋ ਹੱਥ ਸਾਹ ਸਭਨਾ ਸਿਰ ਬਣਜਾਰੇ ਇੱਕ ਭਾਤੀ। ਕਹਿਣ ਲੱਗੇ ਸਾਰਿਆਂ ਤੋਂ ਉੱਚਾ ਸ਼ਾਹ ਜਿਹੜਾ ਇਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਤੋਂ ਉੱਪਰ ਬਿਰਾਜਿਆ ਹੈ। ਚੌਪਈ ਤਦਪਨ ਨਿਸ਼ਚਾ ਭੂਪਤ ਆਵਾ। ਤੇ ਕਹਿਣ ਲੱਗੇ ਫਿਰ ਦੇਖੋ ਰਾਜੇ ਨੂੰ ਪੂਰਾ ਯਕੀਨ ਆਇਆ ਤੇ ਉਹਦੇ ਮਨ ਦੇ ਵਿੱਚ ਬਹੁਤ ਜਿਹੜਾ ਇਹਨਾਂ ਬੇਨਤੀਆਂ ਅਦਾ ਹੋ ਰਹੀਆਂ ਹੈ। ਤੇ ਇਹ ਫਿਰ ਅੱਗ ਕੇ ਜਿਹੜਾ ਇਹਨਾਂ ਕਹਿਣ ਲੱਗਾ ਹੈ, ਮਨ ਕੇ ਵਿਖੇ ਅਦਪ ਅਕੁਲਾਵਾ। ਤੇ ਬੜਾ ਅੱਕਿਆ ਜਿਹੜਾ ਇਹਨਾਂ ਪੁੱਛ ਰਿਹਾ ਫਿਰ ਪਾਤਸ਼ਾਹ ਜੀ ਨੂੰ, ਨਰਨ ਕਰਨ ਹੈ ਜਾਤ ਬਤਾਵੇ। ਤੁਸੀਂ ਸਾਫ਼-ਸਾਫ਼ ਵਿਚਾਰ ਕਰਕੇ ਮੈਨੂੰ ਜਿਹੜੀ ਆਪਣੀ ਜਾਤ ਕਿਰਪਾ ਕਰਕੇ ਦੱਸ ਦੇਵੋ। ਨਹ ਨਿਜ ਆਨਨ ਨਾਮ ਅਲਾਵੇ। ਤੇ ਨਾ ਆਪਣੇ ਮੂੰਹ ਤੋਂ ਆਪਣਾ ਨਾਮ ਜਿਹੜਾ ਉਚਾਰਨ ਕਰ ਦੇਵੋ। ਕਿਰਪਾ ਕਰਕੇ ਮੈਨੂੰ ਨਾਮ ਤੇ ਜਾਤ ਕੁੱਲ ਦੱਸ ਦੇਵੋ। ਮੇਰੇ ਮਨ ਵਿੱਚ ਹੱਲੇ ਵੀ ਇਤੋਂ ਤੱਕ ਜਿਹੜਾ ਸ਼ੰਕਾ ਕਿਸੇ ਪ੍ਰਕਾਰ ਦਾ ਰਹਿ ਜਾਣਾ ਹੈ। ਦੋਹਰਾ ਸਾਧ ਗ੍ਰਹਸਤੀ ਜਗਤ ਮੈਂ ਔਰ ਸੇ ਮੁਖੀ ਸੰਤ। ਹੁਣ ਕਹਿਣ ਲੱਗੇ ਕਿ ਦੇਖੋ ਸੰਸਾਰ ਦੇ ਵਿੱਚ ਬਿਸਤੀ ਸਾਧੂ ਅਤੇ ਬੁੱਧੀਮਾਨ ਆਜ਼ਾਦ ਵਿਚਾਰ ਵਾਲੇ ਸੋਹਣੇ ਸੰਤ ਹੁੰਦੇ ਨੇ। ਗੁਰੂ ਜੀ ਤੁਸੀਂ ਇਹਨਾਂ ਦੋਨਾਂ ਚੋਂ ਕਿਹੜੇ ਹੋ?
ਰਾਜੇ ਨੇ ਪੁੱਛਿਆ, ਕਹਿਣ ਲੱਗੇ ਇਹ ਸੰਤ ਜੀ ਤੁਸੀਂ ਦੱਸ ਤਾਂ ਦੇਵੋ। ਅੱਗੇ ਸ਼ਾਇਦ ਆਖਣ ਲੱਗੇ ਨੇ ਕਿ ਦੇਖੋ, ਜਦੋਂ ਵੀ ਬੰਦਾ ਆਪਣੇ ਮਨ ਵਿੱਚ ਸੋਚਦਾ ਹੈ ਨਾ, ਉਹ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ। ਬਹੁ ਵਿਚਾਰ ਕਰ ਸੋਚਣ ਲੱਗਾ। ਰਾਜਾ ਫਿਰ ਜਿਹੜੀ ਇਸੇ ਤਰ੍ਹਾਂ ਦੀਆਂ ਬੇਨਤੀਆਂ ਵਿਚਾਰ ਜਿਹੜੇ ਆਪਣੇ ਅੰਦਰ ਸੋਚੀ ਲੱਗ ਚੁੱਕਾ ਹੈ। ਘਟੀ ਬਿਤੈ ਪੁਨ ਕਹਿ ਵਡ ਭਾਗਾ। ਕਹਿਣ ਲੱਗੇ ਘੜੀਆਂ ਬਤੀਤ ਹੋ ਰਹੀਆਂ ਤੇ ਘੜੀ ਬੀਤ ਜਾਣ ਮਗਰੋਂ ਉਹ ਵੱਡੇ ਭਾਗਾਂ ਵਾਲਾ ਰਾਜਾ ਫਿਰ ਜਿਹੜਾ ਹੈ ਗੁਰੂ ਜੀ ਨੂੰ ਬੇਨਤੀਆਂ ਕਰਨ ਲੱਗਾ। ਜੇ ਤੁਮ ਗੋਰਖ ਦੇਹੋ 부ਝਾਈ। ਜੇ ਤਾਂ ਇੱਥੋਂ ਤੱਕ ਤੁਸੀਂ ਗੋਰਖ ਹੋ ਤਾਂ ਦੱਸ ਦੇਵੋ। ਰਾਜੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਅੱਗੇ ਸ਼ਬਦ ਉਚਾਰਨ ਕੀਤਾ। ਸੁਨ ਕਰ ਸਤਿਗੁਰ ਗਿਰਾ ਅਲਾਈ। ਕਹਿਣ ਲੱਗੇ ਕਿ ਦੇਖੋ, ਜਦੋਂ ਬੰਦੇ ਦੇ ਮਨ ਵਿੱਚ ਕੋਈ ਨਾ ਕੋਈ ਭਾਵਨਾ ਪੈਦਾ ਹੁੰਦੀ ਤੇ ਗੁਰੂ ਨੂੰ ਕੋਈ ਰਸਤਾ ਦੱਸਦਾ ਹੈ। ਪਾਤਸ਼ਾਹ ਜੀ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ, ਉਪਰ ਗਗਨ ਗਗਨ ਪਰ ਗੋਰਖ ਤਾਂ ਕਾ ਅਗਮ ਗੁਰੂ ਪੁਨਵਾਸੀ ਗੁਰ ਬਚਨੀ ਬਾਹਰ ਕਰ ਏਕੋ ਨਾਨਕ ਭਇਆ ਉਦਾਸੀ। ਆਖਣ ਲੱਗੇ ਉੱਪਰ ਅਸਮਾਨ ਹੈ ਤੇ ਅਸਮਾਨ ਦੇ ਉੱਤੇ ਸੰਸਾਰ ਦਾ ਰੱਖਿਆ ਵਾਹਿਗੁਰੂ ਜਿਹੜਾ ਪ੍ਰਮਾਤਮਾ ਰਮਿਆ ਹੈ। ਉਸ ਸੰਸਾਰ ਨੂੰ ਬੇਅੰਦਾਜ਼ ਵੱਡਾ ਸਾਈਂ ਉੱਥੇ ਜਿਹੜਾ ਵਸਦਾ ਹੈ, ਜਿਹੜਾ ਸਾਰਿਆਂ ਉੱਪਰ ਜਿਹੜਾ ਕਿਰਪਾ ਕਰਕੇ ਆਪ ਜਿਹੜਾ ਇਹ ਵਾਸਾ ਕੀਤਾ ਹੈ। ਤੇ ਗੁਰੂ ਦੇ ਉਪਦੇਸ਼ ਦੇ ਦੁਆਰਾ 12 ਵਾਰ ਜਿਹੜਾ ਇਹਨਾਂ ਪਾਤਸ਼ਾਹ ਜੀ ਕਹਿੰਦੇ ਕਿ ਘਰ ਨੂੰ ਮੈਂ ਇੱਕ ਸਮਾਨ ਜਿਹੜਾ ਜਾਣਦਾ ਹਾਂ। ਹੁਣ ਇਹ ਵਿਚਾਰ ਪਾਤਸ਼ਾਹ ਜੀ ਨੇ ਕੀਤੀ ਹੈ, ਗੁਰ ਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ। ਕਹਿਣ ਲੱਗੇ ਨਾਨਕ ਇਹੋ ਜਿਹਾ ਤਿਆਗੀ ਹੋ ਗਿਆ ਹੈ। ਹੁਣ ਦੇਖੋ, ਅਕਾਲ ਪੁਰਖ ਦੇ ਪਿਆਰ ਵਿੱਚ ਭਿੱਜ ਚੁੱਕਾ ਹੈ। ਅਕਾਲ ਪੁਰਖ ਨੂੰ ਜਿਹੜਾ ਇਹ ਰੋਜ਼ਾਨਾ ਤਤ ਯਾਦ ਕਰਦੇ ਹਨ। ਚੌਪਈ ਸੁਣੀ ਜਬੈ ਬਾਣੀ ਸੁਖ ਰਾਸੀ। ਤੇ ਜਿਵੇਂ ਇਹ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਹੋਇਆ, 992 ਅੰਗ ਤੇ ਪਾਤਸ਼ਾਹ ਜੀ ਦਾ ਪੜ੍ਹਦੇ ਹਾਂ। ਕਹਿਣ ਲੱਗੇ ਰਾਜੇ ਨੇ ਜਿਵੇਂ ਇੱਥੋਂ ਤੱਕ ਇਹ ਸਰਵਣ ਕੀਤਾ ਸ਼ਬਦ ਨੂੰ, ਤੇ ਸੁੱਖਾਂ ਦੀ ਰਾਸ ਪੂੰਜੀ ਗੁਰੂ ਜੀ ਦੇ ਬਚਨ ਇਹ ਬੜੇ ਪਿਆਰ ਦੇ ਨਾਲ ਸੁਣਨੇ ਇਹਨੇ ਸ਼ੁਰੂ ਕਰ ਦਿੱਤੇ। ਤੇ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਉਦਾਸ ਹੋ ਚੁੱਕੇ ਹਨ। ਜਨੋ ਨਾਨਕ ਭਇਆ ਉਦਾਸੀ। ਤਾਂ ਰਾਜੇ ਦੇ ਮਨ ਨੂੰ ਪੱਕਾ ਯਕੀਨ ਹੋ ਗਿਆ ਹੈ। ਨਿਸ਼ਚਾ ਦ੍ਰਿੜ ਕੀਨੋ ਮਨ ਰਾਉ। ਕਹਿਣ ਲੱਗੇ ਵਿਸ਼ਵਾਸ ਇਹਨੂੰ ਇੰਨਾ ਹੋ ਚੁੱਕਾ ਹੈ, ਬਹੁਰ ਨ ਕੰਬਹੂ ਭਇਓ ਡੁਲਾਉ। ਉਹਦਾ ਨਿਸ਼ਚਾ ਕਦੇ ਵੀ ਇੱਥੋਂ ਤੱਕ ਨਾ ਡੋਲਿਆ ਕਰੇਗਾ। ਪ੍ਰੇਮ ਵਿਖੈ ਪੀ ਗਦ ਗਦ ਬਾਨੀ। ਪ੍ਰੇਮ ਦੇ ਕਾਰਨ ਇੱਥੋਂ ਤੱਕ ਜਿਹੜਾ ਇਹਨਾਂ ਮਨ ਪਿਆਰ ਦੇ ਵਿੱਚ ਗਦ-ਗਦ ਹੋ ਰਿਹਾ ਹੈ। ਕਣਤ ਬਿਨੈ ਉਸਤਤ ਪਦ ਸਾਨੀ। ਉਹਦੀ ਆਵਾਜ਼ ਤੇ ਨਾ ਟੁੱਟਦੀ ਹੈ, ਪਿਆਰ ਵਿੱਚ ਭਿੱਜੀ। ਕਹਿਣ ਲੱਗੇ ਗੁਰੂ ਦੀ ਮਹਿਮਾ ਜਿਹੜੀ ਹੈ ਨਾ ਮਿਸ਼ਰਤ ਵਾਂਗ ਮਿੱਠੀ ਭਾਈ ਸ਼ਿਵਰਾਮ ਜਿਹੜਾ ਇਹ ਰਾਜਾ ਉਚਾਰਨ ਕਰਦਾ ਹੈ। ਜਨਮ ਧਨ ਵਡ ਭਾਗ ਹਮਾਰਾ। ਕਹਿਣ ਲੱਗਾ ਮੇਰੇ ਇੱਥੋਂ ਤੱਕ ਵੱਡੇ ਭਾਗਾਂ ਵਾਲਾ ਜਨਮ ਹੈ ਕਿ ਤੁਹਾਡੇ ਜਿਹੜੇ ਮੈਂ ਦਰਸ਼ਨ ਕਰ ਲਏ ਨੇ, ਜਾਂ ਤੇ ਦਰਸ਼ਨ ਭਇਓ ਤੁਮਾਰਾ। ਸਾਡਾ ਜਨਮ ਇੱਥੋਂ ਤੱਕ ਪਵਿੱਤਰ ਹੋ ਗਿਆ, ਤੁਹਾਡੇ ਅਸੀਂ ਦਰਸ਼ਨ ਦੀਦਾਰ ਕਰ ਲਏ ਹਨ। ਮਨ ਮੇਰੇ ਕੀ ਜਾਨੋ ਸੁਆਮੀ। ਹੇ ਸੁਆਮੀ, ਮੇਰੇ ਮਨ ਦੀ ਤੁਸੀਂ ਆਪ ਵਿਚਾਰ ਜਾਣਦੇ ਹੋ ਜੀ। ਬਨੇ ਨਾ ਕਬਹੂ ਅੰਤਰ ਜਾਮੀ। ਆਖਣ ਲੱਗੇ ਕਿ ਅੰਦਰ ਪਿਆਰ ਇੰਨਾ ਕਿ ਜਿਹੜਾ ਰਮਿਆ ਹੈ। ਇਹ ਅੰਤਰਜਾਮੀ ਜੀਓ, ਮੇਰੇ ਕੋਲ ਤੁਹਾਡੀ ਵਡਿਆਈ ਵਿੱਚ ਕਹਿਣ ਲਈ ਸ਼ਬਦ ਜਿਹੜੇ ਬਹੁਤ ਥੋੜੇ ਹਨ। ਅਸਨਾ ਮਨਿਖਾ ਤੁਮੈ ਪਛਾਨੋ। ਮੇਰੇ ਕੋਲ ਤਾਂ ਇੰਨੀ ਬੁੱਧੀ ਵੀ ਨਹੀਂ ਕਿ ਮੈਂ ਤੁਹਾਡੀ ਆਪਣੇ ਆਪ ਤੋਂ ਪਹਿਚਾਨ ਕਰ ਸਕਾਂ ਕਿ ਸੱਚੇ ਗੁਰੂ ਨਾਨਕ ਆਪ ਹੀ ਹੁੰਦੇ ਹੋ। ਰਸਨਾ ਸਖਤ ਨਨ ਤੋ ਬਖਾਨੋ। ਕਹਿਣ ਲੱਗੇ ਮੇਰੀ ਬੁੱਧੀ ਪਾਤਸ਼ਾਹ ਜੀ ਕੰਮ ਨਹੀਂ ਕਰਦੀ, ਮੇਰੀ ਜੀਭ ਵੀ ਆਪਣੀ ਇੱਥੋਂ ਤੱਕ ਨਾ ਉਸਤਤ ਕਰਨ ਦੇ ਲਈ ਪੂਰੀ ਕਾਬਲ ਨਹੀਂ ਹੈ। ਜੇ ਮੈਂ ਕਹਾਂ ਕਿ ਤੁਹਾਡੀ ਉਸਤਤ ਕਰੀ ਚੱਲਾਂ, ਤੁਹਾਡੀ ਵਡਿਆਈ ਕਰੀ ਚੱਲਾਂ, ਦੁਨਿਆਵੀ ਬੰਦਾ, ਦੁਨਿਆਵੀ ਕੀੜਾ, ਮਿੱਟੀ ਦਾ ਪੁਤਲਾ ਇਹ ਮੇਰੇ ਪਾਤਸ਼ਾਹ ਜੀ, ਪਤਾ ਨਹੀਂ ਕਿਦਨ ਢਹਿ ਢੇਰੀ ਇਹਨੇ ਮਿੱਟੀ ਵਿੱਚ ਹੋ ਜਾਣਾ। ਮੈਂ ਕਿੰਨੀ ਵਡਿਆਈ, ਕਿੰਨੀ ਸੋਭਾ ਤੁਹਾਡੀ ਕਰ ਲਵਾਂ, ਪਰ ਉਹ ਵੀ ਜੀਭਾ ਤੋਂ ਥੋੜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਰਾਜੇ ਸ਼ਿਵਨਾਮ ਨੇ ਆਖਿਆ ਸਤਿਗੁਰੂ ਤੇਰੀ ਸਾਰ ਮੈਂ ਜਾਣ ਨਹੀਂ ਸਕਦਾ। ਸਭ ਤੇ ਵੱਡਾ ਸਤਿਗੁਰੂ ਨਾਨਕ ਆਪ ਇੱਥੋਂ ਤੱਕ ਸਾਰਿਆਂ ਤੋਂ ਉੱਚੇ ਤੇ ਵੱਡੇ ਹੋ। ਜਿਨ ਕਲ ਰਾਖੀ ਮੇਰੀ, ਜਿਨਨੇ ਐਸੇ ਗੁਰੂ ਨੇ ਮੇਰੀ ਇੱਜ਼ਤ ਜਿਹੜੀ ਰੱਖੀ ਹੈ, ਮੈਨੂੰ ਇੱਥੋਂ ਤੱਕ ਵਡਿਆਈ ਬਖਸ਼ੀ। ਜਿੱਦਣ ਤੋਂ ਭਾਈ ਮਨਸੁਖ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਮੈਂ ਇੱਥੋਂ ਤੱਕ
ਗੁਰੂ ਨਾਨਕ ਦਾ ਸਿੱਖ ਅਨਨ ਸੇਵਕ ਹਾਂ। ਮੈਂ ਵੀ ਉਦੋਂ ਤੋਂ ਮੇਰੇ ਪਾਤਸ਼ਾਹ ਜੀ ਤੁਹਾਡਾ ਸੇਵਕ ਬਣ ਗਿਆ, ਤੇ ਨਹੀਂ ਮੈਂ ਵੀ ਪਹਿਲਾਂ ਇੱਥੋਂ ਤੱਕ ਵਿਕਾਰਾਂ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ ਸੀ। ਮੇਰੇ ਅੰਦਰ ਹੰਗਤਾ ਹੁੰਦੀ ਸੀ ਕਿ ਬਸ ਕੇਵਲ ਤਾਂ ਕੇਵਲ ਜੋ ਮੈਂ ਕਰਦਾ ਉਹ ਸੱਚਾ ਹੈ, ਬਾਕੀ ਸਭ ਜਿਹੜਾ ਦੁਨੀਆ ਦੇ ਵਿੱਚ ਝੂਠ ਦਾ ਇੱਥੋਂ ਤੱਕ ਬੋਲਬਾਲਾ ਪੈਦਾ ਹੋ ਰਿਹਾ ਹੈ। ਆਖਣ ਲੱਗਾ ਮੇਰੇ ਪਾਤਸ਼ਾਹ ਜੀਓ ਤੁਹਾਡੀ ਸੋਭਾ ਮੈਂ ਕਿਵੇਂ ਆਪਣੀ ਜੀਭਾ ਤੋਂ ਕਰਾਂ, ਇਹਨਾਂ ਮੈਂ ਕਾਬਲ ਹੱਲੇ ਤੱਕ ਨਹੀਂ ਹੋਇਆ ਜੀ। ਕਹਿ ਤੀਨ ਪ੍ਰਦਖਣ ਕੀਨੀ। ਇਸੇ ਤਰ੍ਹਾਂ ਕਹਿਣ ਲੱਗੇ ਕਿ ਰਾਜੇ ਨੂੰ ਮਨ ਦੇ ਵਿੱਚ ਵਿਚਾਰਾਂ ਤਾਂ ਪੈਦਾ ਹੋ ਰਹੀਆਂ ਨੇ, ਇਹ ਬਚਨ ਕਹਿ ਕੇ ਨਾ ਕਿ ਮੈਂ ਕਾਬਲ ਨਹੀਂ ਹੱਲੇ ਹੋਇਆ, ਤੇ ਗੁਰੂ ਜੀ ਦੇ ਦੁਆਲੇ ਉਹਨੇ 3 ਪ੍ਰਕਰਮਾਂ ਜਿਹੜੀਆਂ ਇਹ ਕੀਤੀਆਂ ਨੇ। ਚਰਨ ਕਮਲ ਪਰ ਬੰਧਨ ਕੀਨੀ। ਪ੍ਰਕਰਮਾਂ ਦਾ ਭਾਵ ਇਹ ਮੇਨ ਵਿਚਾਰ ਹੁੰਦਾ ਸੀ ਕਿ ਸਤਿਗੁਰੂ ਤੋਂ ਬਾਰੇ ਜਾਣਾ, ਸਦਕੇ ਜਾਣਾ। ਹੁਣ ਦੇਖੋ ਰਾਜਾ ਸ਼ਿਵਨਾਮ ਜਿਹੜਾ ਇਸ ਗੁਰੂ ਤੋਂ ਕੁਰਬਾਨ ਤੇ ਬਲਿਹਾਰ ਜਿਹੜਾ ਇਹ ਜਾ ਰਿਹਾ ਹੈ। ਸਰਬ ਭਾਂਤ ਮੁਝ ਦਾਸ ਜਨੀਜੇ। ਆਖਣ ਲੱਗੇ ਚਰਨ ਕਮਲ ਪਰ ਬੰਧਨ ਕੀਨੀ, 3 ਪ੍ਰਕਰਮਾਂ ਕਰਕੇ ਤੇ ਦੋਵੇਂ ਹੱਥ ਜੋੜ ਕੇ ਸਾਵਧਾਨ ਹੋ ਕੇ ਸਤਿਗੁਰੂ ਦੇ ਚਰਨਾਂ ਵਿੱਚ ਜਿਹੜੀ ਹੈ ਇਹਨੇ ਨਮਸਕਾਰ ਕੀਤੀ ਤੇ ਕਿਹਾ ਸਤਿਗੁਰੂ ਜੀ ਮੈਨੂੰ ਇੱਥੋਂ ਤੱਕ ਹਰ ਪ੍ਰਕਾਰ ਦਾ ਆਪਣਾ ਸੱਚਾ ਸੇਵਕ ਜਿਹੜਾ ਇਹ ਜਾਣਨਾ ਸ਼ੁਰੂ ਕਰ ਦੇਵੋ ਜੀ। ਚੱਲ ਕਰ ਭਵਨ ਪੁਨੀਤ ਕਰੀਜੈ। ਤੇ ਚੱਲ ਕੇ ਮੇਰੇ ਘਰ ਇੱਥੋਂ ਤੱਕ ਆਪਣੇ ਪੈਰ ਪਾਵੋ ਤੇ ਮੇਰਾ ਜਿਹੜਾ ਘਰ ਉਹ ਪਵਿੱਤਰ ਕਰ ਦੇਵੋ। ਪੂਰਬ ਧਰਮਾ ਸਾਲ ਬਨਵਾਵੋ। ਤਾਂ ਗੁਰੂ ਜੀ ਨੇ ਫਰਮਾਇਆ, ਕਹਿਣ ਲੱਗੇ ਕਿ ਪਹਿਲਾਂ ਭਾਗਾਂ ਵਾਲੇ ਪੁਰਖ ਰਾਜਨ ਇੱਕ ਸਾਡੀ ਬੇਨਤੀ ਨੂੰ ਪ੍ਰਵਾਨ ਕਰ। ਰਾਜਾ ਕਹਿਣ ਲੱਗਾ ਕਿ ਦੱਸੋ ਮੇਰੇ ਪਾਤਸ਼ਾਹ ਜੀ। ਕਹਿਣ ਲੱਗੇ ਪਹਿਲਾਂ ਧਰਮਸ਼ਾਲ ਜਿਹੜੀ ਹੈ ਨਾ ਆਪਣੇ ਘਰ ਵਿੱਚ ਬਣਵਾ ਲਵੋ। ਬਹਰ ਆਏ ਹਮਕੋ ਲਹਿ ਜਾਵੋ। ਫਿਰ ਆ ਕੇ ਸਾਨੂੰ ਜਿਹੜਾ ਇੱਥੇ ਆਪਣੇ ਘਰ ਵਿੱਚ ਲੈ ਜਾਵੀਂ। ਸੁਨ ਕਰ ਭੂਪੰਤ ਸਦਨ ਸਿਧਾਇਓ। ਤੇ ਸਤਿਗੁਰੂ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ ਕਿ ਦੇਖੋ ਰਾਜਾ ਜਿਹੜਾ ਹੈ ਨਾ ਉਹ ਤਾਂ ਬੇਨਤੀਆਂ ਇਹ ਕਰਕੇ ਜਿਹੜਾ ਇਹ ਘਰ ਨੂੰ ਰਵਾਨਾ ਹੋ ਗਿਆ। ਜੋ ਜੋ ਮੇਰੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਧਰਮਸ਼ਾਲ ਜਿਹੜੀ ਇਹਨਾਂ ਘਰ ਵਿੱਚ ਬਣਾਓ, ਤੇ ਅਸੀਂ ਫਿਰ ਜਿਹੜਾ ਇਹ ਤੁਹਾਡੇ ਘਰ ਵਿੱਚ ਆਵਾਂਗੇ, ਇੱਥੋਂ ਆ ਕੇ ਸਾਨੂੰ ਲੈ ਜਾਣਾ, ਅਸੀਂ ਤੁਹਾਡੇ ਨਾਲ ਜ਼ਰੂਰ ਜਿਹੜਾ ਇਹ ਤੁਹਾਡੇ ਘਰ ਵਿੱਚ ਤੁਹਾਡੇ ਮਹਿਲ ਵਿੱਚ ਜਾਵਾਂਗੇ। ਜੇਕਰ ਪੂਰਬ ਧਰਮਸਾਲ ਬਣਾਓ, ਪੂਰਬ ਇੱਥੋਂ ਤੱਕ ਧਰਮਸ਼ਾਲਾ ਘਰ ਵਿੱਚ ਬਣਾ ਲਵੋਗੇ। ਕਹਿਓ ਜੋ ਗੁਰੂ ਸੋ ਆਰੰਭ ਕਰਾਇਓ। ਕਹਿਣ ਲੱਗੇ ਜਿਸ ਤਰ੍ਹਾਂ ਗੁਰੂ ਜੀ ਨੇ ਬਚਨ ਕੀਤਾ ਸੀ ਉਸੇ ਤਰ੍ਹਾਂ ਹੀ ਕੰਮ ਜਿਹੜਾ ਇਹਨਾਂ ਆਰੰਭ ਕਰਾ ਦਿੱਤਾ। ਜੋ ਜੋ ਰਾਜੇ ਸ਼ਿਵਨਾਮ ਨੇ ਇੱਥੋਂ ਤੱਕ ਗੁਰੂ ਨੂੰ ਬੇਨਤੀਆਂ ਕੀਤੀਆਂ ਨੇ, ਜੋ ਜੋ ਇੱਥੋਂ ਤੱਕ ਆਪਣੇ ਅੰਦਰ ਪਿਆਰ ਕੀਤੇ ਕਰਕੇ ਰਾਜੇ ਸ਼ਿਵਨਾਮ ਨੇ ਸਤਿਗੁਰੂ ਨੂੰ ਗੱਲਾਂ ਸਾਰੀਆਂ ਜਿਹੜੀਆਂ ਬੜੇ ਪਿਆਰ ਦੇ ਨਾਲ ਦੱਸੀਆਂ, ਤੇ ਸਤਿਗੁਰੂ ਨੇ ਜੋ ਉਸੇ ਤਰ੍ਹਾਂ ਬਚਨ ਬਖਸ਼ੇ ਨੇ ਕਿ ਧਰਮਸ਼ਾਲਾ ਘਰ ਵਿੱਚ ਬਣਾਉਣੀ ਹੈ, ਸਾਰੇ ਜਿਹੜੇ ਕਹਿਣ ਲੱਗੇ ਕਿ ਕੰਮ ਜਿਹੜੇ ਇਹਨਾਂ ਆਰੰਭ ਕਰਵਾ ਦਿੱਤੇ ਨੇ। ਜੋ ਜੋ ਪਾਤਸ਼ਾਹ ਜੀ ਨੇ ਬਚਨ ਕੀਤੇ ਤੇ ਰਾਜੇ ਸ਼ਿਵਨਾਮ ਨੇ ਆਪਣੀ ਜ਼ਿੰਦਗੀ ਵਿੱਚ ਅਦਾ ਕਰਨੇ ਸ਼ੁਰੂ ਕਰ ਲਏ। ਇੱਥੇ 47 ਅਧਿਆਏ ਦੀ ਜਿਹੜੀ ਹੈ ਸਮਾਪਤੀ ਹੋ ਚੁੱਕੀ ਹੈ। ਕੱਲ ਸਮੇਂ ਸਿਰ ਹਾਜ਼ਰ ਹੋਣਾ, ਅੱਗੇ 48ਵਾਂ ਅਧਿਆਇ ਆਰੰਭ ਕੀਤਾ ਜਾਵੇਗਾ। ਸੋ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ। ਸਤਿਗੁਰੂ ਦੀ ਸੰਗਤ ਜਿਹੜੀ ਹੈ ਹਰ ਥਾਂ ਤੇ ਹਰ ਸਮੇਂ ਹਰ ਪਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਜੁਟ ਕਰਕੇ ਆਪੋ ਆਪਣੀ ਹਾਜ਼ਰੀ ਬਾਣੀ ਦਾ ਯਾਦ ਕਰਕੇ ਜਿਹੜਾ ਇਹ ਸਤਿਗੁਰੂ ਦੀ ਯਾਦ ਵਿੱਚ ਲਗਾ ਰਹੀ ਹੈ। ਹੁਣ ਦੇਖੋ ਜੀ ਉਸ ਸਮੇਂ ਦੀਆਂ ਵਿਚਾਰਾਂ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੰਨੀ ਕੁ ਰੂਹਾਨੀਅਤ ਸਾਨੂੰ ਬਖਸ਼ਿਸ਼ ਕੀਤੀ, ਸਿੱਖੀ ਦਾ ਬੋਲਬਾਲਾ ਜਿਹੜਾ ਇਹ ਮੁਕੰਮਲ ਉੱਚਾ ਹੋਣਾ, ਤੇ ਇੱਧਰ ਜਿਹੜਾ ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਮਿਸਾਲਾਂ ਨੇ, ਬਾਬਾ ਪ੍ਰਿਥੀ ਚੰਦ, ਸੁਲਹੀ ਖਾਂ, ਚੰਦੂ ਵਰਗੇ ਵੱਡੇ ਵੱਡੇ ਪਾਪੀਆਂ ਨੇ ਇੱਥੋਂ ਤੱਕ ਜਿਹੜਾ ਇਹ ਆਪਣੇ ਅੰਦਰ ਵਿਕਾਰ ਪੈਦਾ ਕੀਤੇ ਨੇ ਕਿ ਬਸ ਕੇਵਲ ਤਾਂ ਕੇਵਲ ਅਸੀਂ ਗੁਰੂ ਨਾਨਕ ਦੀ ਇੱਥੋਂ ਤੱਕ ਘਰ ਦੀ ਪੰਚਮ ਪਿਤਾ ਗੁਰਦੇਵ ਦੀ ਨਰਾਦਰੀ ਕਰਨੀ। ਕੰਮ ਇੱਥੋਂ ਤੱਕ ਆਇਆ, ਗ੍ਰਿਫਤਾਰ ਕੀਤਾ ਪਾਤਸ਼ਾਹ ਜੀ ਨੇ, 3 ਸ਼ਰਤਾਂ ਰੱਖੀਆਂ, 2 ਲੱਖ ਹਜ਼ਾਨਾ, ਜਾਂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੀੜ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਈ ਸੀ ਆਪ ਬੀੜ ਦੇ ਵਿੱਚ, ਕਹਿਣ ਲੱਗੇ ਆਪ ਬੀੜ ਦੇ ਵਿੱਚ ਮੁਹੰਮਦ ਸਾਹਿਬ ਦੀਆਂ ਐਤਾਂ ਐਡ ਕੀਤੀਆਂ ਜਾਣ, ਨਹੀਂ ਤਾਂ ਸ਼ਹਾਦਤ ਕਬੂਲੀ ਜਾਵੇ। ਪਾਤਸ਼ਾਹ ਕਹਿਣ ਲੱਗੇ 2 ਸ਼ਰਤਾਂ ਸਾਨੂੰ ਉੱਪਰਲੀਆਂ ਨਹੀਂ ਮਨਜ਼ੂਰ, ਅਸੀਂ ਸ਼ਹਾਦਤ ਕਬੂਲ ਕਰ ਲਵਾਂ। ਹੁਣ ਦੇਖੋ ਜੀ ਫਤਵਾ ਜਾਰੀ ਕੀਤਾ, ਤੇ ਇੱਧਰ ਆਖਣ ਲੱਗੇ ਕਿ ਜਦੋਂ ਸਾਰੀ ਵਿਚਾਰ ਅਸੀਂ ਪੜ੍ਹਦੇ ਹਾਂ, ਜਹਾਂਗੀਰ ਜਿਹੜਾ ਹੈ ਉਹ ਗ੍ਰਿਫਤਾਰੀ ਦਾ ਹੁਕਮ ਦੇ ਕੇ ਆਪ ਦਿੱਲੀ ਨੂੰ ਚਲੇ ਗਿਆ ਸੀ, ਤੇ ਪਿੱਛੋਂ ਚੰਦੂ ਨੇ ਕਹਿਰ ਜਿਹੜਾ ਹੈ ਕਮਾਇਆ
ਫਤਵਾ ਤਿਆਰ ਕੀਤਾ ਤੇ ਸ਼ਹੀਦ ਜਿਹੜਾ ਇਹ ਪਾਤਸ਼ਾਹ ਜੀ ਨੂੰ ਕਰਨ ਦਾ ਸਮਾਂ ਕਹਿਣ ਲੱਗੇ ਤੱਤੀ ਤਵੀ ਤੇ ਪਹਿਲਾਂ ਮੇਰੇ ਪਾਤਸ਼ਾਹ ਜੀ ਨੂੰ ਬਿਠਾਇਆ ਜਾਂਦਾ ਹੈ, ਉੱਪਰ ਤੱਤੀ ਰੇਤਾ ਜਿਹੜੀ ਹੈ ਭੜਪੂੰਜਾ ਗੁਰਦਿੱਤਾ ਜਿਹੜਾ ਹੈ ਜਲਾਦ ਪਾ ਰਿਹਾ ਹੈ, ਥੱਲੇ ਅੱਗ ਜਿਹੜੀ ਢਾਈ ਜਾ ਰਹੀ ਹੈ। ਪਾਤਸ਼ਾਹ ਜੀ ਉਚਾਰਨ ਕਰਦੇ ਨੇ ਜੀਭਾ ਤੋਂ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਪਿਆਰ ਵਿੱਚ ਭਿੱਜੇ ਹੋਏ ਨੇ ਅਕਾਲ ਪੁਰਖ ਦੇ ਵਿੱਚ। ਫਿਰ ਉਬਲਦੀ ਦੇਗ ਦੇ ਵਿੱਚ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਫਿਰ ਦੇਖੋ ਰਾਵੀ ਦੇ ਠੰਡੇ ਪਾਣੀ ਵਿੱਚ ਸਰੀਰ ਨੂੰ ਰੱਖਿਆ ਜਾਂਦਾ ਹੈ। ਅਸੀਂ ਇਹ ਜ਼ਿਕਰ ਤਾਂ ਇਤੋਂ ਤੱਕ ਬੜੀ ਵਾਰ ਦੇਖਦੇ ਹਾਂ ਕਿ ਤੱਤੀ ਤਵੀ ਤੇ ਪਾਤਸ਼ਾਹ ਜੀ ਨੂੰ ਬਿਠਾਇਆ ਹੈ, ਪਰ ਉਹਦੇ ਨਾਲ ਦੇਖੋ ਜਦੋਂ ਉੱਪਰ ਤੱਤੀ ਰੇਤਾ ਕਣ ਕਣ ਜਿਹੜਾ ਸੁੱਟਿਆ ਜਾਂਦਾ ਸੀ ਰੇਤ ਦਾ, ਉਹਦੇ ਨਾਲ ਜਿਹੜੇ ਇਤੋਂ ਤੱਕ ਮੇਰੇ ਪਾਤਸ਼ਾਹ ਜੀ ਦੇ ਛਾਲੇ ਵੀ ਸਰੀਰ ਤੇ ਪਏ ਨੇ। ਉਬਲਦੀ ਦੇਗ ਦੇ ਵਿੱਚ ਪਾਤਸ਼ਾਹ ਜੀ ਦਾ ਸਰੀਰ ਰੱਖਿਆ, ਇੰਨਾ ਕਸ਼ਟ ਜਿਹੜਾ ਇਹ ਦਿੱਤਾ। ਫਿਰ ਠੰਡੇ ਪਾਣੀ ਦੇ ਵਿੱਚ ਜਿਹੜੇ ਛਾਲੇ ਨੇ ਉਹ ਇੱਥੋਂ ਤੱਕ ਠੰਡੇ ਪਾਣੀ ਵਿੱਚ ਕਿਸ ਤਰ੍ਹਾਂ ਜਿਹੜੇ ਦੁੱਖ ਮਹਿਸੂਸ ਕਰਾਉਂਦੇ ਹੋਣਗੇ ਤਨ ਨੂੰ, ਉਸ ਸਰੀਰ ਨੂੰ, ਪਰ ਫਿਰ ਵੀ ਸਤਿਗੁਰੂ ਜੀ ਨੇ ਆਪਣੀ ਜੀਭਾ ਤੋਂ ਕੇਵਲ ਵਾਹਿਗੁਰੂ ਦਾ ਭਾਵ ਇਕੱਠਾ ਕਰਕੇ ਮੰਨਣ ਦੀ ਜਿਹੜੀ ਵਿਚਾਰ ਬਖਸ਼ੀ। ਕਿੰਨੇ ਤਸੀਹੇ ਦਿੱਤੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਖੁਦ ਆਪ ਜਿਹੜੇ ਇੱਥੋਂ ਤੱਕ ਗਿਆਨ ਸਾਨੂੰ ਇਹ ਦੇ ਗਏ ਕਿ ਕਿਤੇ ਨਾ ਕਿਤੇ ਅੱਗੇ ਧਰਮ ਨੂੰ ਜਜ਼ਬੇ ਨੂੰ ਲੈ ਕੇ ਚੱਲੀਏ, ਭਾਣਾ ਕਰਕੇ ਜਿਹੜਾ ਇਹ ਗੁਰੂ ਦਾ ਤਸੀਹੇ ਨੂੰ ਮੰਨ ਲਵਾਂਗੇ, ਪਰ ਇੱਥੋਂ ਤੱਕ ਦੁੱਖ ਜਿਹੜਾ ਇਹਨਾਂ ਜ਼ਿੰਦਗੀ ਵਿੱਚ ਕਿਸੇ ਪ੍ਰਕਾਰ ਦਾ ਵੀ ਆਵੇ ਉਹਨੂੰ ਮਹਿਸੂਸ ਨਹੀਂ, ਉਹਨੂੰ ਭਾਣਾ ਸਮਝਿਆ ਕਰੀਏ। ਸਤਿਗੁਰੂ ਜੀ ਦੀ ਵਿਚਾਰ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ। ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਕਦੀ ਵੀ ਇੱਥੋਂ ਤੱਕ ਉਹ ਜੂਨਾਂ ਦੇ ਵਿੱਚ ਨਹੀਂ ਆਵੇਗਾ, ਵਿਕਾਰਾਂ ਦੇ ਵਿੱਚ ਨਹੀਂ ਪਵੇਗਾ, ਜਨਮ ਜਨਮਾਂਤਰਾਂ ਦੇ ਚੱਕਰਾਂ ਤੋਂ ਗੇੜ ਤੋਂ ਇੱਥੋਂ ਤੱਕ ਛੁਟਕਾਰਾ ਪੈ ਦੇਵੇਗਾ। ਜਿਹੜਾ ਸੱਚੇ ਮਨ ਦੇ ਨਾਲ ਇੱਕ ਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਨਾਮ ਉਚਾਰਨ ਕਰੇਗਾ, ਉਹਨਾਂ ਦੀ ਯਾਦ ਦੇ ਵਿੱਚ ਜੁੜ ਜਾਵੇਗਾ। ਸਤਿਗੁਰੂ ਉਹਦੇ ਅੰਦਰ ਪਿਆਰ ਪੈਦਾ ਕਰਦੇ ਨੇ, ਰਹਿਮਤ ਪੈਦਾ ਕਰਦੇ। ਇੱਥੇ ਜੋ ਚੱਲ ਰਹੀ ਰਾਜੇ ਸ਼ਿਵਨਾਮ ਦਾ ਪ੍ਰਸੰਗ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਮਿਲਾਪ, ਇੱਥੇ ਉਹ ਪ੍ਰਸੰਗ ਸਮਾਪਤ ਹੋਇਆ ਹੈ। ਕੱਲ ਨੂੰ ਸਮੇਂ ਸਿਰ ਹਾਜ਼ਰ ਹੋ ਕੇ ਆਪ ਜੀ ਨੇ ਚੱਲ ਰਹੀ ਜਿਹੜੀ ਵਿਚਾਰ ਹੈ, ਅਗਲਾ ਪ੍ਰਸੰਗ ਰਾਜੇ ਸ਼ਿਵਨਾਮ ਦੇ ਪ੍ਰਤੀ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਜੋ ਬਖਸ਼ਣੇ ਨੇ, ਉਹ ਕੱਲ ਦੇ ਸਮੇਂ ਜਿਹੜੀ ਹੈ ਅਗਲੀ ਵਿਚਾਰ ਆਰੰਭ ਕੀਤੀ ਜਾਵੇਗੀ। ਇੱਥੇ ਹੀ ਕਥਾ ਦੀ ਸਮਾਪਤੀ ਹੈ। ਦਾਸ ਦੇ ਕੋਲੋਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਕਥਾ ਕਰਦੇ ਹਾਂ, ਸੰਖੇਪ ਰੂਪ ਦੇ ਵਿੱਚ ਸ਼ਹਾਦਤ ਦੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ। ਆਪ ਗੁਰੂ ਪਿਆਰੀ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਯੋਗ ਨੇ। ਦਾਸ ਨੂੰ ਛੋਟਾ ਜਿਹਾ ਅਣਜਾਣ ਬੱਚਾ ਸੁਣ ਕੇ ਮਾਫ ਕਰ ਦੇਣਾ। ਸੀਸ ਝੁਕਾਓ, ਰਸਨਾ ਤੋਂ ਕਰੋ ਉਚਾਰਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ